ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਇੱਕ ਨਜ਼ਰ। ਮੈਂ ਹਾਂ ਮਨਪ੍ਰੀਤ ਧਾਮੀ ਤੇ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਬਸਰਾ ਤੇ ਅੱਜ ਅਸੀਂ ਪੂਰੇ ਇੱਕ ਵੀਕ ਬਾਅਦ ਸਰ ਜਿਹੜੇ ਐਂਟਰ ਹੋਏ ਆ ਪ੍ਰੋਗਰਾਮ ਦੇ ਵਿੱਚ। ਇਹ ਸਾਡੇ ਦਰਸ਼ਕ ਇਹ ਸੋਚਦੇ ਨੇ ਵੀ ਇੱਕ ਨਜ਼ਰ ਵਾਲੇ ਪਤਾ ਨਹੀਂ ਕਿੱਥੇ ਭੱਜ ਗਏ, ਜਿਹਦੇ ਕਿ ਦਾ ਲਾਕਡਾਊਨ ਖੁੱਲਾ ਤੇ ਇਹ ਗਾਇਬ ਹੋ ਗਿਆ। ਅਸੀਂ ਇੱਕ ਵੀਕ ਦਾ ਲਾਕਡਾਊਨ ਕਰ ਲਿਆ ਸੀ, ਇੱਕ ਵੀਕ ਦਾ ਕਰ ਲਿਆ, ਪਰ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਪ੍ਰੋਗਰਾਮ ਇੱਕ ਨਜ਼ਰ ਤੁਹਾਡੇ ਨਾਲ ਇਦਾਂ ਹੀ ਚੱਲਦਾ ਰਹੇਗਾ ਤੇ ਕੁਝ ਸਾਡੇ ਰੁਝੇਵੇਂ ਤੇ ਕੁਝ ਸਾਡੇ ਦਰਸ਼ਕਾਂ ਦੇ ਰੁਝੇਵੇਂ ਜਿਨ੍ਹਾਂ ਦੇ ਕਰਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਆ ਉਹ ਵੀਕਲੀ ਕਰ ਦਿੱਤਾ ਆ, ਜੋ ਕਿ ਹਰ ਸ਼ਨੀਵਾਰ ਦੁਪਹਿਰੇ 1 ਤੋਂ 2 ਵਜੇ ਤੱਕ ਤੁਸੀਂ ਆਪਣੇ ਟੀਵੀ ਚੈਨਲ, ਫੇਸਬੁੱਕ ਜਿਹੜੇ ਬੈਠੇ ਨੇ ਕੈਨੇਡਾ, ਅਮਰੀਕਾ, ਉਹ ਵੀ ਸਾਰੇ ਸਾਡਾ ਜਿਹੜਾ ਆ ਇਹ ਪ੍ਰੋਗਰਾਮ ਆ ਉਹ ਦੇਖ ਸਕਦੇ ਆ। ਤੇ ਅਸੀਂ ਜਿੱਥੇ ਕਰੋਨਾ ਜਾਂ ਮੌਜੂਦਾ ਜੋ ਮੁੱਦੇ ਹੈਗੇ ਆ ਉਹਨਾਂ ਨੂੰ ਲੈ ਕੇ ਆਵਾਂਗੇ। ਉਸ ਤੋਂ ਇਲਾਵਾ ਜੋ ਇਸ਼ੂਜ਼ ਸਾਡੇ ਸਮਾਜ ਦੇ ਵਿੱਚ ਚੱਲਣਗੇ, ਕਿਸੇ ਨਾ ਕਿਸੇ ਇਸ਼ੂਜ਼ ਨੂੰ ਜਿਹੜਾ ਆ ਹਰੇਕ ਹਫਤੇ ਅਸੀਂ ਡਿਸਕਸ ਕਰਿਆ ਕਰਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਜਿਹੜਾ ਆ ਅੱਗੇ ਵਾਂਗ ਹੀ ਪਿਆਰ ਦਿੰਦੇ ਰਹੋਗੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਕਾਲ ਕਰਕੇ ਆਪਣੀ ਹਾਜ਼ਰੀ ਵੀ ਲਗਵਾਉਂਦੇ ਰਹੋਗੇ ਤੇ ਸਾਡੇ ਦਰਸ਼ਕਾਂ ਨੂੰ ਸਾਨੂੰ ਆਪਣੇ ਚੰਗੇ ਸੁਝਾਅ ਜਾਂ ਸਮੱਸਿਆਵਾਂ ਜੋ ਕਿ ਭਾਵੇਂ ਪ੍ਰਸ਼ਾਸਨ ਤੱਕ ਪਹੁੰਚਾਉਣ ਵਾਲੀਆਂ ਹੋਣ ਜਾਂ ਲੋਕਾਂ ਨੂੰ ਦੱਸਣ ਵਾਲੀਆਂ ਹੋਣ ਕਿ ਵੀ ਕਿਹੜੀਆਂ ਸਮੱਸਿਆਵਾਂ, ਕਿਹਨਾਂ ਤੋਂ ਤੁਸੀਂ ਕਿੱਦਾਂ ਬਚਣਾ ਆ, ਉਹ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਜਿਹੜੇ ਆ ਉਹ ਜ਼ਰੂਰ ਕਰਦੇ ਰਹੋਗੇ ਜੀ। ਤਾਂ ਉਸ ਦੇ ਲਈ ਤੁਹਾਨੂੰ ਕਰਨਾ ਪੈਣਾ ਜੀ ਟੈਲੀਫੋਨ, ਤੇ ਟੈਲੀਫੋਨ ਦੇ ਲਈ ਦੋਨੋਂ ਲਾਈਨਾਂ ਖੁੱਲੀਆਂ ਹੋਈਆਂ ਨੇ 01824 508 709 380 113। ਤੇ ਅੱਜ ਜਿਵੇਂ ਅਸੀਂ ਕੋਵਿਡ-19 ਦੀ ਜਿੱਥੇ ਗੱਲਬਾਤ ਕਰਾਂਗੇ ਕਿ ਕੀ ਅੱਜ ਦੇ ਜਿਹੜੇ ਹਾਲਾਤ ਹੈਗੇ ਨੇ ਕੋਵਿਡ-19 ਲੈ ਕੇ ਪੰਜਾਬ ਦੇ ਜਾਂ ਭਾਰਤ ਦੇ, ਤੇ ਮੇਨ ਸਾਡਾ ਜਿਹੜਾ ਅੱਜ ਦਾ ਟੌਪਿਕ ਹੈਗਾ ਇਸ ਪ੍ਰੋਗਰਾਮ ਦਾ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਨੀਵਾਰ ਤੇ ਐਤਵਾਰ ਨੂੰ ਮੁੜ ਤੋਂ ਜਿਹੜਾ ਲਾਕਡਾਊਨ ਉਹ ਜਾਰੀ ਕਰ ਦਿੱਤਾ ਗਿਆ ਹੈ ਨਾ, ਤੇ ਇਹਦੇ ਨਾਲ ਲੱਗਦਾ ਕਿ ਕਰੋਨਾ ਤੇ ਜਿਹੜੀ ਰੋਕ ਆ ਉਹ ਲੱਗ ਸਕਦੀ ਹੈ ਜਾਂ ਫਿਰ ਸਰਕਾਰ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਸਾਡੇ ਲਈ ਕੀ ਉਹ ਸਹੀ ਨੇ ਜਾਂ ਫਿਰ ਸਰਕਾਰ ਨੇ ਸਹੀ ਤਰੀਕਾ ਅਪਣਾਇਆ ਇਹ ਗਾਈਡਲਾਈਨਸ ਨੂੰ ਜਾਰੀ ਕਰਨ ਦਾ। ਤੁਸੀਂ ਖੁਸ਼ ਹੋ ਜਾਂ ਨਹੀਂ ਹੋ, ਤੁਹਾਡੇ ਕੀ ਵਿਚਾਰ ਨੇ, ਤੁਸੀਂ ਉਹ ਵਿਚਾਰ ਜਿਹੜੇ ਤੁਹਾਡੇ ਤੱਕ ਪਹੁੰਚਦੇ ਕਰਨੇ ਨੇ ਉਹ ਤੁਸੀਂ ਫੋਨ ਲਾਈਨ ਦੇ ਜ਼ਰੀਏ, ਟੈਲੀਫੋਨ ਦੇ ਜ਼ਰੀਏ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸਰ, ਜਦੋਂ ਤੱਕ ਸਾਨੂੰ ਕੋਈ ਕਾਲ ਨਹੀਂ ਆਉਂਦੀ ਉਦੋਂ ਤੱਕ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ ਕਿ ਤੁਹਾਨੂੰ ਲੱਗ ਰਿਹਾ ਕਿ ਸਰਕਾਰ ਵੱਲੋਂ ਜਿਹੜਾ ਸਾਨੂੰ ਇਹ ਚੱਕਰਾਂ 'ਚ ਪਾਇਆ ਗਿਆ, ਅਸੀਂ ਇਹੀ ਕਹਿ ਸਕਦੇ ਹਾਂ ਮਤਲਬ ਸਰਲ ਤਰੀਕੇ ਨਾਲ, ਹੈ ਨਾ, ਪਹਿਲਾਂ ਆਉਂਦੀ ਹੈ ਗਾਈਡਲਾਈਨ ਜਾਰੀ ਹੁੰਦੀ ਹੈ ਕਿ ਸ਼ਨੀਵਾਰ ਤੇ ਐਤਵਾਰ ਪ੍ਰੋਪਰ ਲਾਕਡਾਊਨ ਜਿਹੜਾ ਰਹੂਗਾ, ਘਰਾਂ ਤੋਂ ਬਾਹਰ ਨਿਕਲਣ ਦੀ ਟੋਟਲੀ ਜਿਹੜੀ ਪਾਬੰਦੀ ਹੋਊਗੀ, ਸਿਰਫ ਤੇ ਸਿਰਫ ਈ ਪਾਸ ਦੇ ਨਾਲ ਜਿਹੜੀ ਐਂਟਰੀ ਆ ਉਹ ਤੁਸੀਂ ਮਤਲਬ ਕਿਤੇ ਵੀ ਜਾ ਸਕਦੇ ਹੈ ਨਾ, ਈ ਪਾਸ ਜ਼ਰੂਰੀ ਕਰ ਦਿੱਤਾ ਗਿਆ। ਫਿਰ ਸ਼ਾਮ ਨੂੰ ਮਤਲਬ ਕਹਿ ਲਓ ਕਿ ਜਦੋਂ ਸਾਨੂੰ ਪਹਿਲਾਂ ਸਾਡੇ ਦਿਮਾਗ 'ਚ ਇਹ ਹੋ ਗਿਆ ਵੀ ਸੈਟਰਡੇ ਬੰਦ ਆ, ਸ਼ਾਮ ਨੂੰ ਨਵੀਂ ਗਾਈਡਲਾਈਨ ਆਉਂਦੀ ਹੈ ਕਿ ਸ਼ਨੀਵਾਰ ਜਿਹੜੀਆਂ 5 ਵਜੇ ਤੱਕ ਦੁਕਾਨਾਂ ਖੁੱਲਣਗੀਆਂ। ਤੁਹਾਨੂੰ ਕੀ ਲੱਗ ਰਿਹਾ ਕਿ ਸਰਕਾਰ ਸਹੀ ਸਮੇਂ ਤੇ ਸਹੀ ਜਿਹੜੀਆਂ ਜਾਣਕਾਰੀਆਂ ਸਾਡੇ ਤੱਕ ਪਹੁੰਚਾਉਣ ਦੇ ਵਿੱਚ ਸਫਲ ਹੋ ਰਹੀ ਹੈ ਜਾਂ ਨਹੀਂ? ਮਨਪ੍ਰੀਤ, ਜੇ ਮੈਂ ਆਪਣੀ ਗੱਲ ਕਰਾਂ, ਬਾਕੀ ਤਾਂ ਸਾਡੇ ਦਰਸ਼ਕ ਆ ਜੋ ਸੁਝਾਅ ਦੇਣਗੇ, ਜੋ ਆਪਣੇ ਵਿਚਾਰ ਦੱਸਣਗੇ, ਆਪਾਂ ਉਹਦੇ ਤੇ ਗੱਲ ਕਰਾਂਗੇ। ਲੇਕਿਨ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਇੱਦਾਂ ਲੱਗਦਾ ਆ ਕਿ ਇੱਕ ਸਰਕਾਰ ਹੁੰਦੀ ਆ ਕਿ ਪਹਿਲਾਂ ਪਾਲਿਸੀ ਬਣਾਉਂਦੀ ਆ, ਫਿਰ ਉਸਦੇ ਘਾਟੇ ਵਾਧੇ ਜਿਹੜੇ ਆ ਉਹ ਸਾਰਿਆਂ ਦੇ ਉੱਤੇ ਜਿਹੜੀ ਆ ਚਰਚਾ ਹੁੰਦੀ ਆ, ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਘੋਖ ਕੇ ਉਸ ਤੋਂ ਬਾਅਦ ਜਿਹੜਾ ਆ ਉਹ ਪਬਲਿਕ ਦੇ ਵਿੱਚ ਅਨਾਉਂਸ ਕੀਤਾ ਜਾਂਦਾ ਬਿਲਕੁਲ। ਬਟ ਇੱਥੇ ਇੱਕ ਚੀਜ਼ ਮੈਨੂੰ ਥੋੜੀ ਜਿਹੀ ਉਲਟ ਲੱਗਦੀ ਆ ਕਿ ਇੱਥੇ ਅਨਾਉਂਸਮੈਂਟ ਪਹਿਲਾਂ ਕੀਤੀ ਜਾਂਦੀ ਆ ਕਿ ਆਪਾਂ ਪ੍ਰੋਗਰਾਮ ਕਰਦੇ ਕਰਦੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਤੇ ਵੀ ਆਪਾਂ ਇਹ ਅਨਾਉਂਸ ਕਰ ਦਿੰਦੇ ਆ ਕਿ ਆਹ ਚੀਜ਼ ਅਸੀਂ ਕਰ ਦਿੱਤੀ ਹੈ ਜਾਂ ਕਰਨ ਜਾ ਰਹੇ ਹਾਂ ਬਿਲਕੁਲ, ਤੇ ਉਸ ਤੋਂ ਬਾਅਦ ਅਫਸਰਸ ਨੂੰ ਕਿਹਾ ਜਾਂਦਾ ਕਿ ਬਈ ਆਹ ਅਨਾਉਂਸਮੈਂਟ ਹੋ ਗਈ ਹੈ ਤੇ ਕੰਮ ਕਰੋ। ਜਦੋਂ ਉਹਦੇ ਤੇ ਚਰਚਾ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਕਿ ਨਹੀਂ, ਆਹ ਤਾਂ ਸੈਟਿੰਗ ਨਹੀਂ ਬੈਠ ਸਕਦੀ ਠੀਕ ਤਰੀਕੇ ਦੇ ਨਾਲ ਸਮਾਜ ਦੇ ਵਿੱਚ, ਤੇ ਇਹਦੇ ਵਿੱਚ ਸਾਨੂੰ ਜਿਹੜਾ ਆ ਲੋਕਾਂ ਦੀ ਜਿਹੜਾ ਆ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ, ਹੱਸੋਹੀਣੀ ਵੀ ਸਾਡੀ ਜਿਹੜੀ ਆ ਉਹ ਹੋ ਸਕਦੀ ਆ ਬਿਲਕੁਲ, ਤੇ ਫਿਰ ਉਹ ਡਿਸੀਜਨ ਜਿਹੜੇ ਆ ਉਹ ਚੇਂਜ ਕਰ ਦਿੱਤੇ ਜਾਂਦੇ ਆ। ਲੇਕਿਨ ਉਹਦੇ ਵਿੱਚ ਫਰਕ ਕੀ ਪਿਆ ਕਿ ਮਨਪ੍ਰੀਤ, ਜਦੋਂ ਅਨਾਉਂਸਮੈਂਟਸ ਕੀਤੀਆਂ ਗਈਆਂ ਪਹਿਲਾਂ ਤਾਂ ਬੜੇ ਦਿਨਾਂ ਤੋਂ ਇੱਕ ਰਿਊਮਰ ਜਿਹੜੀ ਆ ਇਹ ਉੱਡਦੀ ਪਈ ਸੀ ਕਿ 15 ਤਰੀਕ ਤੋਂ ਦੁਬਾਰਾ ਪੰਜਾਬ ਦੇ ਵਿੱਚ ਲਾਕਡਾਊਨ ਲੱਗਣ ਜਾ ਰਿਹਾ ਹੈ ਨਾ, ਜਦੋਂ ਕਿ ਇਹ ਇੱਕ ਅਫਵਾਹ ਆ। ਹਾਲੇ ਤੱਕ ਕਿਸੇ ਸਰਕਾਰ ਨੇ ਕੋਈ ਇਦਾਂ ਦਾ ਫੈਸਲਾ ਨਹੀਂ ਲਿਆ, ਇਸ ਕਰਕੇ ਹਾਲੇ ਤੱਕ ਅਸੀਂ ਇਹਨੂੰ ਇੱਕ ਅਫਵਾਹ ਲੈ ਕੇ ਚੱਲਦੇ ਹਾਂ। ਲੇਕਿਨ ਦੂਜੇ ਪਾਸੇ ਜਦੋਂ ਇਹ ਚੱਲਦੀ ਪਈ ਸੀ ਉਦੋਂ ਹੀ ਕੈਪਟਨ ਸਾਹਿਬ ਨੇ ਜਦੋਂ ਲਾਈਵ ਹੋਇਆ ਉਹਨਾਂ ਨੇ ਉਦੋਂ ਗੱਲ ਕਰਦਿਆਂ ਇਹ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਜਿਹੜਾ ਆ ਪ੍ਰੋਪਰ ਲਾਕਡਾਊਨ ਰਹੇਗਾ। ਹੋਰ ਵੀ ਕਈ ਜਿਹੜੀਆਂ ਆ ਇਸ ਸੰਬੰਧੀ ਗੱਲਾਂ ਕੀਤੀਆਂ, ਲੇਕਿਨ ਉਹ ਗੱਲਾਂ ਪਹਿਲਾਂ ਕਰ ਦਿੱਤੀਆਂ, ਉੱਥੇ ਡਿਸੀਜਨ ਦੇ ਉੱਤੇ ਚਰਚਾ ਬਾਅਦ ਚ ਹੋਈ। ਆਪਾਂ ਇਹ ਗੱਲ ਜਿਹੜੀ ਆ ਹਜੇ ਅੱਗੇ ਜਾਰੀ ਰੱਖਾਂਗੇ। ਪਹਿਲਾਂ ਸਾਡੇ ਇੱਕ ਕਾਲਰ ਜਿਹੜੇ ਨੇ ਉਹ ਜੁੜ ਗਏ ਨੇ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹਾਂਜੀ ਸਰ, ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ? ਹਾਂਜੀ, ਹਰਜਿੰਦਰ ਬੋਲ ਰਿਹਾ ਜੀ। ਹਾਂਜੀ ਹਾਂਜੀ, ਹਰਜਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਸਰ ਮੈਂ ਅੱਜ ਇਹੀ ਕਹਿਣਾ ਚਾਹੁੰਦਾ ਹਾਂ ਕਿ ਦੇਖੋ, ਅੱਜ ਕਿਉਂਕਿ ਸਰਕਾਰ ਨੇ ਕੱਲ ਜਿਹੜਾ ਲੋਕਡਾਊਨ ਕਿਹਾ ਸੀਗਾ, ਸੈਟਰਡੇ ਐਂਡ ਸੰਡੇ ਲੋਕਡਾਊਨ ਹੋਵੇਗਾ, ਉਹਦੇ ਨਾਲ ਕਿਉਂਕਿ ਸੀਐਮ ਸਾਹਿਬ ਜੀ ਬਹੁਤ ਵੱਡੇ ਅਹੁਦੇ ਤੇ ਆ ਪੰਜਾਬ ਦੇ, ਬਿਲਕੁਲ ਉਹਨਾਂ ਨੂੰ ਪਹਿਲਾਂ ਹੀ ਵੈਰੀਫਾਈ ਕਰਕੇ ਵੀ ਅਸੀਂ ਕੀ ਅੱਜ ਗਾਈਡਲਾਈਨ ਦੇਣੀ ਆ, ਉਹ ਸਰਕਾਰ ਜਿਹੜੇ ਲੋਕਾਂ ਪਬਲਿਕ ਵਿੱਚ ਦੇਣੀ ਆ, ਉਹ ਕੀ ਕੰਫਰਮ ਕਰਕੇ ਜਿਹੜੇ ਪਬਲਿਕ ਉਹਦੇ ਤੇ ਯਾਨੀ ਕਿ ਜਿਹੜਾ ਧਿਆਨ ਨਾਲ ਉਹ ਦੇਖੇ ਤੇ ਉਸ ਤੋਂ ਬਾਅਦ ਉਹ ਆਪਣਾ ਸ਼ਡਿਊਲ ਬਣਾਵੇ। ਕਿਉਂਕਿ ਦੇਖੋ ਕੱਲ ਉਹਨਾਂ ਨੇ ਕਹਿ ਦਿੱਤਾ ਕਿ 5 ਵਜੇ ਕੱਲ ਦੁਕਾਨਾਂ ਸੈਟਰਡੇ ਸੰਡੇ ਬੰਦ ਰਹਿਣਗੀਆਂ, ਔਰ ਸ਼ਾਮੀ ਮੀਡੀਆ ਥਰੂ ਪਤਾ ਲੱਗਦਾ ਹੈ ਕਿ 5 ਵਜੇ ਤੱਕ ਦੁਕਾਨਾਂ ਰਹਿਣਗੀਆਂ ਖੁੱਲੇ 5 ਵਜੇ ਤੱਕ ਖੁੱਲਣਗੀਆਂ। ਲੇਕਿਨ ਅਸੀਂ ਕਸਟਮਰ ਨੂੰ ਇਹ ਗੱਲ ਕਹਿਤੀ ਕਿ ਜੀ ਮੰਡੇ ਦੁਕਾਨਾਂ ਓਪਨ ਹੋਣਗੀਆਂ। ਅੱਜ ਦੇਖੋ ਤੁਸੀਂ ਮਾਰਕੀਟ ਦੇ ਵਿੱਚ ਕੋਈ ਗਾਹਕ ਨਹੀਂ ਹੈਗਾ, ਦੁਕਾਨਾਂ ਖੁੱਲੀਆਂ ਹੋਈਆਂ ਤੇ ਲੋਕਾਂ ਦੇ ਖਰਚੇ ਪੈ ਰਹੇ। ਬਿਲਕੁਲ ਪੈ ਰਹੇ ਜੀ, ਜਿਹੜਾ ਲੋਕ ਬਿਲਕੁਲ ਜੀ। ਹੈਲੋ ਬੰਦ ਹੀ ਕਰ ਦਿਓ। ਹੈਲੋ ਹੈਲੋ, ਹਾਂਜੀ ਹਾਂਜੀ, ਅਸੀਂ ਇਹ ਕਹਿ ਰਹੇ ਹਾਂ ਸਰ ਕਿ ਸੈਟਰਡੇ ਸੰਡੇ ਦੁਕਾਨਾਂ ਬੰਦ ਜੇ ਕਰਨੀਆਂ ਤੇ ਕਰ ਦੇਣਾ, ਕੋਈ ਦਿੱਕਤ ਨਹੀਂ, ਕਿਉਂਕਿ ਗਰਮੀ ਦਾ ਮੌਸਮ ਆ। ਬਾਜ਼ਾਰ ਦੇ ਵਿੱਚ ਜਿਹੜਾ ਦੁਪਹਿਰ ਵੇਲੇ ਕਸਟਮਰ ਬਿਲਕੁਲ ਨਹੀਂ ਹੁੰਦਾ, ਪਰ ਅੱਜ ਵੀ ਸਵੇਰ ਤੋਂ ਦੁਕਾਨਦਾਰ ਆ ਕੇ ਬੈਠੇ ਆ, ਉਹਨਾਂ ਦਾ ਖਰਚਾ ਪੈ ਰਿਹਾ, ਲੇਕਿਨ ਮਾਰਕੀਟ ਦੇ ਵਿੱਚ ਜੋ ਕਸਟਮਰ ਆ ਉਹ ਹੈ ਨਹੀਂ। ਬਿਲਕੁਲ ਜੀ। ਤੇ ਇਸ ਕਰਕੇ ਜਿਹੜਾ ਸੀਐਮ ਸਾਹਿਬ ਦਾ ਜਿਹੜਾ ਅਹੁਦਾ ਬਹੁਤ ਵੱਡਾ ਆ, ਲੇਕਿਨ ਜੋ ਵੀ ਉਹ ਗਾਈਡਲਾਈਨ ਦਿੰਦੇ ਆ ਉਹ ਪ੍ਰੋਪਰ ਤੌਰ ਤੇ ਡਿਸਕਸ ਕਰਕੇ ਹੀ ਪ੍ਰੋਪਰ ਤੌਰ ਤੇ ਦੱਸਣ ਕਿ ਜਿਹੜਾ ਲੋਕੀ ਹਰਾਸ਼ਮੈਂਟ ਨਾ ਹੋਣ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਹਾਂਜੀ, ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ ਸਰ। ਹਾਂਜੀ, ਦੇਖੋ ਇਹਨਾਂ ਨੇ ਵੀ ਜਦੋਂ ਲੇਟ ਗਾਈਡਲਾਈਨਸ ਆਈਆਂ ਦੁਬਾਰਾ ਜਿਹੜੀਆਂ ਨਵੀਆਂ ਆਈਆਂ, ਅੱਧਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਸੈਟਰਡੇ 5 ਵਜੇ ਤੱਕ ਜਿਹੜੀਆਂ ਸ਼ਾਪਾਂ ਖੁੱਲ ਰਹੀਆਂ ਨੇ, ਹਨਾ। ਕਿਸੇ ਆਮ ਬੰਦੇ ਦੀ ਤਾਂ ਮੈਂ ਕੀ ਗੱਲ ਕਰਦਾ ਆ, ਮੈਂ ਨਾਮ ਲਏ ਬਗੈਰ ਜਿਹੜਾ ਇੱਥੇ ਕਹਿਣਾ ਚਾਹਾਂਗਾ, ਮੇਰਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੜੇ ਸੀਨੀਅਰ ਜਿਹੜੇ ਅਹੁਦਿਆਂ ਤੇ ਨੇ, ਉਹਨਾਂ ਦੇ ਨਾਲ ਵੀ ਇਸ ਟੌਪਿਕ ਤੇ ਗੱਲ ਹੋਈ ਤਾਂ ਉਹਨਾਂ ਨੇ ਵੀ ਦੁਪਹਿਰ ਤੱਕ ਇਹੀ ਕਿਹਾ ਕਿ ਜਿਹੜੀਆਂ ਆ ਕੱਲ੍ਹ ਨੂੰ ਦੁਕਾਨਾਂ ਬੰਦ ਰਹਿਣਗੀਆਂ, ਲੇਕਿਨ ਆਫੀਸ਼ੀਅਲ ਜਿਹੜਾ ਆਰਡਰ ਆ ਉਹ ਸ਼ਾਮ ਤੱਕ ਆਉਣਗੇ। ਤੇ ਸ਼ਾਮ ਨੂੰ ਤਕਰੀਬਨ 6 ਵਜੇ ਦੇ ਕਰੀਬ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਸੀਐਮਓ ਤੋਂ, ਚੀਫ ਮਿਨਿਸਟਰ ਆਫਿਸ ਤੋਂ, ਕਿ ਬਈ ਆਹ ਗਾਈਡਲਾਈਨਸ ਨੇ। ਉਸ ਤੋਂ ਬਾਅਦ ਵੀ ਇਹ ਰਿਟਨ ਆਰਡਰ ਜਿਹੜੇ ਆ ਉਹ ਰਾਤ ਨੂੰ ਕਈ ਡਿਸਟ੍ਰਿਕਟ ਦੇ ਵਿੱਚ ਰਾਤੀ 9-9 10-10 ਵਜੇ ਜਾ ਕੇ ਜਾਰੀ ਹੋਏ ਆ, ਉਹੀ ਨਾ, ਹਨਾ। ਤੇ ਪਰ ਸਾਡੇ ਕੋਲ ਕਾਲਰ ਇੱਕ ਜੁੜ ਗਏ ਨੇ। ਹੈਲੋ ਹੈਲੋ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹੈਲੋ, ਹਾਂਜੀ ਹਾਂਜੀ, ਸਵਾਗਤ ਹੈ ਜੀ। ਹੈਲੋ, ਹਾਂਜੀ ਹਾਂਜੀ ਹਾਂਜੀ, ਆਵਾਜ਼ ਪਹੁੰਚ ਰਹੀ ਜੀ? ਹਾਂਜੀ, ਬਿਲਕੁਲ ਪਹੁੰਚ ਰਹੀ ਜੀ। ਹਾਂਜੀ, ਤੁਹਾਡਾ ਇੱਕ ਨਜ਼ਰ ਪ੍ਰੋਗਰਾਮ ਦੇਖ ਰਹੇ ਸੀਗੇ ਜੀ। ਹਾਂਜੀ, ਇਹ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਸਾਨੂੰ। ਥੈਂਕ ਯੂ ਜੀ। ਸ਼ਲਾਘਾਯੋਗ ਆ ਵੀ ਸਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ, ਪ੍ਰਸ਼ਾਸਨ ਤੱਕ ਪਹੁੰਚੂਗੀ। ਹਾਂਜੀ, ਤੇ ਅਸੀਂ ਆ ਲੋਕਡਾਊਨ ਬਾਰੇ ਕਰਦੇ ਆ ਗੱਲ ਤੁਹਾਡੇ ਨਾਲ। ਤੇ ਪਹਿਲਾਂ 2 ਦਿਨ ਪਹਿਲਾਂ ਕਹਿ ਦਿੱਤਾ ਵੀ ਸ਼ਨੀਵਾਰ ਤੇ ਐਤਵਾਰ ਬੰਦ ਰਹੇਗਾ, ਤੇ ਮੁੜ ਕੇ 7 ਵਜੇ ਕਹਿ ਦਿੱਤਾ ਜੀ ਬਾਜ਼ਾਰ ਖੁੱਲੂਗਾ। ਤੇ ਇਹਦੇ ਨਾਲ ਦੇਖੋ ਦੁਕਾਨਦਾਰ ਵੀ ਬੜੇ ਪਰੇਸ਼ਾਨ ਆ। ਇਹ ਤਾਂ ਨਾ ਮਤਲਬ ਕਿ ਜਿੱਦਾਂ ਇੱਕ ਮਿੱਠੀ ਜ਼ਹਿਰ ਹੁੰਦੀ ਹੈ, ਇਹ ਮਿੱਠੀ ਸਜ਼ਾ ਦੇ ਦਿੱਤੀ ਦੁਕਾਨਦਾਰਾਂ ਨੂੰ। ਲੋਕਾਂ ਨੂੰ ਕਹਿੰਦਾ ਘਰੋਂ ਬਾਹਰ ਨਾ ਆਈਓ, ਤੇ ਦੁਕਾਨਾਂ ਵਾਲਿਆਂ ਨੂੰ ਕਹਿੰਦਾ ਦੁਕਾਨਾਂ ਖੋਲ ਲਓ। ਹੁਣ ਬੈਠਿਆਂ ਦਾ ਫਾਇਦਾ ਕੀ ਆ? ਹੁਣ ਪ੍ਰਸ਼ਾਸਨ ਲਈ ਹਾਂਜੀ ਹਾਂਜੀ ਹਾਂਜੀ, ਬੋਲੋ ਜੀ। ਪ੍ਰਸ਼ਾਸਨ ਲਈ ਇਹ ਬਹੁਤ ਮਾੜੀ ਗੱਲ ਆ ਵੀ ਟੀਵੀ ਦੀ ਆਵਾਜ਼ ਘੱਟ ਕਰੋ, ਪਿੱਛੇ ਆਵਾਜ਼ ਆ ਰਹੀ ਹੈ ਜਨਾਬ। ਇਹ ਆ ਵੀ ਇਹ ਆਪਣੇ ਨਾ ਮਤਲਬ ਇੱਕ ਸਮਝ ਸੋਚ ਕੇ ਚੱਲਣਾ ਚਾਹੀਦਾ, ਦੱਸਣਾ ਚਾਹੀਦਾ। ਹੁਣ ਦੇਖੋ ਇੱਥੇ ਸਾਰੇ ਦੁਕਾਨਦਾਰ ਨੇ ਆਪਣੇ ਵਰਕਰ ਸੱਦੇ ਆ, ਅਸੀਂ ਆਏ ਆ, ਬੱਤੀ ਦਾ ਖਰਚਾ, ਹੋਰ ਖਰਚਾ, ਵਰਕਰਾਂ ਦਾ ਖਰਚਾ ਪੈ ਰਿਹਾ ਵਾ। ਬਿਲਕੁਲ ਜੀ। ਤੇ ਆ ਦੁਕਾਨਾਂ ਦੇ ਮੂਹਰੇ ਜਿਹੜੇ ਆ ਬਾਜ਼ਾਰਾਂ ਦੇ ਮੂਹਰੇ ਉਹਨਾਂ ਨੇ ਰਸਤੇ ਰੋਕ ਦਿੱਤੇ ਆ, ਕੋਈ ਆਉਣ ਜਾਣ ਦਾ ਲੋਕਾਂ ਦਾ ਸਾਧਨ ਕੋਈ ਨਹੀਂ ਗਾ। ਅੱਛਾ, ਰੋਡ ਬੰਦ ਕਰ ਦਿੱਤੇ। ਤੇ ਸਾਡੀ ਆਵਾਜ਼ ਤੁਸੀਂ ਸਰਕਾਰ ਤੱਕ ਪਹੁੰਚਾਓ। ਤੁਹਾਡਾ ਇੱਕ ਨਜ਼ਰ ਪ੍ਰੋਗਰਾਮ ਦੇਖਿਆ, ਬਹੁਤ ਵਧੀਆ ਲੱਗਾ। ਸਾਡਾ ਦਿਲ ਕੀਤਾ ਵੀ ਤੁਹਾਡੇ ਨਾਲ ਅਸੀਂ ਆਪਣਾ ਜਿਹੜਾ ਦੁੱਖ ਸਾਂਝਾ ਕਰੀਏ। ਮੈਂ ਸਾਰੀ ਮਾਰਕੀਟ ਵੱਲੋਂ ਆਪ ਜੀ ਨੂੰ ਬੇਨਤੀ ਕਰੂੰਗਾ ਵੀ ਸਾਡੀ ਜਿਹੜੀ ਗੱਲ ਆ ਇਹ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ। ਸਿਲਮਾ ਰੋਡ, ਮੈਂ ਸਿਲਮਾ ਰੋਡ ਤੋਂ ਬੋਲ ਰਿਹਾ ਜੀ, ਸਿਲਮਾ ਰੋਡ ਦੇ ਆ ਮਾਰਕੀਟ ਵੱਲੋਂ, ਵੀ ਸਾਡੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ। ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਜਦੋਂ ਵੀ ਦੁਕਾਨਦਾਰ ਜਿਹਦੀ ਵੀ ਕਾਲ ਆ ਰਹੀ ਆ ਨਾ, ਉਹ ਗੱਲ ਇੱਕ ਇਹੀ ਆ ਕਿ ਦੇਖੋ ਚੇਂਜਸ ਕੀ ਆਈਆਂ। ਬਿਲਕੁਲ ਚੇਂਜਸ ਇਹ ਆਈਆਂ ਕਿ ਸਾਡੇ ਜਿਹੜੇ ਦਰਸ਼ਕ ਦੂਜੇ ਆਪਣੇ ਲੋਕ ਨੇ ਜਿਹੜੇ ਪੰਜਾਬ ਦੇ ਵਸਿੰਦੇ ਨੇ, ਇੱਕ ਚੇਂਜ ਤਾਂ ਇਹ ਆਈ ਕਿ ਉਹਨਾਂ ਦੇ ਮਨ 'ਚ ਦਹਿਸ਼ਤ ਪਾ ਦਿੱਤੀ ਗਈ। ਜਿਹੜਾ ਫਿਕਰ ਉਹਨਾਂ ਨੂੰ ਇਹ ਸੀ ਕਿ 15 ਤਰੀਕ ਤੋਂ ਲੋਕਡਾਊਨ ਲੱਗ ਸਕਦਾ ਆ, ਹਨਾ, ਜਿਹੜੀ ਚੀਜ਼ ਦਾ ਡਰ ਸੀ, ਉਹ ਇੱਕ ਟ੍ਰਾਇਲ ਦੇ ਤੌਰ ਦੇ ਉੱਤੇ, ਜਿੱਦਾਂ ਅੱਗੇ ਕਿਹਾ ਗਿਆ ਸੀ ਕਿ ਜਨਤਾ ਕਰਫਿਊ ਲੱਗੂਗਾ, ਉਸ ਤੋਂ ਬਾਅਦ ਪੱਕਾ ਹੀ ਕਰਫਿਊ ਲੱਗਾ ਰਹਿ ਗਿਆ। ਉਹ ਡਰ ਜਿਹੜਾ ਆ ਲੋਕਾਂ ਦੇ ਮਨ ਵਿੱਚ ਦੁਬਾਰਾ ਉਹੀ ਖੜਾ ਹੋ ਗਿਆ ਵੀ ਕਿਤੇ ਫੇਰ ਤੌਰ ਦੇ ਉੱਤੇ ਲੋਕਡਾਊਨ ਨਾ ਲੱਗ ਜਾਵੇ। ਸ਼ੁੱਕਰਵਾਰ ਹੁਣ ਅਗਰ ਆਪਾਂ ਕੱਲ ਦੀ ਗੱਲ ਕਰਦੇ ਹਾਂ, ਕੱਲ ਜਿੰਨੀਆਂ ਕਰਿਆਨੇ ਦੀਆਂ ਦੁਕਾਨਾਂ ਸੀ
ਜਾਂ ਹੋਰ ਜ਼ਰੂਰੀ ਵਸਤਾਂ ਦੀਆਂ ਜਿਹੜੀਆਂ ਦੁਕਾਨਾਂ ਸੀਗੀਆਂ ਜੀ ਉਹ ਸਾਰਿਆਂ ਦੇ ਉੱਤੇ ਮਨਪ੍ਰੀਤ ਕਿ ਰਸ਼ ਜਿਹੜਾ ਸੀ ਉਹ ਇੱਕਦਮ ਜ਼ਿਆਦਾ ਵੱਧ ਗਿਆ। ਬਿਲਕੁਲ। ਉਹਦੇ ਨਾਲ ਇੱਕ ਤਾਂ ਜਿਹੜੀ ਸੋਸ਼ਲ ਡਿਸਟੈਂਸ ਸੀ ਉਹ ਖਤਮ ਹੋ ਗਿਆ। ਮੈਂ ਕਹਿੰਦਾ ਮੇਨਟੇਨ ਹੋ ਹੀ ਨਹੀਂ ਸਕਦਾ ਉਹ ਹੈ। ਸੋਸ਼ਲ ਡਿਸਟੈਂਸ ਖਤਮ ਹੋ ਗਿਆ। ਲੋਕੀ ਆਪਣੇ ਘਰਾਂ ਤੋਂ ਨਿਕਲ ਕੇ ਜਿਹੜਾ ਆ ਸਮਾਨ ਲੈਣ ਦੇ ਲਈ ਆ ਗਏ। ਉਹੀ ਵੀ ਸੈਟਰਡੇ ਸੰਡੇ ਬੰਦ ਰਹਿਣਾ ਤਾਂ ਅਸੀਂ ਜੋ ਡਰ ਲੋਕਾਂ ਨੂੰ ਇਹ ਸੀ, ਮੈਨੂੰ ਖੁਦ ਨੂੰ ਕਿੰਨੀਆਂ ਕਾਲਸ ਆਈਆਂ ਕਿ ਬਈ ਕੀ ਸੋਮਵਾਰ ਤੋਂ ਪੱਕੇ ਤੌਰ ਦੇ ਉੱਤੇ ਬੰਦ ਹੋ ਰਿਹਾ ਹੈ। ਤੇ ਮੈਨੂੰ ਘੱਟ ਤੋਂ ਘੱਟ ਵੀ ਆਪਾਂ ਗੱਲ ਕਰੀਏ 10 ਤੋਂ 15 ਕਾਲਸ ਕੱਲ ਦੇ ਦਿਨ ਦੇ ਵਿੱਚ ਆਈਆਂ, ਜਿਨ੍ਹਾਂ ਨੂੰ ਮੈਂ ਇਹੀ ਸਮਝਾਉਂਦਾ ਰਿਹਾ ਵੀ ਕੁਝ ਵੀ ਇਦਾਂ ਦਾ ਹਜੇ ਸਰਕਾਰ ਦਾ ਮੂਡ ਨਹੀਂ ਹੈਗਾ ਕਿ ਪੱਕੇ ਤੌਰ ਤੇ ਕੋਈ ਬੰਦ ਕੀਤਾ ਜਾਵੇ। ਇਹ ਪੋਸੀਬਲ ਨਹੀਂ ਲੱਗਦਾ। ਲੇਕਿਨ ਲੋਕਡਾਊਨ ਵਧਾਇਆ ਗਿਆ ਹੈ, ਲੋਕਡਾਊਨ ਦੇ ਉੱਤੇ ਹੋਰ ਸਖਤੀ ਕੀਤੀ ਜਾਵੇਗੀ। ਲੇਕਿਨ ਗੱਲ ਇਹ ਆ ਕਿ ਜੇ ਇੰਨੀ ਸਖਤੀ ਹੋਏਗੀ ਤੇ ਦੁਕਾਨਾਂ ਖੋਲ੍ਹਣ ਦਾ ਫਾਇਦਾ ਕੀ ਹੋਇਆ ਕਿ ਆਪਾਂ ਗਾਹਕ ਨੂੰ ਕਹਿਤਾ ਕਿ ਤੁਸੀਂ ਘਰੋਂ ਨਹੀਂ ਨਿਕਲ ਸਕਦੇ, ਦੁਕਾਨਦਾਰ ਨੂੰ ਕਹਿਤਾ ਦੁਕਾਨ ਖੋਲ ਲਓ। ਉਹ ਤਾਂ ਦੁਕਾਨਦਾਰ ਨੂੰ ਟੌਰਚਰ ਕਰਨ ਵਾਲੀ ਗੱਲ ਆ ਗਈ ਹਨਾ। ਉਹ ਤਾਂ ਹੁਣ ਲੋਕੀ ਇਹੀ ਆ ਕਿ ਵੀ ਦੁਕਾਨਾਂ ਬੰਦ ਹੋਣੀਆਂ, ਉਹ ਆਪਣੀ ਪਲੈਨਿੰਗ ਕਰ ਲੈਂਦੇ ਆ, ਸਭ ਕੁਝ ਕਰ ਲੈਂਦੇ ਆ ਤੇ ਦੁਕਾਨਾਂ ਜਿਹੜੀਆਂ ਨੇ ਉਹ ਖੁੱਲੀਆਂ ਨੇ। ਉਹ ਗੱਲ ਸਹੀ ਆ, ਉਹਨਾਂ ਨੂੰ ਖਰਚੇ ਹੀ ਪੈ ਰਹੇ ਆ ਤੇ ਨੁਕਸਾਨ ਵੀ ਜਿਹੜਾ ਆ ਉਹ ਝੱਲਣਾ ਪੈ ਰਿਹਾ। ਤੁਸੀਂ ਦੇਖੋ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉੱਤੇ ਵਿਸ਼ੇਸ਼ ਲਿਖਿਆ ਗਿਆ ਵੀ ਆ ਤੁਸੀਂ ਕਰ ਸਕਦੇ ਆ ਤੁਹਾਨੂੰ ਮਨਾਹੀ ਹੈ ਹਨਾ। ਉਹਦੇ ਤੇ ਜਿਹੜੀ ਇੱਕ ਲਾਈਨ ਵੱਡੀ ਲਿਖੀ ਗਈ, ਮੈਨੂੰ ਉਹਦੀ ਗੱਲ ਨਹੀਂ ਸਮਝ ਲੱਗੀ ਕਿ ਰੈਸਟੋਰੈਂਟ ਤੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਰਾਤੀ 8 ਵਜੇ ਤੱਕ ਖੁੱਲੇ ਰਹਿਣਗੇ। ਜਦ ਆਵਾਜਾਈ ਬੰਦ ਆ, ਸਾਨੂੰ ਪਰਮਿਸ਼ਨ ਨਹੀਂ ਬਾਹਰ ਨਿਕਲਣ ਦੀ, ਤਾਂ ਫਿਰ ਉੱਥੇ ਕਿਹਨੇ ਜਾਣਾ? ਹੁਣ ਰੈਸਟੋਰੈਂਟ ਤੇ ਠੇਕਿਆਂ ਦੀ ਗੱਲ ਆ, ਚਲੋ ਅੱਜ ਤਾਂ ਹਜੇ ਮੈਂ ਕਹਿੰਦਾ ਕਿ 5 ਵਜੇ ਤੱਕ ਦੁਕਾਨਾਂ ਖੁੱਲੀਆਂ ਨੇ, ਲੋਕੀ ਆਪਣੇ ਘਰਾਂ ਤੋਂ ਵੀ ਚਲੋ ਨਿਕਲ ਕੇ ਸਮਾਨ ਲੈਣ ਲਈ ਕੋਈ ਨਾ ਕੋਈ ਆ ਜਾਣਗੇ। ਹੁਣ ਜੇ ਕੱਲ੍ਹ ਨੂੰ ਰੈਸਟੋਰੈਂਟ ਤੇ ਠੇਕੇ ਜਿਹੜੇ ਆ ਉਹ ਖੁੱਲੇ ਆ ਸੰਡੇ ਵਾਲੇ ਦਿਨ, ਲੋਕਾਂ ਦੇ ਬਾਹਰ ਨਿਕਲਣ ਤੇ ਪਾਬੰਦੀ ਆ ਹਨਾ। ਲੋਕਾਂ ਦੇ ਬਾਹਰ ਨਿਕਲਣ ਦੇ ਰੈਸਟੋਰੈਂਟ ਤਾਂ ਹੋਮ ਡਿਲੀਵਰੀ ਦੇ ਦੇਣਗੇ, ਸ਼ਰਾਬ ਵਾਲਿਆਂ ਨੇ ਹਜੇ ਤੱਕ ਸ਼ੁਰੂ ਨਹੀਂ ਕੀਤੀ। ਤੇ ਕੀ ਕੋਈ ਕਹਿ ਸਕਦਾ ਆ ਕਿਸੇ ਵੀ ਨਾਕੇ ਦੇ ਉੱਤੇ ਜਾ ਕੇ ਅਗਰ ਉਹਨੂੰ ਰੋਕਿਆ ਜਾਵੇ ਕਿ ਬਈ ਤੂੰ ਕਿੱਥੇ ਚੱਲਾ ਆ, ਜੇ ਪੁਲਿਸ ਵਾਲੇ ਪੁੱਛਣਗੇ ਤਾਂ ਕਹਿਣਗੇ ਜੀ ਮੈਂ ਤਾਂ ਆਪਣੇ ਲਈ ਪਊਆ ਲੈਣ ਚੱਲਿਆ। ਇਹ ਕੀ ਪੁਲਿਸ ਉਹਨੂੰ ਜਾਣ ਦੇ ਦੇਗੀ? ਉਹੀ ਤਾਂ ਗੱਲ ਹੈ ਨਾ। ਕੀ ਉਹ ਜੇ ਸ਼ਰਾਬ ਦੀ ਬੋਤਲ ਉਹਦੇ ਹੱਥ 'ਚ ਪੜੀ ਆ ਉਹਨੂੰ ਕਰਫਿਊ ਪਾਸ ਮੰਨਿਆ ਜਾਏਗਾ? ਇਹ ਜਿਹੜੀਆਂ ਪਰ ਸਰ ਜਿਹੜੀ ਇਹ ਗਾਈਡਲਾਈਨ ਆ, ਤੁਸੀਂ ਇਹ ਦੇਖੋ ਇਸ ਕੋਵਿਡ-19 ਦੇ ਦੌਰ ਦੇ ਵਿੱਚ ਜਿੰਨੇ ਵੀ ਹੁਣ ਤੱਕ ਲਾਕਡਾਊਨ ਲੱਗੇ ਆ, ਸਾਨੂੰ ਖੁੱਲ੍ਹ ਮਿਲੀ ਆ, ਜ਼ਿਆਦਾਤਰ ਜਿਹੜਾ ਕਹਿ ਲਓ ਕਿ ਇਹ ਸ਼ਰਾਬ ਨੂੰ ਲੈ ਕੇ ਮੁੱਦੇ ਜ਼ਿਆਦਾ ਉੱਭਰ ਕੇ ਬਾਹਰ ਆਏ ਆ। ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਚੰਗਾ ਮੈਸੇਜ ਨਹੀਂ ਹੈਗਾ, ਕਿਉਂਕਿ ਸਾਰਿਆਂ ਦੇ ਦਿਮਾਗ 'ਚ ਇਹੀ ਹੈ ਕਿ ਜੇਕਰ ਸਾਡੀ ਪੂਰੀ ਸਰਕਾਰ, ਅਸੀਂ ਜੇਕਰ ਘਰਾਂ ਦੇ ਵਿੱਚ ਬਹਿ ਕੇ ਖਾ ਰਹੇ ਹਾਂ ਸਿਰਫ ਤੇ ਸਿਰਫ ਇੱਕ ਸ਼ਰਾਬ ਦੇ ਨਾਲ, ਉੱਥੋਂ ਹੀ ਸਾਨੂੰ ਮੁਨਾਫਾ ਹੋ ਰਿਹਾ, ਹੋਰ ਕੋਈ ਕੰਮ ਕਰਨ ਵਾਲਾ ਹੀ ਨਹੀਂ ਹੈਗਾ। ਹਜੇ ਤੱਕ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਜੋ ਵੀ ਤੁਹਾਡੇ ਵਿਚਾਰ ਹੈਗੇ ਆ, ਜੋ ਲੋਕਡਾਊਨ ਸੰਬੰਧੀ ਗਾਈਡਲਾਈਨਸ ਆਈਆਂ ਆ, ਜੋ ਤਰੀਕੇ ਵਰਤੇ ਗਏ ਆ ਲੋਕਡਾਊਨ ਨੂੰ ਲੈ ਕੇ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਜ਼ਰੂਰ ਆ ਕੇ ਦੱਸੋ। ਕਾਲ ਕਰੋ 018 24 508 709 380 113 ਹੈ ਨਾ। ਮਨਪ੍ਰੀਤ, ਅਗਰ ਗੱਲ ਕਰਦੇ ਆ ਕਿ ਜਿਹੜੀ ਇੱਕ ਚੀਜ਼ ਮੈਨੂੰ ਥੋੜੀ ਜਿਹੀ ਸਮਝ ਆਈ ਹੈ ਸਾਰੀ ਲੋਕਡਾਊਨ ਕਿ ਜਿਹੜਾ ਡਿਸਟ੍ਰਿਕਟ ਤੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਸ਼ਨੀਵਾਰ ਤੇ ਐਤਵਾਰ, ਸ਼ਨੀਵਾਰ ਸ਼ਾਮ ਨੂੰ ਕਹਿ ਦਿੰਦੇ ਚਲੋ ਠੀਕ ਸੀ, ਮਤਲਬ 5 ਵਜੇ ਤੋਂ ਬਾਅਦ। ਉਹਦੇ ਇੱਕ ਚੀਜ਼ ਇਹ ਥੋੜੀ ਜਿਹੀ ਹੈਗੀ ਆ ਕਿ ਜਿਹੜੇ ਲੋਕ ਇਹ ਸੋਚਦੇ ਸੀ ਕਿ ਬਈ ਆਪਾਂ 6 ਦਿਨ ਕੰਮ ਕੀਤਾ ਆ, 7ਵੇਂ ਦਿਨ ਫੈਮਿਲੀ ਦੇ ਨਾਲ ਕਿਸੇ ਰਿਸ਼ਤੇਦਾਰਾਂ ਦੇ ਘੁੰਮਣ ਚੱਲ ਜਾਈਏ, ਉਹਦੇ ਨਾਲ ਜਿਹੜਾ ਆ ਕਰੋਨਾ ਸਪਰੈਡ ਹੋਣ ਦੇ ਚਾਂਸਸ ਆ ਬਹੁਤ ਜ਼ਿਆਦਾ ਵੱਧ ਜਾਂਦੇ ਆ ਹਨਾ। ਕਿ ਤੁਸੀਂ ਕਿਤੇ ਜਲੰਧਰ ਗਏ ਆ ਜਾਂ ਅੰਮ੍ਰਿਤਸਰ ਆ, ਕੱਲ 34 ਕੇਸ ਆਇਆ, ਹੁਣ ਤੁਸੀਂ ਅੰਮ੍ਰਿਤਸਰ ਜਾ ਕੇ ਆਉਂਦੇ ਹੋ, ਰੱਬ ਨਾ ਕਰੇ ਕਦੀ ਤੁਸੀਂ ਉੱਦਾਂ ਦੇ ਕਿਸੇ ਸੰਪਰਕ 'ਚ ਆ ਜਾਓ, ਉੱਥੋਂ ਤੁਸੀਂ ਲੈ ਕੇ ਫਗਵਾੜੇ ਆ ਗਏ ਜਾਂ ਕਿਸੇ ਆਪਣੇ ਹੋਰ ਸ਼ਹਿਰ ਚਲੇ ਗਏ ਨਾ, ਤੇ ਪਰ ਕਾਲਰ ਸਾਡੇ ਕੋਲ ਜੁੜੇ ਨੇ, ਆਪਾਂ ਗੱਲ ਜਾਰੀ ਰੱਖਾਂਗੇ। ਹੈਲੋ ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਨਮਸਕਾਰ ਜੀ। ਨਮਸਕਾਰ ਜੀ। ਮਤਲਬ ਨਮਸਕਾਰ ਜੀ। ਨਮਸਕਾਰ, ਰਕੇਸ਼ ਸੂਦ ਬੋਲ ਰਿਹਾ ਜੀ। ਹਾਂਜੀ ਸੂ ਸਾਹਿਬ, ਕੀ ਹਾਲ ਚਾਲ ਹੈ ਜੀ? ਇਹ ਸਰ ਪੰਜਾਬ ਸਰਕਾਰ ਦੀ ਜਿਹੜੀ ਗਾਈਡਲਾਈਨਸ ਆ ਇਹ ਸਮਝ ਨਹੀਂ ਲੱਗ ਰਹੀ ਕੁਝ ਵੀ। ਕਿਆ ਕਰੋਨਾ 5 ਵਜੇ ਤੋਂ ਬਾਅਦ ਐਕਟੀਵੇਟ ਹੁੰਦਾ, 5 ਵਜੇ ਐਕਟੀਵੇਟ ਨਹੀਂ ਹੁੰਦਾ, ਤੇ ਉਹ ਵੀ ਵੀਕਐਂਡ ਤੇ ਹੁੰਦਾ ਜੀ। ਵੀਕਐਂਡ ਨਹੀਂ, ਮਤਲਬ ਐਤਵਾਰ ਨੂੰ ਕਰੋਨਾ ਨਹੀਂ ਹੋਊਗਾ, ਬਾਕੀ ਦਿਨ ਹੋਊਗਾ। ਹਾਂ ਨਹੀਂ ਐਤਵਾਰ ਨੂੰ ਕਰੋਨਾ ਐਤਵਾਰ ਹੋਊਗਾ, ਬਾਕੀ ਦਿਨ ਨਹੀਂ ਹੋਊਗਾ। ਹਾਂਜੀ ਦੇਖੋ, ਬੜੀ ਕਨਫਿਊਜ਼ਨ ਜਿਹੜੀ ਸਿਚੁਏਸ਼ਨ ਆ ਸਾਡੇ ਲਈ ਬਣੀ ਹੋਈ ਆ, ਤੇ ਸਰਕਾਰ ਨੂੰ ਉਹ ਪੁਆਇੰਟ ਠੀਕ ਆ ਕਿ ਵੀ ਐਤਵਾਰ ਨੂੰ ਲੋਕਾਂ ਦੇ ਘਰਾਂ 'ਚ ਨਾ ਜਾਣ, ਰਿਸ਼ਤੇਦਾਰਾਂ 'ਚ ਨਾ ਜਾਣ, ਉਹਦੀ ਸਖਤੀ ਆ, ਇੱਕ ਸਮਝ ਆਉਂਦੀ ਆ। ਬਾਕੀ ਚੀਜ਼ਾਂ ਸਮਝ ਦੇਖੋ, ਬਾਜ਼ਾਰ ਖੋਲ ਦਿੱਤੇ ਆ ਪਰ ਟ੍ਰੈਫਿਕ ਬੰਦ ਆ, ਬਾਜ਼ਾਰ ਸੁੰਨਮਸਾਨ ਪਏ ਆ, ਬਾਜ਼ਾਰਾਂ 'ਚ ਕੋਈ ਰੌਣਕ ਨਹੀਂ, ਇੱਥੋਂ ਕਹਿੰਦਾ ਬੰਦੇ ਹੀ ਕਰ ਦਿੰਦੇ। ਉਹ ਇਸ ਹਿਸਾਬ ਨਾਲ ਸਰਕਾਰ ਚੱਲਦੀ ਹੈ ਕਿ ਜੇ ਅਸੀਂ ਬੰਦ ਕਰਨ ਨੂੰ ਕਿਹਾ ਤਾਂ ਲੋਕੀ ਗੁੱਸਾ ਕਰਨਗੇ, ਆਪਣੇ ਆਪ ਬੰਦ ਕਰਕੇ ਘਰ ਨੂੰ ਚੱਲ ਜਾਣ। ਆਹੀ ਮਤਲਬ ਸਰਕਾਰ ਲੋਕਾਂ ਬਾਰੇ ਨਹੀਂ ਸੋਚ ਰਹੀ, ਉਹ ਤਾਂ ਕਿਵੇਂ ਸੋਚ ਰਹੀ ਆ ਕਿ ਇਹਨੂੰ ਕਿਤੇ ਲੋਕਾਂ ਨੂੰ ਛੱਛੋ ਪੰਜ ਪਾਈ ਰੱਖੀ ਹੈ ਜੀ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਔਰ ਸ਼ਰਾਬ ਦੇ ਠੇਕੇ ਰਾਤ 8 ਵਜੇ ਖੁੱਲ੍ਹੇ ਆ, ਜਿੱਦਾਂ ਮਰਜ਼ੀ ਲੋਕੀ ਜਾ ਕੇ ਪੀ ਜਾਣ, ਠੀਕ ਆ।
ਉਹ ਜਿਹੜੇ ਆ ਜੀ ਉਹ ਜੇ ਸੰਡੇ ਨੂੰ ਪ੍ਰੋਪਰ ਲੋਕਡਾਊਨ ਆ ਕੋਈ ਦੁਕਾਨ ਨਹੀਂ ਖੁੱਲ ਸਕਦੀ ਸਿਰਫ ਐਸੈਂਸ਼ੀਅਲ ਸਰਵਿਸਿਜ਼ ਨੂੰ ਛੱਡ ਕੇ ਤੇ ਲੋਕੀ ਆਪਣੇ ਘਰਾਂ ਵਿੱਚੋਂ ਨਹੀਂ ਨਿਕਲ ਸਕਦੇ ਲੇਕਿਨ ਸ਼ਰਾਬ ਦੇ ਠੇਕੇ ਖੁੱਲੇ ਆ ਉਹ ਗਾਹਕ ਕਿੱਦਾਂ ਆਉਣਗੇ ਉਹ ਗੋਡ ਨੋਜ਼ ਆ ਜੀ ਸਾਨੂੰ ਮਤਲਬ ਮੈਂ ਤਾਂ ਕਾਮੀ ਜੀ ਨੇ ਹੁਣੇ ਕਿਹਾ ਸੀ ਨਾ ਕਿ ਜਿਹਦਾ ਅੱਜ ਬੋਤਲ ਫੜੀ ਹੋਈ ਉਹਦੇ ਕੋਲ ਪਾਸ ਹੋਊਗਾ ਤਾਂ ਠੀਕ ਆ ਉਹ ਬੰਦਾ ਸਹੀ ਆ ਬਾਕੀ ਗਲਤ ਵਾ ਹਾਂ ਉਹ ਨਹੀਂ ਬੋਤਲ ਦਿਖਾ ਦਊਗਾ ਜੀ ਉੱਥੇ ਵੀ ਮੈਂ ਤਾਂ ਸ਼ਰਾਬ ਲੈਣ ਗਿਆ ਸੀ ਜੀ ਬਹੁਤ ਮਤਲਬ ਬੜਾ ਜਿਹਨੂੰ ਕਹਿੰਦੇ ਅਜੀਬੋ-ਗਰੀਬ ਫੈਸਲਾ ਪੰਜਾਬ ਸਰਕਾਰ ਦਾ ਮੇਰੇ ਤਾਂ ਸਮਝੋਂ ਬਾਹਰ ਹੈ ਕਿ ਗੱਲ ਕੀ ਹੋਈ ਹੈ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਜੀ ਧੰਨਵਾਦ ਜੀ ਕਾਲ ਕਰਨ ਲਈ ਠੀਕ ਹੈ ਸਰ ਓਕੇ ਹਾਂਜੀ ਦੇਖੋ ਉਹੀ ਨਾ ਕਿ ਜਿਹੜੇ ਵਪਾਰੀ ਆ ਹੁਣ ਜਿਹੜੇ ਕੰਮਾਂ-ਕਾਰਾਂ ਵਾਲੇ ਆ ਉਹਨਾਂ ਨੂੰ ਪਹਿਲਾਂ ਹੀ ਇੰਨਾ ਜ਼ਿਆਦਾ ਜਿਹੜਾ ਘਾਟਾ ਪੈ ਚੁੱਕਾ ਹਨਾ ਹੁਣ ਆ ਜਿਹੜਾ ਇੱਕ ਮਜ਼ਾਕੀਆ ਕਹਿ ਲੋ ਕਿ ਸਿਲਸਿਲਾ ਚੱਲ ਰਿਹਾ ਹੈ ਇਹਦੇ ਨਾਲ ਹੋਰ ਘਾਟਾ ਪੈ ਰਿਹਾ ਤੇ ਇੱਕ ਅਸੀਂ ਟੈਨਸ਼ਨ ਚ ਆ ਰਹੇ ਆ ਫਿਰ ਜਦ ਅਸੀਂ ਟੈਨਸ਼ਨ ਚ ਹੈਗੇ ਆ ਤਾਂ ਫਿਰ ਅਸੀਂ ਪ੍ਰੋਪਰ ਤਰੀਕੇ ਨਾਲ ਉਹਨਾਂ ਗਾਈਡਲਾਈਨਸ ਨੂੰ ਕਹਿ ਲੋ ਕਿ ਪੂਰਾ ਕਰ ਹੀ ਨਹੀਂ ਸਕਦੇ ਪੂਰਾ ਨਹੀਂ ਕਰ ਸਕਦੇ ਉਹਨੂੰ ਤੁਸੀਂ ਇਹ ਦੇਖੋ ਕਿ ਚਲੋ ਕਈ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਫਾਇਦੇ ਲਈ ਕਈਆਂ ਗਈਆਂ ਹਨਾ ਮਾਸਕ ਲਗਾਓ ਤੇ ਜਿਹੜਾ ਸੋਸ਼ਲ ਡਿਸਟੈਂਸ ਦਾ ਖਿਆਲ ਰੱਖੋ ਚੰਗੀਆਂ ਚੀਜ਼ਾਂ ਨੇ ਠੀਕ ਹੈ ਫਾਇਦੇ ਦੀਆਂ ਚੀਜ਼ਾਂ ਨੇ ਕਿ ਬਈ ਤਾਂ ਕਿ ਜਦੋਂ ਤੁਸੀਂ ਖਾਸ ਕਰ ਪਬਲਿਕ ਪਲੇਸ ਤੇ ਜਾਂਦੇ ਆ ਮਾਸਕ ਜ਼ਰੂਰ ਲਾ ਕੇ ਰੱਖੋ ਸੋਸ਼ਲ ਡਿਸਟੈਂਸ ਦਾ ਖਿਆਲ ਰੱਖੋ ਤਾਂ ਕਿ ਜਿਹੜਾ ਕਰੋਨਾ ਆ ਇੱਕ ਤੋਂ ਦੂਜੇ ਬੰਦੇ ਨੂੰ ਨਾ ਜਾ ਸਕੇ ਸਪੋਜ਼ ਕਰੋ ਕਿਸੇ ਨੂੰ ਕੋਈ ਬਿਮਾਰੀ ਆ ਜਾਂ ਇਹ ਕਹਿ ਲਓ ਕਿ ਕਿਸੇ ਨੂੰ ਕੋਈ ਛਿੱਕ ਜਾਂ ਦੂਜੇ ਆ ਜਾਂਦੀ ਖੰਘ ਆ ਜਾਂਦੀ ਆ ਤੇ ਉਹਦੇ ਨਾਲ ਫੈਲਣ ਦੇ ਚਾਂਸਸ ਇਹਦੇ ਆ ਉਹ ਬਚ ਜਾਂਦੇ ਨੇ ਹਨਾ ਤੇ ਤੁਸੀਂ ਜੇ ਉਹ ਮਾਸਕ ਲਗਾਇਆ ਹੋਵੇਗਾ ਤੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਿਆ ਹੋਊਗਾ ਤੁਸੀਂ ਕਿਸੇ ਦੇ ਜਿਹੜੇ ਆ ਸੰਪਰਕ 'ਚ ਨਹੀਂ ਆ ਸਕਦੇ ਕੋਈ ਤੁਹਾਡੇ ਸੰਪਰਕ ਵਿੱਚ ਨਹੀਂ ਆ ਸਕਦਾ ਪਰ ਸਰ ਇਦਾਂ ਹੈ ਨਾ ਦੇਖੋ ਹੁਣ ਬੇਸ਼ੱਕ ਨਵੀਆਂ ਗਾਈਡਲਾਈਨਸ ਜਾਰੀ ਹੋਈਆਂ ਨੇ ਲੋਕਡਾਊਨ ਨੂੰ ਸੈਟਰਡੇ ਸੰਡੇ ਲੱਗ ਚੁੱਕਾ ਹੈ ਇਹ ਵੀ ਜਿਹੜੀ ਵਿਚਾਰਨ ਵਾਲੀ ਗੱਲ ਹੈਗੀ ਕਿ ਪ੍ਰੋਪਰ ਕਹ ਲੋ ਕਿ ਅਸੀਂ ਨਿਯਮਾਂ ਦਾ ਪਾਲਣ ਕਰ ਰਹੇ ਸੀ ਤਾਂ ਵੀ ਜਿਹੜਾ ਕਰੋਨਾ ਆ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਮਤਲਬ ਕੰਟਰੋਲ ਹੋ ਹੀ ਨਹੀਂ ਰਿਹਾ ਦੇਖੋ ਇੱਕ ਦਿਨ ਦੇ ਵਿੱਚ ਕਿੰਨੇ ਕੇਸ ਇੱਕ ਸ਼ਹਿਰ ਦੇ ਵਿੱਚ ਜਿਹੜੇ ਆ ਉਹ ਆ ਰਹੇ ਨੇ ਇਹ ਚਿੰਤਾ ਦਾ ਵਿਸ਼ਾ ਤੁਸੀਂ ਦਿੱਲੀ ਦੀਆਂ ਦੇਖੀਆਂ ਹੋਣੀਆਂ ਵੀਡੀਓ ਕਿ ਸੰਸਕਾਰ ਕਰਨ ਦੇ ਲਈ ਸ਼ਮਸ਼ਾਨ ਘਾਟ ਵਿੱਚ ਜਗ੍ਹਾ ਨਹੀਂ ਮਿਲਦੀ ਪਹਿਲਾਂ ਸਾਡੇ ਕੋਲ ਕਾਲਰ ਜੁੜੇ ਨੇ ਹੈਲੋ ਸਵਾਗਤ ਹੈ ਜੀ ਨਵਰੰਗ ਟੀਵੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਜੀ ਸਰ ਜੀ ਗੱਲ ਏਦਾਂ ਹੈਗੀ ਆ ਦੇਖੋ ਕਹਿੰਦੇ ਸੀ ਲੋਕਡਾਊਨ ਲੱਗਣਾ ਤੇ ਉਹ ਲੋਕਡਾਊਨ ਦੇ ਵਿੱਚ ਜਿੱਦਾਂ ਹੁਣ ਅਸੀਂ ਲੇਬਰ ਦੇ ਬੰਦੇ ਆ ਕੰਮ ਕਰਦੇ ਆ ਜੀ ਸਾਨੂੰ ਫਿਰ ਕੰਮ ਤੇ ਜਦ ਜਾਣਾ ਆ ਤੇ ਮੋਰੇ ਲੋਕਡਾਊਨ ਹੋ ਜਾਂਦਾ ਤੇ ਘਰ ਦੇਖੋ ਗਵਰਨਮੈਂਟ ਕੋਲ ਸੋਚਦੀ ਸਾਡੇ ਬਾਰੇ ਬਿਲਕੁਲ ਜੀ ਇਹ ਜਿਹੜੇ ਲੋਕ ਇਹ ਪਤਾ ਨਹੀਂ ਮੈਨੂੰ ਤਾਂ ਸਮਝਦਾ ਸਰਕਾਰ ਕਿੱਦਾਂ ਦੀ ਹੈਗੀ ਕਿੱਦਾਂ ਨਹੀਂ ਕੋਈ ਦੱਸੇ ਤਾਂ ਸਹੀ ਸਾਨੂੰ ਕਲੀਅਰ ਕਰੇ ਹੋਏ ਅਸੀਂ ਨਹੀਂ ਇਹ ਤੁਸੀਂ ਕੰਮ ਤੇ ਜਾਣਾ ਜਾਂ ਨਹੀਂ ਜਾਣਾ ਤੇ ਅਸੀਂ ਇਹਦੇ ਵਿੱਚ ਬਹੁਤ ਪਰੇਸ਼ਾਨ ਆ ਜੀ ਕਿਉਂਕਿ ਜਦੋਂ ਤੁਸੀਂ ਕੰਮ ਤੇ ਜਾਂਦੇ ਹੋਣੇ ਸਾਨੂੰ ਕੋਈ ਦੱਸਦੇ ਆ ਜਦੋਂ ਤੁਸੀਂ ਕੰਮ ਤੇ ਜਾਂਦੇ ਹੋਣੇ ਆ ਤਾਂ ਪੁਲਿਸ ਦੇ ਨਾਕਿਆਂ ਉੱਤੇ ਰੋਕ ਕੇ ਤੁਹਾਨੂੰ ਪਰੇਸ਼ਾਨ ਵੀ ਕੀਤਾ ਜਾਂਦਾ ਹੋਣਾ ਡਰ ਹੁੰਦਾ ਆ ਕਿ ਜੋ ਪਿੱਛੇ ਜੇ ਆਪਾਂ ਤਸਵੀਰਾਂ ਦੇਖੀਆਂ ਡੰਡੇ ਵਰਦਿਆਂ ਦੀਆਂ ਬੈਠਕਾਂ ਕੱਢਦਿਆਂ ਦੀਆਂ ਕਿਤੇ ਇਹੋ ਜਿਹੀ ਸਿਚੁਏਸ਼ਨ ਸਾਡੇ ਨਾਲ ਨਾ ਹੋ ਜਵੇ ਇਸ ਕਰਕੇ ਕੋਈ ਵੀ ਬੰਦਾ ਕੰਮ ਤੇ ਜਾਣ ਤੋਂ ਡਰਦਾ ਜੇ ਨਹੀਂ ਜਾਂਦਾ ਤਾਂ ਦਿਹਾੜੀ ਕੱਟ ਹੁੰਦੀ ਆ ਕੋਈ ਉਹੀ ਕਰਨਾ ਉਹੀ ਖਾਣਾ ਕਰਾਂਗੇ ਕਿ ਗਵਰਨਮੈਂਟ ਸਾਨੂੰ ਕੋਈ ਸੁਝਾਅ ਨਹੀਂ ਦੇ ਰਹੀ ਹੈ ਜੀ ਬਿਲਕੁਲ ਜੀ ਇਹ ਕੋਈ ਵੱਡਾ ਸਹੂਲਤ ਹੋਵੇ ਬੰਦਾ ਲਵੇ ਆ ਤੁਹਾਨੂੰ ਦਿੰਨੇ ਆ ਵੀ ਅੰਦਰ ਬੈਠੋ ਚੁੱਪੜੇ ਦੇ ਅੰਦਰ ਬਹਿ ਤੇ ਅਨਾਜ ਨੂੰ ਮਿਲਦਾ ਪਿਆ ਜੀ ਗਵਰਨਮੈਂਟ ਵੱਲੋਂ ਨਹੀਂ ਭੁੱਖੇ ਅੰਦਰ ਮਤ ਹਾਂਜੀ ਅਨਾਜ ਮਿਲਦਾ ਪਿਆ ਜੀ ਗਵਰਨਮੈਂਟ ਵੱਲੋਂ ਨਾ ਜੀ ਨਾ ਸਵਾਰੇ ਨਹੀਂ ਪੈਦਾ ਹੁੰਦਾ ਅੱਛਾ ਜੀ ਠੀਕ ਹੈ ਜੀ ਧੰਨਵਾਦ ਜੀ ਕਾਲ ਕਰਨ ਲਈ ਹਾਂਜੀ ਇਹ ਹੁਣ ਕਿਸੇ ਮੈਨੂੰ ਲੱਗਦਾ ਕਿ ਜਾਂ ਫੈਕਟਰੀ ਜਾਂ ਦਿਹਾੜੀ ਦਾ ਕੰਮ ਕਰਦੇ ਇਹ ਹੋ ਸਕਦੇ ਆ ਨਾ ਤੇ ਜਦੋਂ ਇਹ ਕੰਮ ਕਰਦੇ ਨੇ ਹਨਾ ਤਾਂ ਉੱਥੇ ਜਾਣਾ ਕਿਸ ਤਰੀਕੇ ਨਾਲ ਉਹੀ ਤਾਂ ਗੱਲ ਹੈ ਕਹਿ ਲੋ ਕਿ ਨੁਕਸਾਨ ਅਸੀਂ ਪਹਿਲਾਂ ਇੰਨਾ ਚੱਲਿਆ ਹੁਣ ਤੁਹਾਨੂੰ ਜਿਹੜੀ ਥੋੜੀ ਜਿਹੀ ਖੁੱਲ ਮਿਲੀ ਆ ਉਹਦੇ ਕਾਰਨ ਹੁਣ ਜਦ ਇੱਕਦਮ ਇਦਾਂ ਦਾ ਡਿਸੀਜਨ ਲੈ ਲਿਆ ਸਰਕਾਰ ਨੇ ਕਿ ਸੈਟਰਡੇ ਸੰਡੇ ਬੰਦ ਆ ਕਈ ਕੰਮ ਇਦਾਂ ਦੇ ਆ ਜਿਹੜੇ ਉਹਨਾਂ ਨੂੰ ਵੀਕਐਂਡ ਤੇ ਮਿਲਦੇ ਆ ਹੈ ਨਾ ਮਤਲਬ ਉਹਨਾਂ ਨੂੰ ਹੁੰਦਾ ਕਿ ਅਸੀਂ ਸੈਟਰਡੇ ਸੰਡੇ ਜਿਹੜੇ ਜ਼ਿਆਦਾਤਰ ਜਿਹੜੇ ਕੰਮ ਹਜੇ ਨਹੀਂ ਖੁੱਲੇ ਨਾਲ ਇਹ ਵੀ ਕਹਿਤਾ ਕਿ ਫੈਕਟਰੀਆਂ ਜਿਹੜੀਆਂ ਆ ਆਪਣੇ ਰੂਟੀਨ ਦੇ ਵਿੱਚ ਉਹ ਚੱਲਦੀਆਂ ਰਹਿਣਗੀਆਂ ਉਹਨਾਂ ਉੱਤੇ ਕੋਈ ਰੋਕ ਨਹੀਂ ਹੈਗੀ ਹੁਣ ਜੇ ਕਿਸੇ ਬੰਦੇ ਨੇ ਫੈਕਟਰੀ 'ਚ ਕੰਮ ਕਰਨ ਜਾਣਾ ਉਹ ਸਪੋਜ਼ ਕਰੋ ਕਿ ਆਪਾਂ ਕਿਸੇ ਵੀ ਇੱਕ ਡਿਸਟ੍ਰਿਕਟ ਦੇ ਬਾਰਡਰ ਦੀ ਗੱਲ ਕਰ ਲੈਂਦੇ ਆ ਆਪਾਂ ਇੱਕ ਫਗਵਾੜੇ ਦੀ ਗੱਲ ਕਰ ਲੈਂਦੇ ਆ ਤੇ ਜੇ ਇੱਥੋਂ ਕਿਸੇ ਨੇ ਬਿਰਕਾਂ ਤੋਂ ਆਉਣਾ ਹੋਵੇ ਡਿਸਟ੍ਰਿਕਟ ਚੇਂਜ ਹੋ ਗਿਆ ਉਹ ਤਾਂ ਜੇ ਕਿਸੇ ਨੇ ਮੇਲੀ ਤੋਂ ਆਉਣਾ ਹੋਵੇ ਤਾਂ ਡਿਸਟ੍ਰਿਕਟ ਚੇਂਜ ਹੋ ਗਿਆ ਹੋ ਸਕਦਾ ਉਹ ਇੰਡਸਟਰੀ ਏਰੀਆ ਦੇ ਵਿੱਚ ਕੰਮ ਕਰਦਾ ਹੋਵੇ ਇਸ ਕਰਕੇ ਇਹ ਪੋਸੀਬਿਲਿਟੀਜ਼ ਜਿਹੜੀਆਂ ਆ ਉਹ ਹੁੰਦੀਆਂ ਨਹੀਂ ਕਿ ਜੋ ਪੇਪਰਾਂ ਦੇ ਉੱਤੇ ਗਾਈਡਲਾਈਨਸ ਜਿਹੜੀਆਂ ਨੇ ਉਹ ਬਣਾ ਦਿੱਤੀਆਂ ਜਾਂਦੀਆਂ ਜਿਵੇਂ ਇਹ ਨਹੀਂ ਕਹਿੰਦੇ ਕਿ ਵੀ ਬਹੁਤ ਥਾਂ ਦੇ ਉੱਤੇ ਜਿਹੜੀਆਂ ਇਹ ਕਾਰਗਰ ਸਿੱਧ ਹੁੰਦੀਆਂ ਲੋਕਾਂ ਦੇ ਮਨ ਵਿੱਚ ਇੱਕ ਕਿਸਮ ਦਾ ਡਰ ਪੈਦਾ ਹੋ ਕੇ ਉਹ ਬਚਾਅ ਵੀ ਕਰਦੀਆਂ ਆ ਲੇਕਿਨ ਇਹਨੂੰ ਥੱਲੇ ਗਰਾਊਂਡ ਦੇ ਉੱਤੇ ਲਾਗੂ ਕਿੱਦਾਂ ਕਰਨਾ
ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਉਹ ਸਵਾਲ ਹੁੰਦਾ। ਬਿਲਕੁਲ ਸਰ, ਜਿਵੇਂ ਗਾਈਡਲਾਈਨਸ ਦੇ ਵਿੱਚ ਇਹ ਕਿਹਾ ਗਿਆ ਕਿ ਈ ਪਾਸ ਦੇ ਨਾਲ ਜਿਹੜੀ ਤੁਹਾਡੀ ਐਂਟਰੀ ਆ, ਉਹ ਤੁਸੀਂ ਕਿਤੇ ਵੀ ਜਾਣਾ ਤੁਹਾਡੀ ਨਾਕੇ ਤੇ ਐਂਟਰੀ ਉਹਦੇ ਨਾਲ ਆ, ਹਨਾ। ਤੁਸੀਂ ਦੇਖੋ ਜਦ ਸ਼ਾਮ ਨੂੰ ਸਾਨੂੰ ਪਤਾ ਲੱਗਦਾ ਕਿ ਕੱਲ ਤੋਂ ਲੋਕਡਾਊਨ ਆ, ਤੇ ਤੁਸੀਂ ਉਹ ਕਿੱਦਾਂ ਅਸੀਂ ਇੰਨੇ ਟਾਈਮ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਕਿਵੇਂ ਅਸੀਂ ਅਪਲਾਈ ਕਰ ਸਕਦੇ ਸੀ? ਬਹੁਤ ਸਾਰੇ ਲੋਕਾਂ ਨੇ ਕੋਵਾ ਐਪ ਦੇ ਉੱਤੇ ਜਾ ਕੇ ਈ ਪਾਸ ਅਪਲਾਈ ਕੀਤਾ, ਜਿਨ੍ਹਾਂ ਦੇ ਕੋਈ ਜ਼ਰੂਰੀ ਕੰਮ ਸੀਗੇ, ਤਾਂ ਉਹਨਾਂ ਦੇ ਅੱਜ ਸਵੇਰ ਤੱਕ ਉਹਨਾਂ ਉੱਤੇ ਕੋਈ ਰਿਪਲਾਈ ਜਿਹੜਾ ਸੀ ਉਹ ਨਹੀਂ ਆਇਆ। ਉਹੀ ਤਾਂ ਗੱਲ ਹੈ ਨਾ, ਈ ਪਾਸ ਬਣੂਗਾ ਕਿੱਦਾਂ? ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਹੈਲੋ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹੈਲੋ, ਹਾਂਜੀ ਹਾਂਜੀ ਬੋਲੋ ਜੀ। ਮਸਲਾ ਸਾਹਿਬ ਟੇਕ ਪੁੰਨੀ ਬੋਲਦਾ ਜਰਮਨ ਤੋਂ, ਲੇਕਿਨ ਆਪਣੀ ਆਵਾਜ਼ ਨਹੀਂ ਬਿਲਕੁਲ ਸਹੀ ਆ ਰਹੀ। ਤੁਹਾਡੀ ਆਵਾਜ਼ ਸਾਨੂੰ ਬਿਲਕੁਲ ਸਹੀ ਆ ਰਹੀ ਹੈ ਜੀ। ਤੁਹਾਡੀ ਆਵਾਜ਼ ਮੈਨੂੰ ਸੁਣ ਨਹੀਂ ਰਹੀ। ਤੁਸੀਂ ਨਾ ਲੌਂਗ ਡਿਸਟੈਂਸ ਤੋਂ ਕਾਲ ਕਰ ਰਹੇ ਹੋ। ਮੈਂ ਦੁਬਾਰਾ ਟਰਾਈ ਕਰਦਾ ਜੀ, ਇੱਕ ਵਾਰੀ ਕੱਟ ਕੇ ਪਲੀਜ਼। ਓਕੇ ਜੀ। ਹਾਂਜੀ ਹਾਂਜੀ, ਦੇਖੋ ਕਿ ਸਾਡਾ ਪ੍ਰੋਗਰਾਮ ਦੇ ਪੁੰਨੀ ਸਾਹਿਬ ਨੇ ਵੀ ਕਾਲ ਕੀਤੀ ਹੈ, ਮਿਸ ਕਰ ਰਹੇ ਸੀ ਨਾ, ਇੱਕ ਵੀਕ ਤੋਂ ਅਸੀਂ ਆਏ ਨਹੀਂ। ਹਾਂ, ਤੇ ਇਹਨਾਂ ਨਾਲ ਵੀ ਗੱਲ ਹੋਈ ਸੀ ਕਿ ਇਹਨਾਂ ਦੇ ਹੁਣ ਰੈਸਟੋਰੈਂਟ ਵਗੈਰਾ ਨਾ ਜਰਮਨੀ ਦੇ ਵਿੱਚ ਰਾਤ ਨੂੰ 12 ਵਜੇ ਤੱਕ ਖੁੱਲਣ ਦੀ ਜਿਹੜੀ ਆ ਉਹ ਛੂਟ ਦੇਤੀ ਆ। ਬਾਕੀ ਸਭ ਕੁਝ ਨਾਰਮਲ ਹੋ ਗਿਆ, ਪੂਰਾ ਯੂਰਪ ਖੁੱਲ ਗਿਆ ਹਨਾ, ਤੇ ਆਪਣਾ ਇੱਥੇ ਹਜੇ ਚੱਕਰਾਂ 'ਚ ਪਏ ਹੋਏ ਆ। ਮਨਪ੍ਰੀਤ, ਜਿਹੜੀ ਚੇਂਜਸ ਆਈਆਂ ਨੇ ਉਹ ਇਹ ਆ ਕਿ 2 ਘੰਟੇ ਦਾ ਸਮਾਂ ਜਿਹੜਾ ਆ ਉਹ ਘਟਾ ਦਿੱਤਾ ਗਿਆ ਹਨਾ। ਕਿ ਜਿਹੜੀ ਮੇਨ ਚੇਂਜਸ ਆ ਕਿ ਸ਼ਨੀਵਾਰ ਨੂੰ 5 ਵਜੇ ਤੱਕ ਦੁਕਾਨਾਂ ਉਹ ਖੁੱਲੀਆਂ ਰਹਿਣਗੀਆਂ। 5 ਵਜੇ ਤੇ ਦੁਕਾਨਾਂ 7 ਵਜੇ ਥਾਂ ਤੇ 5 ਵਜੇ ਹੋ ਗਿਆ। ਚਲੋ ਇਹ ਹੋ ਗਿਆ ਕਿ ਵੀ ਬੰਦਾ ਟਾਈਮ ਦੇ ਨਾਲ ਵੀਕਐਂਡ ਆ, ਘਰ ਜਾ ਕੇ ਆਪਣੀ ਫੈਮਿਲੀ ਦੇ ਨਾਲ ਟਾਈਮ ਉਹ ਬਤੀਤ ਕਰ ਲਏਗਾ। ਹਾਂ, ਲੇਕਿਨ ਉਹਦਾ ਬੈਨੀਫਿਟ ਕੀ ਆ ਕਿ 7 ਵਜੇ ਦਾ ਤਾਂ 5 ਵਜੇ ਦਾ ਇਹ ਹਜੇ ਤੱਕ ਸਾਡੀ ਸਮਝ ਤੋਂ ਉਹ ਬਾਹਰ ਆ। ਸਾਨੂੰ ਨਹੀਂ ਸਮਝ ਆਇਆ ਕਿ ਬਈ ਇਹਦਾ ਅਸਲ ਦੇ ਵਿੱਚ ਮੰਤਵ ਕੀ ਆ। ਉਹੀ ਨਾ, ਮੈਨੂੰ ਲੱਗ ਰਿਹਾ ਕਿ ਸਰਕਾਰ ਨੂੰ ਸਿਰਫ ਹੋ ਸਕਦਾ ਉਹਨਾਂ ਦੀ ਰਿਕਾਰਡ ਰੱਖਣਾ ਹੁੰਦਾ ਨਾ। ਅਸੀਂ ਇੱਕ ਆਮ ਬੰਦੇ ਆ, ਹੋ ਸਕਦਾ ਕਿ ਸਾਡੇ ਦਿਮਾਗ ਜਾਂ ਸੋਚ ਓਡੀ ਦੂਰ ਤੱਕ ਕੰਮ ਨਾ ਕਰਦੀ ਹੋਵੇ ਜਿੱਡੀ ਦੂਰ ਤੱਕ ਸਰਕਾਰ ਸੋਚਦੀ ਹੋਵੇ। ਹੋ ਸਕਦਾ ਪਰ ਜੇਕਰ ਸਰਕਾਰ ਜਿੱਦਾਂ ਦਾ ਵੀ ਸੋਚਦੀ ਸਾਨੂੰ ਐਕਸਪਲੇਨ ਤਾਂ ਕਰੇ। ਹਾਂ, ਥੋੜਾ ਜਿਹਾ ਅਗਰ ਉਹ ਐਕਸਪਲੇਨ ਕਰ ਦੇਣਗੇ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜੇ ਸ਼ੰਕੇ ਆ ਨਾ ਉਹ ਦੂਰ ਹੋ ਜਾਣਗੇ, ਉਹ ਦੂਰ ਹੋ ਜਾਂਦੇ ਆ। ਤੇ ਜਿਹੜੇ ਬੰਦੇ ਆ ਆਪਣੇ ਉਹ ਫਿਰ ਸਹੀ ਤਰੀਕੇ ਦੇ ਨਾਲ ਕੰਮ ਵੀ ਕਰ ਸਕਦੇ ਆ ਤੇ ਆਪਣੀਆਂ ਦੁਕਾਨਾਂ ਵੀ ਚਲਾ ਸਕਦੇ ਆ। ਕੋਈ ਵੀ ਨਵੀਂ ਕਲੀਅਰ ਕੱਟ ਜਿਹੜੀਆਂ ਚੀਜ਼ਾਂ ਆ ਉਹ ਆਉਣੀਆਂ ਚਾਹੀਦੀਆਂ। ਜੇਕਰ ਨਵੀਂ ਗਾਈਡਲਾਈਨ ਕੋਈ ਜਾਰੀ ਕਰਨੀ ਆ ਉਹ ਥੋੜਾ ਸਮਾਂ ਦਿੱਤਾ ਜਾਵੇ ਕਿ ਅਸੀਂ ਆਪਣੇ ਆਪ ਨੂੰ ਉਹਦੇ ਲਈ ਢਾਲ ਸਕੀਏ। ਐਕਚੁਅਲ ਕੀ ਆ ਮਨਪ੍ਰੀਤ ਕਿ ਜਿਸ ਤੇਜ਼ੀ ਦੇ ਨਾਲ ਕਰੋਨਾ ਵੱਧਦਾ ਪਿਆ ਆ ਹੁਣ ਇੰਡੀਆ ਦੇ ਵਿੱਚ ਬਹੁਤ ਤੇਜ਼ੀ ਆ ਗਈ ਹੈ ਨਾ, ਕਿ ਇੱਕ ਵਾਰ ਇਹ ਲੱਗਾ ਸੀ ਸਾਨੂੰ, ਇਹ ਲੱਗਦਾ ਸੀ ਕਿ ਪੰਜਾਬ ਜਿਹੜਾ ਆ 15 ਤੋਂ 20 ਦਿਨਾਂ ਵਿੱਚ ਕਰੋਨਾ ਫ੍ਰੀ ਹੋ ਜਾਏਗਾ। ਜਿੰਨੀ ਤੇਜ਼ੀ ਦੇ ਨਾਲ ਪੇਸ਼ੈਂਟ ਜਿਹੜੇ ਆ ਉਹ ਠੀਕ ਹੋਣੇ ਸ਼ੁਰੂ ਹੋਏ ਸਨ। ਆਪਾਂ ਅਗਰ ਜ਼ਿਆਦਾ ਹੀ ਏਰੀਆ ਦੀ ਗੱਲ ਕਰੀਏ, ਜਲੰਧਰ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਲੁਧਿਆਣਾ ਹੋ ਗਿਆ ਜਾਂ ਹੋਰ ਕੁਝ ਏਰੀਆ ਹੋਗਾ, ਪਠਾਨਕੋਟ ਹੋ ਗਿਆ, ਇੱਥੇ ਜਿਹੜੀ ਆ ਚੇਨ ਟੁੱਟਣ ਦਾ ਨਾਮ ਹੀ ਨਹੀਂ ਲੈ ਰਹੀ। ਲੁਧਿਆਣੇ 'ਚ ਤੁਸੀਂ ਦੇਖੋ 25 ਕੇਸ ਇਕੱਠੇ ਆਏ, ਅੰਮ੍ਰਿਤਸਰ ਸਾਹਿਬ ਦੇ ਵਿੱਚ 34 ਕੇਸ ਇਕੱਠੇ ਆਏ। 34 ਕੇਸ ਇਕੱਠੇ ਆਏ। ਤੁਸੀਂ ਇਹ ਦੇਖੋ 34 ਜਣੇ ਜਿਹੜੇ ਆਏ ਆ ਉਹ ਕਿੰਨਿਆਂ ਦੇ ਸੰਪਰਕ ਵਿੱਚ ਆਏ ਹੋਣਗੇ, ਉਹ ਕਿੰਨੇ ਡਬਲ ਹੋਣਗੇ। ਕਹਿ ਲਓ ਕਿ ਹੁਣ ਕੇਸ ਆ ਜਿਹੜੇ ਦਿਨੋਂ ਦਿਨ ਉਹ ਡਬਲ ਹੁੰਦੇ ਜਾ ਰਹੇ ਨੇ। ਜਿੱਥੇ 10 ਆ ਰਹੇ ਸੀ ਉਹ 20 ਆ ਰਹੇ ਨੇ, ਜਿੱਥੇ 20 ਆ ਰਹੇ ਸੀ ਉੱਥੇ 40 ਦੁਬਾਰਾ ਜਿਹੜਾ ਆ ਉਹ ਜ਼ੋਰ ਫੜ ਚੁੱਕਾ ਆ। ਜਿੱਥੇ ਪਹਿਲਾਂ ਬੇਸ਼ੱਕ ਆਪਾਂ ਕਹੀਏ ਕਿ ਸ਼ਰਧਾਲੂਆਂ ਦੀ ਗੱਲ ਸੀ ਹਨਾ ਜਾਂ ਬਈ ਉੱਥੋਂ ਆਏ ਸੀ, ਲੇਕਿਨ ਉਹਨਾਂ ਨਾਲ ਫੈਲਿਆ ਨਹੀਂ ਹਨਾ, ਕਿਉਂਕਿ ਉਹ ਇੱਕ ਕੁਆਰੰਟਾਈਨ ਉਹਨਾਂ ਨੂੰ ਕਰਕੇ ਰੱਖਿਆ ਗਿਆ। ਇਹ ਹੁਣ ਆਮ ਲੋਕ ਜਿਹੜੇ ਨੇ ਉਹ ਆ ਰਹੇ ਨੇ। ਜਦੋਂ ਆਮ ਲੋਕ ਆ ਰਹੇ ਨੇ ਉਦੋਂ ਜਿਹੜਾ ਸਾਡਾ ਖਤਰਾ ਆ ਉਹ ਵੱਧ ਜਾਂਦਾ ਹੈ। ਸਾਡੇ ਕੋਲ ਕਾਲਰ ਆ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੁੰਨੀ ਬੋਲਦਾ ਜੀ। ਹਾਂਜੀ ਹਾਂਜੀ, ਵੈਲਕਮ ਹੈ ਜੀ ਤੁਹਾਡਾ ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਭਾਜੀ। ਬਸ ਠੀਕ ਹੈ ਜੀ। ਅਸੀਂ ਅਗਰ ਗੱਲ ਕਰਦੇ ਹਾਂ ਕਿ ਪੰਜਾਬ ਜਾਂ ਇੰਡੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਕਰੋਨਾ ਦੇ ਪੇਸ਼ੈਂਟ ਵੱਧਦੇ ਪਏ ਨੇ, ਲੋਕਡਾਊਨ ਨੂੰ ਲੈ ਕੇ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਨੇ ਕਨਫਿਊਜ਼ਨ ਕ੍ਰੀਏਟ ਹੋਈ ਆ ਵੀ ਕਦੋਂ ਲੋਕਡਾਊਨ ਹੋਣਾ ਕਦੋਂ ਨਹੀਂ ਹੋਣਾ। ਤੇ ਅਗਰ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤੇ ਇਸ ਟਾਈਮ ਮੈਨੂੰ ਪਤਾ ਲੱਗਾ ਕਿ ਯੂਰਪ ਆਲਮੋਸਟ ਸਾਰਾ ਯੂਰਪ ਜਿਹੜਾ ਆ ਉਹ ਖੁੱਲ ਚੁੱਕਾ ਆ। ਤੁਸੀਂ ਅਗਰ ਜਰਮਨੀ ਦੀ ਰਿਪੋਰਟ ਦੇਣੀ ਚਾਹੋ ਤਾਂ ਜਰਮਨੀ ਦੇ ਵਿੱਚ ਇਸ ਟਾਈਮ ਕੀ ਪੋਜੀਸ਼ਨ ਆ? ਜਰਮਨੀ ਦੀ ਪੋਜੀਸ਼ਨ ਦੀ ਇਸ ਵੇਲੇ ਬਹੁਤ ਹੀ ਵਧੀਆ ਹੋ ਗਈ ਆ ਤੇ ਡੈਥ ਰੇਟ ਵੀ ਬਹੁਤ ਜ਼ਿਆਦਾ ਘਟ ਗਿਆ। ਜ਼ਿਆਦਾ ਬਿਲਕੁਲ ਹੁਣ ਯਾਨੀ ਤੁਸੀਂ ਨਾਰਮਲ ਜਿਹੜੀ ਲਾਈਫ ਤਕਰੀਬਨ 90% ਆਪਾਂ ਕਹਿ ਦਈਏ ਕਿ ਨਾਰਮਲ ਲਾਈਫ ਲੋਕਾਂ ਦੀ ਹੋ ਗਈ ਹੋਆ। ਸਿਰਫ ਲੋਕ ਡਿਸਟੈਂਸ ਰੱਖਦੇ ਆ। ਰੈਸਟੋਰੈਂਟ ਵਗੈਰਾ ਜਿਹੜਾ ਕੀਨੋ ਵਗੈਰਾ ਹਜੇ ਥੋੜਾ ਡਿਸਟੈਂਸ ਰੱਖ ਕੇ ਸਾਰੇ ਚੱਲਣਗੇ। ਕੀਨੋ ਵਗੈਰਾ ਦੀ ਇਜਾਜ਼ਤ ਵੀ ਥੋੜੇ ਦਿਨਾਂ ਤੱਕ ਹੋ ਜਾਣੀ ਆ। ਤੇ ਰੈਸਟੋਰੈਂਟਾਂ ਦੇ ਹੁਣ ਜਿੱਦੇ 10 ਵਜੇ ਤੱਕ ਅਲਾਉਡ ਸੀ ਹੁਣ 12 ਵਜੇ ਤੱਕ ਅਲਾਉਡ ਕਰਤੇ ਉਹਨਾਂ ਨੇ। ਹੁਣ 6 ਤੋਂ 10 ਤੱਕ ਬੰਦੇ ਬੈਠ ਵੀ ਜਾਂਦੇ ਆ, ਉਹਨਾਂ ਦੀ ਵੀ ਕੋਈ ਪ੍ਰੋਬਲਮ ਨਹੀਂ। ਤੇ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ। ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਕੁਝ ਡਰ ਨਿਕਲਣਾ ਸ਼ੁਰੂ ਹੋਇਆ ਜੀ ਇਹਦਾ? ਹਾਂਜੀ, ਹੁਣ ਤੁਸੀਂ ਕਿਤੇ ਵੀ ਚਲੇ ਜਾਓ ਜੀ, ਇੱਕ ਤਾਂ ਮੌਸਮ ਵਧੀਆ ਹੁੰਦਾ। ਦੇਖੋ ਜਿੱਦਾਂ ਹੁਣ ਵੀਕਐਂਡ ਤੇ ਵਧੀਆ ਮੌਸਮ ਹੈ ਤੇ ਲੋਕਾਂ ਦੇ ਪਾਰਕ ਵਗੈਰਾ ਜਾਂ ਬੀਚ ਵਗੈਰਾ ਇੱਥੇ ਜਿੱਦੇ ਵੀ ਹੈਗੇ ਸਭ ਭਰੇ ਪਏ ਆ। ਲੋਕ ਬਾਹਰ ਜਾਂਦੇ ਆ ਪਰ ਬੈਠਦੇ ਸਾਰੇ ਜਾ ਕੇ ਆ, ਲੇਕਿਨ
ਸੇਫਟੀ ਲਈ ਉਹ ਆਪਣੀ ਡਿਸਟੈਂਸ ਵਗੈਰਾ ਰੱਖ ਕੇ ਤੇ ਆਪਣਾ ਇੰਜੋਏ ਕਰਦੇ ਆ। ਹੁਣ ਇਦਾਂ ਅੱਗੇ ਵਾਲੀ ਗੱਲ ਨਹੀਂ ਵੀ ਮਤਲਬ ਅਸੀਂ ਬਾਹਰ ਹੀ ਨਿਕਲਣਾ, ਅੰਦਰ ਨਹੀਂ ਜਾਣਾ, ਜੇ ਨਹੀਂ ਹੋਣਾ ਉਹ ਨਹੀਂ ਹੋਣਾ, ਉਹ ਸਭ ਕੁਝ ਹੋ ਰਿਹਾ ਜੀ। ਡਰ ਜਿਹੜਾ ਆ ਉਹ ਘਟਣਾ ਸ਼ੁਰੂ ਹੋਇਆ। ਹਾਂਜੀ, ਬਹੁਤ ਜ਼ਿਆਦਾ ਅੱਗੇ ਬਹੁਤ ਜ਼ਿਆਦਾ ਫਰਕ ਪੈ ਗਿਆ। ਹੁਣ ਤੇ ਲੋਕਾਂ ਦੇ ਦਿਲ 'ਚ ਇਹ ਵੀ ਆ ਵੀ ਜੇ ਅਸੀਂ ਇਸ ਬਿਮਾਰੀ ਦੇ ਨਾਲ ਹੀ ਸ਼ਾਇਦ ਸਾਨੂੰ ਜੀਣਾ ਪਵੇ, ਜਿੱਦਾਂ ਹੋਰ ਕਾਫੀ ਬਿਮਾਰੀਆਂ ਦੇ ਨਾਲ ਹੀ ਲੋਕ ਜੀਂਦੇ ਆ, ਹੌਲੀ ਹੌਲੀ ਆਦੀ ਹੋ ਜਾਣਗੇ। ਪਰ ਇਹ ਆ ਕਿ ਫਰਕ ਬਹੁਤ ਜ਼ਿਆਦਾ ਪੈ ਗਿਆ। ਹੁਣੇ ਅਸੀਂ ਖਬਰ ਪੜ੍ਹ ਰਹੇ ਸੀ ਕਿ ਯੂਰਪ ਦੇ ਵਿੱਚ ਜਿਹੜਾ ਫੁੱਟਬਾਲ ਮੈਚ ਇੱਕ ਹੋਇਆ, 25,000 ਲੋਕ ਉੱਥੇ ਪਹੁੰਚੇ ਨੇ, ਬਕਾਇਦਾ ਉੱਥੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੇ ਉਹ ਇੰਜੋਏ ਕੀਤਾ। ਮੈਨੂੰ ਲੱਗਦਾ ਕਿ ਹੋਰ ਵੀ ਈਵੈਂਟ ਜਿਹੜੇ ਆ ਉਹ ਖੁੱਲ੍ਹਣ ਜਾ ਰਹੇ ਨੇ ਯੂਰਪ ਦੇ ਵਿੱਚ। ਹਾਂਜੀ, ਫੁੱਟਬਾਲ ਦੇ ਈਵੈਂਟ ਜਿਹੜੇ ਨੇ ਉਹ ਇਦਾਂ ਨਾ, ਹੁਣ ਜਿਹੜੇ ਕਈ ਸਟੇਡੀਅਮ 80,000 ਦੀ ਕਪੈਸਿਟੀ ਆ, 90,000 ਦੀ ਕਪੈਸਿਟੀ ਆ, ਉਹਦੇ ਵਿੱਚ ਉਹਨਾਂ ਨੇ 30,000 40,000 ਬੰਦਾ ਬਿਠਾਉਣਗੇ ਤੇ ਉਹ ਸ਼ੁਰੂ ਹੋ ਜਾਣਾ ਹੌਲੀ ਹੌਲੀ ਸਾਰਾ ਹੀ। ਲੇਕਿਨ ਅਜੇ ਤੱਕ 100% ਸਟੇਡੀਅਮ ਵਗੈਰਾ ਨਹੀਂ ਉਹਨਾਂ ਨੇ ਖੋਲੇ। ਅੱਛਾ, 100% ਨਹੀਂ ਖੋਲੇ, ਯਾਨੀ ਕਿ ਹਾਂਜੀ ਡਿਸਟੈਂਸ ਦੇ ਨਾਲ ਜਿਹੜੇ ਆ ਉਹ ਖੁੱਲ੍ਹਣੇ ਆ ਉਹ ਸ਼ੁਰੂ ਕਰ ਦਿੱਤੇ ਗਏ ਨੇ। ਹਾਂ, ਡਿਸਟੈਂਸ ਨਾਲ ਉਹਨਾਂ ਨੇ ਖੋਲਣੇ ਸ਼ੁਰੂ ਕਰਤੇ। ਮਾਲ ਵਗੈਰਾ ਸਾਰੇ ਖੁੱਲ ਗਏ। ਜਿੱਦਾਂ ਮਾਲ ਕਈ ਰਾਤ ਨੂੰ 10 ਵਜੇ ਤੱਕ ਬੰਦ ਹੁੰਦੇ ਸੀ, ਉਹ ਥੋੜੇ 2 ਘੰਟੇ ਪਹਿਲਾਂ ਬੰਦ ਹੋਣ ਲੱਗੇ, ਲੇਕਿਨ ਮਾਲ ਖੁੱਲਣ ਸਾਰੇ ਲੱਗ ਗਏ। ਤੇ ਅਗਰ ਗੱਲ ਕਰਦੇ ਆ ਕਿ ਜੇ ਆਪਾਂ ਬਿਜ਼ਨਸ ਦੀ ਗੱਲ ਕਰੀਏ ਕਿ ਜਿਹੜਾ ਬਿਜ਼ਨਸ ਆ ਉਹ ਰਨ ਹੋਣਾ ਸ਼ੁਰੂ ਹੋ ਗਿਆ ਜਾਂ ਹਜੇ ਵੀ ਜਿਹੜਾ ਆ ਮੰਦੀ ਦਾ ਦੌਰ ਆ, ਭਾਵੇਂ ਤੁਹਾਡਾ ਰੈਸਟੋਰੈਂਟ ਦਾ ਬਿਜ਼ਨਸ ਹੋਵੇ ਜਾਂ ਹੋਰ ਜਿਹੜੀਆਂ ਇੱਥੇ ਬਿਜ਼ਨਸ ਚੱਲਦੇ ਨੇ। ਜਿੱਦਾਂ ਆਪਾਂ ਇੰਡੀਆ ਦੀ ਗੱਲ ਕਰਦੇ ਆ, ਖਾਸ ਕਰ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਦੁਕਾਨਾਂ ਖੁੱਲੀਆਂ ਨੇ, ਗ੍ਰਾਹਕ ਜਿਹੜੇ ਨੇ ਉਹ ਗਾਇਬ ਨੇ। ਨਹੀਂ, ਇਦਾਂ ਜੀ ਦੇਖੋ, ਰੈਸਟੋਰੈਂਟ ਹੁਣ ਖੁੱਲੇ ਆ, ਅੱਗੇ ਵਾਲੀ ਗੱਲ ਨਹੀਂ ਹੈ ਕਿ ਬਿਲਕੁਲ ਨਹੀਂ ਹੈ, ਪਰ ਜਿਹੜਾ ਟੂਰਿਸਟ ਏਰੀਆ ਜਾਂ ਟੂਰਿਸਟ ਲੋਕ ਨੇ ਉਹ ਨਹੀਂ ਅਜੇ ਆ ਰਹੇ, ਕਿਉਂਕਿ ਬਾਹਰੋਂ ਸਾਰੇ ਬੰਦ ਆ, ਲੋਕ ਇੱਕ ਦੂਜੇ ਨੂੰ ਬਹੁਤਾ ਨਹੀਂ ਆ ਰਹੇ। ਲੇਕਿਨ ਲੋਕਲ ਜਿੰਨਾ ਵੀ ਕਸਟਮਰ ਆ ਉਹ ਤਕਰੀਬਨ ਸਾਰਾ ਹੀ ਆ ਰਿਹਾ। ਹੁਣ ਉਹ ਸਾਰਾ ਆ ਰਿਹਾ ਦੇ ਨਾਲ ਵੀ ਲੋਕ ਆਉਂਦੇ ਆ, ਸਾਡੇ ਨਾਲ ਵੀ ਅਸੀਂ ਕਾਫੀ ਨੋਟ ਕਰੀਦਾ। ਸਾਡੇ ਕੋਲ ਹੁਣ ਫੈਮਿਲੀਆਂ 8-8 10-10 ਬੰਦੇ ਦਾ ਗਰੁੱਪ ਵੀ ਆਉਣ ਲੱਗ ਗਏ। ਪਹਿਲਾਂ ਜਿਹੜੇ ਨਹੀਂ ਸੀ ਆਉਂਦੇ, ਪਹਿਲਾਂ ਫੋਨ ਕਰਕੇ ਪੁੱਛਦੇ ਸੀ ਤੁਸੀਂ ਕਿੰਨੇ ਬੰਦੇ ਬਿਠਾਓਗੇ, ਕਿੱਦਾਂ ਨੋਟ ਕਰੋਗੇ, ਉਹਨਾਂ ਦੇ ਨਾਂ ਐਡਰੈਸ ਵਗੈਰਾ ਸਭ ਕੁਝ ਕਰਨੇ ਪੈਂਦੇ ਸੀ। ਲੇਕਿਨ ਹੁਣ ਉਹਨਾਂ ਨੇ ਉਹ ਸਭ ਕੁਝ ਬੰਦ ਕਰਤਾ। ਕਹਿੰਦੇ ਜਿੰਨੇ ਵੀ ਬੰਦੇ 8-10 ਤੱਕ ਗਰੁੱਪ ਜਿਹੜਾ ਹੁੰਦਾ ਉਹ ਬਹਿ ਜਾਂਦਾ, ਕੋਈ ਪ੍ਰੋਬਲਮ ਨਹੀਂ। ਤੇ ਤੁਸੀਂ ਵੀ ਇਸ ਉਸ ਏਰੀਆ 'ਚ ਰਹਿੰਦੇ ਹੋ ਜਿੱਥੇ ਬਹੁਤ ਜ਼ੋਰ ਆ ਫਿਰ ਵੀ ਜਰਮਨੀ ਦੇ ਵਿੱਚ, ਤੇ ਇੰਡੀਆ ਦੇ ਵਿੱਚ ਹੁਣ ਜੋ ਸ਼ੁਰੂ ਹੋਇਆ ਆ ਲੋਕਡਾਊਨ, ਇੱਥੇ ਵੀ ਤਕਰੀਬਨ ਕਾਫੀ ਹੱਦ ਤੱਕ ਸ਼ਰਤਾਂ ਦੇ ਨਾਲ ਖੁੱਲ੍ਹ ਚੁੱਕਾ ਆ। ਤੁਸੀਂ ਜਿਹੜੇ ਇੱਥੇ ਦੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਦਾ ਉਹ ਖਿਆਲ ਰੱਖਣ? ਦੇਖੋ ਜੀ, ਸਾਡੀ ਤਾਂ ਬੇਨਤੀ ਆ ਸਾਰਿਆਂ ਲੋਕਾਂ ਨੂੰ, ਜਿੱਦਾਂ ਇਹਨਾਂ ਲੋਕਾਂ ਨੇ ਕੰਟਰੋਲ ਕਰ ਲਿਆ ਖੁਦ ਨੂੰ, ਆਪਣੇ ਆਪ ਨੂੰ ਡਿਸਟੈਂਸ ਦੇ ਕੇ, ਸੇਫਟੀ ਵਰਤ ਕੇ, ਇਦਾਂ ਹੀ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਡਿਸਟੈਂਸ ਰੱਖਣ, ਸੇਫਟੀ ਰੱਖਣ ਤੇ ਸੈਨੀਟਾਈਜ਼ਰ ਵਗੈਰਾ ਯੂਜ਼ ਕਰਨ। ਸਾਰੇ ਯੂਜ਼ ਕਰਨ ਦੀ ਜ਼ਰੂਰਤ ਵੀ ਹੈਗੀ ਆ। ਇੰਡੀਆ 'ਚ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਰੂਰਤ ਆ। ਹੁਣ ਇੱਥੇ ਵੀ ਸੈਨੀਟਾਈਜ਼ਰ, ਹਜੇ ਵੀ ਲੋਕ ਸੈਨੀਟਾਈਜ਼ਰ ਨੂੰ ਬਹੁਤ ਯੂਜ਼ ਕਰਦੇ ਆ, ਆਪਣੇ ਮੂੰਹ ਮਾਸਕ ਵਗੈਰਾ ਲਾ ਕੇ ਬਾਹਰ ਨਿਕਲਦੇ ਆ। ਤੇ ਇਹ ਚੀਜ਼ਾਂ ਤਾਂ ਜੇ ਇਹਨਾਂ ਦੀ ਸੇਫਟੀ ਕਹਿਣ ਤੋਂ ਬਗੈਰ ਹੀ ਗਵਰਨਮੈਂਟ ਦੇ ਕਰੀ ਜਾਂਦੇ ਆ, ਹਟਦੇ ਨਹੀਂ। ਗੋਰੇ ਇਸ ਗੱਲ ਨੂੰ ਚੰਗੇ ਆ, ਆਪ ਹੀ ਸਮਝੀ ਕਰੀ ਜਾਂਦੇ ਆ। ਪਰ ਸਾਡੇ ਲੋਕਾਂ ਨੂੰ ਵੀ ਇਹੋ ਹੀ ਚਾਹੀਦਾ ਕਿ ਆਪ ਗਵਰਨਮੈਂਟ ਦੇ ਕਹਿਣ ਤੋਂ ਬਗੈਰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਮਾੜੀ ਗੱਲ ਨਹੀਂ। ਵਧੀਆ ਗੱਲ ਹੈ, ਸੇਫਟੀ ਤਾਂ ਆਪਣੀ ਆ। ਇਹ ਲੋਕ ਆਪਣੀ ਸੇਫਟੀ ਖੁਦ ਕਰਦੇ ਆ ਔਰ ਇਹ ਵਧੀਆ ਗੱਲ ਆ। ਠੀਕ ਹੈ ਜੀ। ਰੈਸਟੋਰੈਂਟਾਂ ਦਾ ਜਿੱਥੇ ਤੇ ਕੰਮ ਆ ਉਹ ਲੋਕ ਕਾਫੀ ਬਹੁਤ ਜ਼ਿਆਦਾ ਫਰਕ ਪੈ ਗਿਆ ਅੱਗੇ ਨਾਲ। ਦੇਖੋ ਹੁਣ 70% ਦਾ ਤਕਰੀਬਨ ਬਿਜ਼ਨਸ ਠੀਕ ਹੋ ਗਿਆ, 25-30% ਜਿਹੜਾ ਆ ਉਹ ਵੀ ਠੀਕ ਹੋ ਜਾਣਾ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ ਜੀ, ਥੈਂਕ ਯੂ ਬਸਰਾ ਸਾਹਿਬ। ਹਾਂਜੀ, ਇਹ ਸੀ ਟੇਕਚੰਦ ਪੂਨੀ ਜੋ ਕਿ ਜਰਮਨੀ ਦੇ ਵਿੱਚ ਇਹਨਾਂ ਦਾ ਰੈਸਟੋਰੈਂਟ ਦੇ ਬਿਜ਼ਨਸ ਨੇ ਹੈਗੇ ਨੇ ਉੱਥੇ ਇਹਨਾਂ ਦੇ। ਤੇ ਠੀਕ ਆ ਕਿ ਉੱਥੇ ਹੁਣ ਜਿਹੜਾ ਯੂਰਪ ਆ, ਆਲਮੋਸਟ ਮੇਰੀ ਹੋਰ ਵੀ 2-4 ਜਗ੍ਹਾ ਤੇ ਗੱਲ ਹੋਈ ਸੀ, ਆਲਮੋਸਟ ਜਿਹੜਾ ਆ ਯੂਰਪ ਆ ਉਹ ਖੁੱਲ੍ਹ ਚੁੱਕਾ ਆ ਹੈ ਨਾ। ਹੋਰ ਵੀ ਬਹੁਤ ਏਰੀਏ ਜਿਹੜੇ ਨੇ ਉਹ ਖੁੱਲ੍ਹ ਚੁੱਕੇ ਨੇ, ਲੇਕਿਨ ਹਜੇ ਇੰਡੀਆ ਖੁੱਲ੍ਹ ਜ਼ਰੂਰ ਗਿਆ, ਲੇਕਿਨ ਨਾਮ ਦਾ ਖੁੱਲ੍ਹਿਆ ਆ। ਲੇਕਿਨ ਹਜੇ ਲੋਕਾਂ ਦੇ ਮਨ ਦੇ ਵਿੱਚ ਜਦ ਤੱਕ ਡਰ ਨਹੀਂ ਨਿਕਲਦਾ, ਡਰ ਨਿਕਲਣਾ ਇਸ ਕਰਕੇ ਨਹੀਂ ਚਾਹੀਦਾ ਹਜੇ ਕਿ ਇੱਥੇ ਹਜੇ ਆਪਾਂ ਵੱਧਦੇ ਪਏ ਆ, ਬਹੁਤ ਤੇਜ਼ੀ ਨਾਲ ਵੱਧ ਰਹੇ ਆ। ਜਦੋਂ ਘਟਨੇ ਸ਼ੁਰੂ ਹੋ ਜਾਣਗੇ ਫਿਰ ਆਪਾਂ ਨੂੰ ਡਰ ਨਿਕਲਣਾ ਜਿਹੜਾ ਆ ਉਹ ਜ਼ਰੂਰੀ ਆ। ਪਰ ਸਰ ਫਰਕ ਇਹ ਵੀ ਪੈਂਦਾ ਨਾ, ਉਹਨਾਂ ਨੂੰ ਘਰ ਬੈਠਿਆਂ ਨੂੰ ਵੀ ਸਹੂਲਤ ਮਿਲ ਰਹੀ ਸੀ, ਹੁਣ ਖੁੱਲਣ ਤੋਂ ਬਾਅਦ ਵੀ ਇਹਨਾਂ ਨੂੰ ਸਹੂਲਤ ਮਿਲ ਰਹੀ ਹੈ। ਸਾਨੂੰ ਨਾ ਘਰ ਬੈਠਿਆਂ ਨੂੰ ਸਹੂਲਤ ਮਿਲੀ, ਨਾ ਸਾਨੂੰ ਖੁੱਲਣ ਤੋਂ ਬਾਅਦ ਸਹੂਲਤ ਮਿਲ ਰਹੀ ਹੈ। ਮਤਲਬ ਇਹ ਵੀ ਜਿਹੜਾ ਥੋੜਾ ਫਰਕ ਪੈ ਜਾਂਦਾ। ਤੇ ਆਪਾਂ ਜਿਹੜੀ ਲੋਕਡਾਊਨ ਦੀ ਗੱਲ ਕਰਦੇ ਸੀ, ਹਜੇ ਆਪਾਂ ਜਿਹੜੇ ਆਪਣੇ ਸ਼ਾਟ ਨੇ ਅਸੀਂ ਦਿਖਾਵਾਂਗੇ ਕਿ ਇੱਥੇ ਬਾਜ਼ਾਰਾਂ ਦਾ ਕੀ ਹਾਲ ਆ। ਮੈਂ ਕਹਿੰਦਾ ਪਹਿਲਾਂ ਆਪਾਂ ਇਹ ਕਰੀਏ ਕਿ ਆਪਾਂ ਜਿਹੜੇ ਬਾਜ਼ਾਰਾਂ ਦੀ ਜੋ ਸਿਚੁਏਸ਼ਨ ਆ ਉਹਦੇ ਸੰਬੰਧ ਵਿੱਚ ਸਾਡੀ ਟੀਮ ਨੇ ਜਦੋਂ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਉਹ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਜਿਹੜੇ ਬਾਜ਼ਾਰਾਂ ਦੇ ਹਾਲਾਤ ਆ ਉਹ ਜ਼ਰੂਰ ਦਿਖਾਏ ਜਾਣ ਜੀ।
ਸਰ ਸਵੇਰ ਦਾ ਗਾਹਕ ਆਇਆ ਕੋਈ ਜੀ? ਸਰ ਕੋਈ ਗਾਹਕ ਨਹੀਂ ਆਇਆ, ਇੱਥੇ ਵਿਹਲੇ ਬੈਠੇ ਹੋਏ ਆ। ਤੇ ਕੀ ਕਹਿਣਾ ਚਾਹੁੰਦੇ ਤੁਸੀਂ? ਸਰ ਮੈਂ ਇਹੀ ਕਹਿਣਾ ਚਾਹੁੰਦਾ, ਸਰਕਾਰ ਦਾ ਕੋਈ ਪਤਾ ਨਹੀਂ ਲੱਗਦਾ, ਕਿਸੇ ਦਿਨ ਲੋਕਡਾਊਨ ਕਰ ਦਿੰਦੇ ਆ, ਕਿਸੇ ਦਿਨ ਨਹੀਂ ਕਰਦੇ ਆ, ਤੇ ਇਸ ਕਰਕੇ ਕਸਟਮਰ ਵੀ ਪਰੇਸ਼ਾਨ ਹੁੰਦੇ ਆ। ਹੁਣ ਆ ਨਹੀਂ ਰਹੇ ਹੈਗੇ, ਬਿਲਕੁਲ ਕੁਆਇਟ ਏਰੀਆ। ਸਰ ਜਦ ਹੁਣ ਲੋਕਡਾਊਨ ਹੀ ਕਰੇ ਦਿੱਤਾ ਸਰਕਾਰ ਨੇ, ਫਿਰ ਹੁਣ ਕਸਟਮਰ ਕਿੱਥੋਂ ਆਣ? ਹੁਣ ਸਰੰਗਾ ਪੱਟ ਕੇ ਤਾਂ ਆ ਨਹੀਂ ਸਕਦੇ ਥੱਲੇ। ਅਸੀਂ ਵੀ ਕੁਆਇਟ ਹੀ ਬੈਠੇ, ਦੇਖ ਲਓ ਸ਼ਾਪ ਦੇਖ ਲਓ, ਬਿਲਕੁਲ ਖਾਲੀ ਹੋਈ ਹੈ। ਫਿਰ ਕੀ ਮੰਗ ਕਰਦੇ ਸਰਕਾਰ ਤੋਂ ਜੀ? ਸਰਕਾਰ ਤੋਂ ਅਸੀਂ ਕਹੀਏ ਕੋਈ ਪੱਕਾ ਪ੍ਰਬੰਧ ਕਰਨ, ਹੈ ਨਾ ਵੀ ਲੋਕਡਾਊਨ ਤਾਂ ਬਿਲਕੁਲ ਲੋਕਡਾਊਨ ਹੀ ਰਵੇ। ਜਾਣੀ ਕਿ ਜਿਹੜਾ ਪਹਿਲਾ ਟਾਈਮ ਸੀਗਾ, ਜਿਹਦਾ 11 ਵਜੇ ਤੱਕ ਸੀਗਾ, ਉਹ ਬਿਲਕੁਲ ਵਧੀਆ ਸੀਗਾ ਟਾਈਮ। ਜੇ ਹੁਣ ਦੇਣੀ ਤਾਂ ਪੂਰੀ ਖੋਲ੍ਹ ਦਿੱਤੀ ਜਾਵੇ, ਨਹੀਂ ਤਾਂ ਵੀ ਬਿਲਕੁਲ ਬੰਦ ਕੀਤਾ ਜਾਵੇ। ਇਹ ਤਾਂ ਦੇਖੋ ਜੀ ਸਰਾਸਰ ਦੁਕਾਨਦਾਰਾਂ ਨਾਲ ਨਿਆਂ ਵਾ, ਤੇ ਜਦ ਟਰਾਂਸਪੋਰਟ ਹੀ ਨਹੀਂ ਚੱਲੂਗੀ ਤੇ ਪਿੰਡਾਂ 'ਚੋਂ ਗਾਹਕ ਕਿੱਥੇ ਹੋਊਗਾ ਸਾਡੇ ਕੋਲ? ਅਸੀਂ ਦੇਖੋ ਸਾਰੇ ਦੁਕਾਨਦਾਰ ਬੈਠੇ ਆ, ਇੰਨੇ ਵਰਕਰ ਰੱਖੇ ਲੋਕਾਂ ਨੇ, ਵਿਹਲੇ ਬੈਠੇ ਆ ਸਾਰੇ, ਕੰਮਕਾਰ ਕੋਈ ਨਹੀਂ ਹੈਗਾ। ਤੇ ਇਹ ਤਾਂ ਹੁਣ ਸਰਕਾਰ ਨੂੰ ਚਾਹੀਦਾ ਸੀਗਾ ਵੀ ਟਰਾਂਸਪੋਰਟ ਨਾਲ ਚਲਾਵੇ। ਜਦ ਤੱਕ ਮਿੰਨੀ ਬੱਸਾਂ, ਟੈਂਪੂ, ਆਟੋ ਨਹੀਂ ਚੱਲਦੇ ਉਹਨਾਂ ਚਿਰ ਸ਼ਹਿਰ ਦੇ ਵਿੱਚ ਨਹੀਂ ਆਉਣਾ। ਇਹ ਤਾਂ ਐਵੇਂ ਕਦੇ ਪਹਿਲਾਂ ਰੌਲਾ ਪਾਉਂਦੇ ਬੰਦ ਆ ਜੀ, ਬੰਦ ਆ, ਖੜੇ ਪੈ ਰਹੇ, ਹੁਣ ਰਾਤੀ ਕਹਿ ਤਾ ਜੀ ਖੋਲ੍ਹੋ ਸਵੇਰੇ। ਦੇਖੋ ਜੀ, ਮੈਨੂੰ ਤਾਂ ਲੱਗਦਾ ਵੀ ਸਾਡਾ ਪ੍ਰਸ਼ਾਸਨ ਕਨਫਿਊਜ਼ ਹੈ ਤੇ ਲੋਕਾਂ ਦੀ ਪਾਬੰਦੀ ਲਾ ਰਿਹਾ ਤੇ ਦੁਕਾਨਦਾਰਾਂ ਨੂੰ ਦੁਕਾਨਾਂ 'ਤੇ ਬੁਲਾ ਰਿਹਾ। ਤੇ ਅੱਜ ਮੈਨੂੰ ਲੱਗਦਾ ਸਵੇਰ ਦੇ 12 ਵੱਜ ਗਏ ਤੇ ਬਾਜ਼ਾਰ 'ਚ ਇੱਕ ਵੀ ਕਸਟਮਰ ਨਹੀਂ ਹੈਗਾ। ਦੁਕਾਨਦਾਰ ਇੱਕ ਮੰਦੀ ਤੋਂ ਪਰੇਸ਼ਾਨ ਆ, ਇੱਕ ਸਰਕਾਰ ਦੇ ਆਰਡਰਾਂ ਤੋਂ ਪਰੇਸ਼ਾਨ ਆ ਕਿ ਸਰਕਾਰ ਸਾਡੀ ਕਰ ਕੀ ਰਹੀ ਹੈ। ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਅਗਰ ਇੱਦਾਂ ਦੇ ਕੋਈ ਆਪਾਂ ਆਰਡਰ ਕਰਦੇ ਆ ਤੇ ਲੋਕਾਂ ਦੇ ਨੁਮਾਇੰਦਿਆਂ ਨੂੰ ਨਾਲ ਬਿਠਾ ਕੇ ਉਹਨਾਂ ਨਾਲ ਸਲਾਹ ਕਰਕੇ ਉਹਨਾਂ ਦੀਆਂ ਤਕਲੀਫਾਂ ਨੂੰ ਹੱਲ ਮੱਦੇਨਜ਼ਰ ਰੱਖਦੇ ਹੋਏ ਇੱਦਾਂ ਦੇ ਆਰਡਰ ਕਰਿਆ ਕਰਨ। ਕੀ ਲੱਗਦਾ ਕਿੱਥੋਂ ਤੱਕ ਸਹੀ ਹੈ ਇਹ ਆਰਡਰ? ਕਿੰਨਾ ਕੁ ਤੁਹਾਨੂੰ ਆਰਡਰ ਬਿਲਕੁਲ ਗਲਤ ਹੈਗੇ ਆ। ਇਹ ਲੱਗਦਾ ਵੀ ਮੈਨੂੰ ਨਹੀਂ ਸਮਝ ਆਈ ਵੀ ਸਾਡੇ ਮੁੱਖ ਮੰਤਰੀ ਸਾਹਿਬ, ਸ਼ਾਇਦ ਉਹਨਾਂ ਕੋਲ ਕੋਈ ਰਿਪੋਰਟਾਂ ਗਲਤ ਪਹੁੰਚਦੀਆਂ ਹੈਗੀਆਂ, ਉਹਨਾਂ ਨੂੰ ਸਹੀ ਰਿਪੋਰਟ ਨਹੀਂ ਪਹੁੰਚਦੀ ਤੇ ਸ਼ਾਇਦ ਉਹਨਾਂ ਨੇ ਇੱਦਾਂ ਦਾ ਫੈਸਲਾ ਲਿਆ। ਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਰਿਕੁਐਸਟ ਕਰੂੰਗਾ ਵੀ ਉਹ ਮਾਰਕੀਟ 'ਚ ਆਪ ਆਪਣੇ ਨੁਮਾਇੰਦੇ ਭੇਜ ਕੇ ਦੇਖਣ ਵੀ ਕਿ ਮਾਰਕੀਟ ਦਾ ਕੀ ਹਾਲ ਹੈ, ਉਹਦੇ ਹਿਸਾਬ ਨਾਲ ਆਪਣੇ ਜਿਹੜੇ ਡਿਸੀਜਨ ਹੈ ਉਹ ਲੈਣ। ਦੁਕਾਨਾਂ ਦਾ ਜਿਹੜਾ ਟਾਈਮ 3 ਵਜੇ ਤੱਕ ਦਾ ਸੀ ਉਹ ਬਹੁਤ ਵਧੀਆ ਸੀ। ਦੁਕਾਨਾਂ ਦਾ ਟਾਈਮ ਵਧਾ ਕੇ ਵੀ ਲੋਕਾਂ ਨੂੰ ਕਰੋਨਾ ਦੇ ਨੇੜੇ ਕਰਨ ਦਾ ਪ੍ਰਸ਼ਾਸਨ ਦਾ ਫੈਸਲਾ। ਮੈਂ ਫਿਰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ, ਕਿਉਂਕਿ ਸਾਡੇ ਜਿਹੜੀ ਪਬਲਿਕ ਹੈ ਉਹ ਸੋਸ਼ਲ ਡਿਸਟੈਂਸਿੰਗ ਦਾ ਫਰਕ ਨਹੀਂ ਰੱਖ ਰਹੀ। ਉਹਨਾਂ ਨੂੰ ਮੈਨੂੰ ਲੱਗਦਾ ਕਰੋਨਾ ਤੋਂ ਡਰ ਨਹੀਂ ਲੱਗਦਾ। ਇਸ ਕਰਕੇ ਸਾਡੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਸਖਤੀ ਨਾਲ ਇਹਨੂੰ ਪਾਲਣ ਕਰਵਾਉਣ। ਧੰਨਵਾਦ। ਵਾਰੀ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ। ਤੇ ਅੱਜ ਕੀ ਹਾਲਾਤ ਨੇ ਬਾਜ਼ਾਰਾਂ ਦੇ, ਉਹ ਇਹਨੇ ਇੱਕ ਜਿਹੜੀ ਖਬਰ ਆ, ਜਿਹੜੀ ਰਿਪੋਰਟ ਸੀ ਸਾਡੀ, ਉਹਨੇ ਚੱਲ ਕੇ ਪੇਸ਼ ਕਰ ਦਿੱਤੀ ਸਾਰਿਆਂ ਦੇ ਸਾਹਮਣੇ। ਬਿਲਕੁਲ ਸੁਨਮਸਾਨ ਸਿਰਫ ਦੁਕਾਨਦਾਰ ਜਾਂ ਉਹ ਜਿਹੜਾ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੇ ਜਾਂਦਾ ਉਹ ਬੰਦਾ ਆ, ਮਤਲਬ ਆਪਸੀ ਐਮਰਜੈਂਸੀ ਵਾਲਾ ਗਾਹਕ ਆ ਜਿਹੜਾ ਕਿ ਬਿਲਕੁਲ ਹੀ ਜਿਹਨੂੰ ਜ਼ਰੂਰਤ ਆ ਜਾਂ ਜਿਹਨੇ ਪਹਿਲਾਂ ਸੁਣਿਆ ਹੀ ਨਹੀਂ ਕਿ ਲੋਕਡਾਊਨ ਵੀ ਹੋਣਾ ਸੀ ਨਾ, ਉਹ ਜਿਹੜਾ ਗਾਹਕ ਆ ਉਹ ਕਿਤੇ ਨਾ ਕਿਤੇ ਹੈਗਾ। ਜਾਂ ਲੋਕਲ ਬੰਦੇ ਜਿਹੜੇ ਨੇ ਉਹ, ਕਿਉਂਕਿ ਬਾਜ਼ਾਰ ਨਾ ਤਾਂ ਹੁਣ ਪਿੰਡਾਂ ਦੇ ਵਿੱਚੋਂ ਬੱਸਾਂ ਆ ਰਹੀਆਂ ਨੇ, ਨਾ ਟੈਂਪੂ ਆ ਰਹੇ, ਨਾ ਕੁਝ ਹੋਰ ਆ ਰਿਹਾ ਆ। ਤੇ ਜਿਹੜੇ ਪਿੰਡਾਂ ਦੇ ਜਿਹੜੇ ਗਾਹਕ ਆ ਉਹ ਨਾ ਹੀ ਸ਼ਹਿਰ ਦੇ ਮੇਨ ਪੁਆਇੰਟ ਤੇ ਐਂਟਰੀ ਹੈਗੀ ਹੈ, ਮਤਲਬ ਉਹ ਵੀ ਬੰਦ ਕੀਤੇ ਗਏ ਨੇ ਨਾ ਜਿਹੜੀ ਆ ਉਹ ਐਂਟਰੀ ਨਹੀਂ ਹੈਗੀ। ਸਰ ਇੱਥੇ ਦੇਖਣ ਨੂੰ ਇਦਾਂ ਲੱਗ ਰਿਹਾ ਕਿ ਸਰਕਾਰ ਨੇ ਸੋਚਿਆ ਸੀ ਦੁਕਾਨਦਾਰਾਂ ਬਾਰੇ ਕਿ ਚੱਲ 5 ਵਜੇ ਤੱਕ ਦੁਕਾਨਾਂ ਖੋਲ ਲੈਣ, ਇਹਨਾਂ ਨੂੰ ਕੋਈ ਫਾਇਦਾ ਹੋ ਜਾਊਗਾ, ਪਰ ਮੈਨੂੰ ਲੱਗ ਰਿਹਾ ਕਿ ਨੁਕਸਾਨ ਜ਼ਿਆਦਾ ਹੋ ਰਿਹਾ। ਨੁਕਸਾਨ ਜਿਹੜਾ ਆ ਉਹ ਜ਼ਿਆਦਾ ਹੋ ਜਾ ਰਿਹਾ ਆ।
ਤੇ 2 ਘੰਟੇ ਜਿਹੜਾ ਸਿਰਫ ਦੁਕਾਨਾਂ ਟਾਈਮ ਘਟਾਇਆ ਗਿਆ। ਉੱਥੇ ਇੱਕ ਮਨਪ੍ਰੀਤ ਹੋਰ ਗੱਲ ਵੀ ਆ ਜਾਂਦੀ ਹੈ ਕਿ ਸ਼ਨੀਵਾਰ ਨੂੰ ਇਹ ਅਨਾਉਂਸ ਕਰ ਦਿੱਤਾ ਗਿਆ ਕਿ ਜੇ ਕਿਸੇ ਨੇ ਵਿਆਹ ਦੇ ਉੱਤੇ ਵੀ ਜਾਣਾ ਹੋਵੇ ਤਾਂ ਉਹ ਜਿਹੜੇ ਆ ਆਪਣੇ ਈ-ਪਾਸ ਲੈ ਕੇ, ਮਤਲਬ ਸਿਰਫ ਤੇ ਸਿਰਫ 50 ਪਾਸ ਉਹਨਾਂ ਨੂੰ 50 ਜਾਇਜ਼ ਆ ਮਿਲਨੇ। ਪਹਿਲਾਂ ਵੀ 50 ਬੰਦੇ ਹੀ ਕਿਹਾ ਗਿਆ ਸੀ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਿਹਨੇ ਬੰਦੇ ਨੇ ਐਤਵਾਰ ਦਾ ਵਿਆਹ ਰੱਖਿਆ ਹੋਏਗਾ ਛੁੱਟੀ ਵਾਲੇ ਦਿਨ ਦਾ, ਤੇ ਉਹਨੂੰ ਇੱਕ ਰਾਤ ਦੇ ਵਿੱਚ ਈ-ਪਾਸ ਜਿਹੜੇ ਆ ਉਹ ਨਹੀਂ ਮਿਲਣੇ, ਤੇ ਕੀ ਉਹ ਵਿਆਹ ਤੇ ਕਿੱਦਾਂ ਜਾਏਗਾ? ਜੇ ਜਾਏਗਾ ਤਾਂ ਰਸਤੇ 'ਚ ਕਿਹਨਾਂ ਕਿਹਦੀਆਂ ਡਾਂਗਾ ਖਾਏਗਾ, ਹਨਾ। ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਵਾਲੀ ਗੱਲ ਆ। ਬੇਸ਼ੱਕ ਅਸੀਂ ਇਕੱਲੇ ਪੰਜਾਬ ਗਵਰਨਮੈਂਟ ਦੀ ਗੱਲ ਨਹੀਂ ਕਰਦੇ, ਸੈਂਟਰ ਗਵਰਨਮੈਂਟ ਵੱਲੋਂ ਵੀ ਹੁਣ ਜਦੋਂ ਲਾਕਡਾਊਨ ਲਾਇਆ ਜਾਂਦਾ ਉਹ ਰਾਤ ਨੂੰ 8 ਵਜੇ ਸੀਐਮ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਆ ਅਨਾਉਂਸਮੈਂਟ ਕਰਦੇ ਨੇ ਕਿ ਰਾਤ 12 ਵਜੇ ਤੋਂ ਆਹ ਚੀਜ਼ ਹੋ ਰਹੀ ਆ। ਉਹ 4 ਘੰਟੇ ਵਿੱਚ ਮਤਲਬ ਉਹਦੇ ਤੋਂ ਡਰ ਜਾਂਦਾ, ਹੀ ਨਿਕਲ ਜਾਂਦਾ ਜੀ, ਹਨਾ। ਤੇ ਇਸ ਕਰਕੇ ਜਿਹੜਾ ਆ ਕਿ ਜਿਹੜਾ ਟਾਈਮ ਆ ਹਮੇਸ਼ਾ ਥੱਲੇ ਦੇ ਕੇ ਕਿਹਾ ਜਾਣਾ ਚਾਹੀਦਾ ਵੀ ਇਸ ਦਿਨ ਤੋਂ ਆਹ ਚੀਜ਼ ਆ ਉਹ ਲਾਗੂ ਹੋਊਗੀ। ਇਹ ਕੋਈ ਐਡੀ ਐਮਰਜੈਂਸੀ ਤਾਂ ਨਹੀਂ ਹੁੰਦੀ ਕਿ ਵੀ ਆਪਾਂ ਇੱਕ ਦਿਨ ਦੇ ਵਿੱਚ ਲਾਗੂ ਕਰ ਦੇਣੀ ਹੈ। ਤੇ ਪਹਿਲਾਂ ਅਗਰ 3-4 ਦਿਨ ਪਹਿਲਾਂ ਅਨਾਉਂਸਮੈਂਟ ਕਰ ਦਿੱਤੀਆਂ ਜਾਣ ਤਾਂ ਬੰਦਾ ਹਰ ਕੋਈ ਪਲੈਨਿੰਗ ਜਿਹੜੀ ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਉਹ ਕਰ ਲੈਂਦਾ। ਬਾਕੀ ਗੱਲ ਕਰਦੇ ਸੀ ਕਿ ਜਿਹੜਾ ਡਿਸਟ੍ਰਿਕਟ ਤੋਂ ਆਊਟ ਨਹੀਂ ਹੋਣਾ, ਉਹ ਇੱਕ ਗੱਲੋਂ ਜ਼ਰੂਰ ਸਮਝ ਆਉਂਦੀ ਆ ਕਿ ਲੋਕ ਜਿਹੜੇ ਆ ਕਿ ਆਪਣੇ ਕੋਈ ਰਿਸ਼ਤੇਦਾਰਾਂ ਦੇ ਤੁਰ ਪੈਂਦੇ ਆ, ਐਵੇਂ ਕੋਈ ਮਾਮੀ ਭੂਆ ਮਾਸੀ ਦੇ ਤੁਰ ਪੈਣਾ ਪੂਰੇ ਟੱਬਰ ਨੇ ਇਕੱਠੇ ਹੋ ਕੇ ਗੱਡੀ ਦੇ ਵਿੱਚ ਕਿ ਚਲੋ ਆ ਜਾਓ ਵਿਹਲੇ ਹੀ ਆ ਜੀ, ਅੱਜ ਐਤਵਾਰ ਆ ਫਲਾਣੇ ਰਿਸ਼ਤੇਦਾਰ ਨੂੰ ਜਾ ਕੇ ਮਿਲਾਈਏ, ਭੈਣ ਦੇ ਜਾਈਏ, ਉੱਥੇ ਜਾਈਏ। ਤੇ ਉੱਥੋਂ ਜਾਣੇ ਆਪਾਂ ਮਿਲਣ ਦੇ ਲਈ ਆ, ਕਈ ਵਾਰੀ ਕਰੋਨਾ ਲੈ ਜਾਂਦੇ ਆ ਜਾਂ ਉੱਥੋਂ ਗਿਫਟ ਲੈ ਆਉਂਦੇ ਆ, ਹਨਾ। ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਜਿਹੜੀ ਆ ਉਹ ਲੋੜ ਆ। ਤੇ ਬਾਕੀ ਜਿਹੜੀਆਂ ਨੇ ਤਕਰੀਬਨ ਜਿਹੜੀਆਂ ਗਾਈਡਲਾਈਨਸ ਨੇ ਜ਼ਿਆਦਾਤਰ ਉਹ ਉਹੀ ਨੇ। ਤੇ ਮਨਪ੍ਰੀਤ ਇੱਕ ਚੀਜ਼ ਹੋਰ ਬੜੀ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਬਣੀ ਹੋਈ ਸੀ ਕਿ ਤੁਹਾਨੂੰ ਪਤਾ ਕਿ ਪਿਛਲੇ ਤਕਰੀਬਨ 1.5-2 ਮਹੀਨੇ ਵਿੱਚ 1 ਕਰੋੜ ਰੁਪਈਆ ਪੰਜਾਬੀਆਂ ਨੇ ਥੁੱਕ ਦਿੱਤਾ ਇੱਕ ਕਿਸਮ ਦਾ। ਮਤਲਬ ਕਿ ਥੁੱਕਣ ਦਾ ਫਾਈਨ 1 ਕਰੋੜ ਤੋਂ ਉੱਪਰ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਪੰਜਾਬੀਆਂ ਤੋਂ ਵਸੂਲਿਆ ਗਿਆ ਆ ਕਿ ਹਜੇ ਇਹ ਪੰਜਾਬ ਆ, ਇੱਥੇ ਥੁੱਕਣ ਦੀ ਆਦਤ ਬਹੁਤ ਘੱਟ ਆ। ਤੇ ਇਸ ਹਿਸਾਬ ਦੇ ਨਾਲ ਅਗਰ ਗੱਲ ਕਰਦੇ ਆ ਬਿਹਾਰ ਦੀ, ਯੂਪੀ ਦੀ, ਜਿੱਥੇ ਕਿ ਉੱਥੇ ਸਾਰੇ ਸਟੇਸ਼ਨ ਭਰੇ ਹੋਏ ਹੁੰਦੇ ਨੇ, ਲਾਲ ਕੀਤੇ ਪਏ ਹੁੰਦੇ ਨੇ, ਤੇ ਉੱਥੇ ਕਿੰਨੇ ਕਰੋੜ ਰੁਪਈਆ ਜਿਹੜਾ ਆ ਉਹ ਇਕੱਠਾ ਉਹ ਹੋਇਆ ਹੋਏਗਾ। ਮਤਲਬ ਅਸੀਂ ਕਹਿ ਲਓ ਕਿ ਪੇ ਕਰ ਦਿੱਤਾ ਪਰ ਅਸੀਂ ਆਪਣੀ ਹੈਬਿਟ ਨੂੰ ਚੇਂਜ ਨਹੀਂ ਕੀਤਾ, ਹੈਬਿਟ ਨੂੰ ਜਿਹੜਾ ਆ ਉਹ ਚੇਂਜ ਜਿਹੜਾ ਆ ਉਹ ਹਾਲੇ ਆਪਾਂ ਨਹੀਂ ਕੀਤਾ। ਤੇ ਸਰ ਅਸੀਂ ਗੱਲ ਕਰ ਰਹੇ ਹਾਂ ਕੀ ਹਾਲਾਤ ਹੈਗੇ ਨੇ ਨਾ ਅੱਜ ਦੇ, ਕਿਹੜੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ। ਤੇ ਜੇਕਰ ਅਸੀਂ ਗੱਲ ਕਰੀਏ ਕੋਵਿਡ-19 ਦੀ, ਸਾਡੇ ਆਲੇ ਦੁਆਲੇ ਜਿਹੜਾ ਕਹਿ ਲਓ ਕਿ ਜਲੰਧਰ, ਲੁਧਿਆਣਾ, ਇਹ ਸਾਰੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਨੇ, ਅੰਮ੍ਰਿਤਸਰ ਸਾਹਿਬ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਨੇ। ਤੇ ਜੇਕਰ ਅਸੀਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਇੰਨੇ ਮਾੜੇ ਹਾਲਾਤ ਨੇ ਜਿਹੜੇ ਕਿ ਸਾਨੂੰ ਵੀਡੀਓ ਦੇ ਜ਼ਰੀਏ ਵੀ ਜਿਹੜੇ ਸਾਡੇ ਤੱਕ ਪਹੁੰਚ ਰਹੇ ਨੇ, ਹਨਾ, ਵੀ ਕਿੱਦਾਂ ਦੇ ਹਾਲਾਤ ਨੇ ਉੱਥੇ। ਕਹਿ ਲਓ ਕਿ ਸ਼ਮਸ਼ਾਨ ਘਾਟ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ ਸੰਸਕਾਰ ਕਰਨ ਦੇ ਲਈ, ਵੇਟਿੰਗ ਚੱਲ ਰਹੀ ਹੈ, ਹਨਾ। ਪਹਿਲਾਂ ਸਾਡੇ ਕਾਲਰ ਜੁੜੇ ਨੇ, ਆਪਾਂ ਦਿੱਲੀ ਦੀ ਗੱਲ ਉਹਦੇ ਤੇ ਨਾਲ ਹੀ ਜਿਹੜੇ ਸ਼ੁਰੂ ਰੱਖਾਂਗੇ ਜੀ। ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਮੈਂ ਲਾਲ ਕਮਲ ਕਰ ਰਿਹਾ। ਲਾਲ ਕਮਲ ਜੀ, ਤੁਸੀਂ ਅਪਰੇ ਤੋਂ ਸਾਨੂੰ ਸ਼ਾਟ ਵੀ ਭੇਜਿਆ ਸੀ, ਦੇਖਿਆ ਕਿ ਅਪਰਾ ਹੋਇਆ, ਗੁਰਾਇਆ ਹੋਇਆ, ਫਗਵਾੜਾ ਹੋਇਆ ਜਾਂ ਹੋਰ ਸ਼ਹਿਰਾਂ ਤੋਂ ਵੀ ਜਿਹੜੇ ਸ਼ਾਟ ਸਾਨੂੰ ਆਏ ਨੇ ਕਿ ਵੀ ਬਿਲਕੁਲ ਸੁੰਨਮਸਾਨ ਜਿਹੜੀ ਆ ਉਹ ਛਾਈ ਹੋਈ ਆ। ਤੇ ਕੀ ਦੱਸਣਾ ਚਾਹੋਗੇ ਤੁਸੀਂ ਇਸ ਟਾਈਮ ਅਪਰੇ ਵਿੱਚ ਕੀ ਪੋਜੀਸ਼ਨ ਆ? ਸਰ ਜੇ ਅਪਰੇ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਜਿਹੜੇ ਦੁਕਾਨਦਾਰ ਤੇ ਕਿਸਾਨ ਜਿਹੜੇ ਆ ਇਹ ਜ਼ਿਆਦਾ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੇ ਆ, ਕਿਉਂਕਿ ਕਦੇ ਲੋਕਡਾਊਨ ਲੱਗ ਗਿਆ, ਕਦੇ ਲੋਕਡਾਊਨ ਖੁੱਲ ਗਿਆ। ਤੇ ਕਿਤੇ ਨਾ ਕਿਤੇ ਜਿਹੜੀਆਂ ਇਹ ਸਰਕਾਰ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਆ ਲੋਕਡਾਊਨ ਲਾਉਣ ਦੇ, ਲੋਕਡਾਊਨ ਖੋਲਣ ਦੇ, ਉਹ ਕਿਸਾਨ ਜਿਹੜੇ ਆਪਣੇ ਕਿਸਾਨ ਆ ਤੇ ਜਿਹੜੇ ਆਪਣੇ ਦੁਕਾਨਦਾਰ ਆ ਉਹਨਾਂ ਦੇ ਹਿੱਤਾਂ ਲਈ ਕਾਫੀ ਨੁਕਸਾਨਦੇਹ ਸਾਬਤ ਹੋ ਰਹੇ ਆ। ਸਵੇਰੇ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਵੱਖ-ਵੱਖ ਦੁਕਾਨਦਾਰਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜੇ ਦੁਕਾਨਾਂ ਖੁੱਲਣੀਆਂ ਆ ਤੇ ਆਵਾਜਾਈ ਬੰਦ ਆ ਤਾਂ ਫਿਰ ਸਾਡੇ ਜਿਹੜੇ ਦੁਕਾਨ ਦੇ ਵਿੱਚ ਗਾਹਕ ਜਿਹੜੇ ਆ ਉਹ ਕੀ ਉਹ ਸੁਰੰਗ ਪੱਟ ਕੇ ਆ ਜਾਣਗੇ ਜਦੋਂ ਮਤਲਬ ਆਵਾਜਾਈ ਹੈ ਨਹੀਂਗੀ। ਬਿਲਕੁਲ ਜਿਹੜੇ ਕੁਐਸਚਨ ਉਹਨਾਂ ਨੇ ਖੜੇ ਕੀਤੇ ਵੀ ਹੈ ਨਹੀਂ ਸੀ, ਤੇ ਮੈਨੂੰ ਲੱਗਦਾ ਕਿ ਸਰਕਾਰਾਂ ਦੇ ਕੋਲ ਵੀ ਜਿਹੜੇ ਇਦਾਂ ਦੇ ਜਿਹੜੇ ਕੁਐਸਚਨ ਨੇ ਉਹਨਾਂ ਦੇ ਜਵਾਬ ਹੈ ਨਹੀਂ। ਤੇ ਉਹਨਾਂ ਨੂੰ ਇਦਾਂ ਲੱਗਦਾ ਕਿ ਕੀ ਇਹ ਡਰਾਮਾ ਹੈ ਕਿ ਜੀ ਕਦੀ ਜੀ ਖੋਲਤਾ ਜੀ, ਕਦੀ ਬੰਦ ਕਰ ਦਿੱਤਾ ਜੀ, ਕਦੀ ਖੋਲਤਾ ਕਦੇ ਬੰਦ ਕਰਤਾ। ਜੇ ਮਤਲਬ ਖੋਲਣਾ ਤਾਂ ਖੁੱਲਾ ਰਵੇ, ਜੇ ਬੰਦ ਕਰਨਾ ਤਾਂ ਬੰਦ ਰਵੇ, ਜਾਂ ਫਿਰ ਇਹਦੀ ਇੱਕ ਟਾਈਮਿੰਗ ਜਿਹੜੀ ਆ ਫਿਕਸ ਹੋਵੇ। ਇਦਾਂ ਦੇ ਮਤਲਬ ਹਾਲਾਤ ਜਿਹੜੇ ਆ ਉਹ ਦੁਕਾਨਦਾਰਾਂ ਦੇ ਆ। ਜੇ ਆਪਣੇ ਕਸਬਾ ਅਪਰਾ ਦੇ ਨੇੜੇ ਤੇੜੇ ਕਿਸਾਨਾਂ ਦੀ ਗੱਲ ਕਰੀਏ ਜੀ, ਜਿੱਥੇ ਝੋਨੇ ਦੀ ਲਵਾਈ ਜਿਹੜੀ ਪਿਛਲੇ ਸਾਲ ਉਹਨੇ 2500 ਰੁਪਏ ਦਿੱਤੀ ਉਹ 6-6000 ਤੱਕ ਚੱਲ ਗਈ ਹੈ ਜੀ। ਜਿਹੜੀ ਲੇਬਰ ਆ ਰਹੀ ਹੈ ਬਾਹਰੋਂ ਜੀ, ਉਹਨਾਂ ਦਾ ਕੋਈ ਕਰੋਨਾ ਟੈਸਟ ਨਹੀਂ ਹੋ ਰਿਹਾ ਹੈਗਾ। ਹੋ ਸਕਦਾ ਹੈ ਸਾਡੇ ਏਰੀਆ ਦੇ ਵਿੱਚ ਜਿਹੜੇ ਆ ਉਹ ਉਧਰੋਂ ਜਿਹੜੇ ਆਪਣੇ ਪ੍ਰਾਂਤ ਤੋਂ ਜਿਹੜਾ ਆ ਉਹ ਕਰੋਨਾ ਵੀ ਚੱਕ ਕੇ ਨਾਲ ਹੀ ਤੇ ਕਿਸਾਨਾਂ ਨੂੰ ਮੁਫਤ ਦੇ ਵਿੱਚ ਦੇ ਦੇਣ ਜੀ। ਇਦਾਂ ਦੇ ਜਿਹੜੇ ਕੁਐਸਚਨ ਆ ਇਹ ਵੱਡੇ ਹੈਗੇ ਆ ਕਿ ਲੋਕਡਾਊਨ ਤਾਂ ਕਰ ਦਿੱਤਾ, ਪਰ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਫਿਰ ਦੁਬਾਰਾ ਵਾਪਸ ਆ ਰਹੇ ਆ ਉਹਨਾਂ ਦੀ ਕੋਈ ਟੈਸਟਿੰਗ ਨਹੀਂ ਹੋ ਰਹੀ,
ਉਹਨਾਂ ਨੂੰ ਸਿੱਧਾ ਹੀ ਉੱਥੋਂ ਲਿਜਾ ਕੇ ਖੇਤਾਂ ਦੇ ਵਿੱਚ ਵਾੜ ਦਿੱਤਾ ਜਾਂਦਾ ਆ ਤੇ ਲੱਗਦਾ ਹੈ ਕਿ ਕਾਫੀ ਜਿਹੜੇ ਸਾਡੇ ਲਈ ਜਿਹੜੇ ਨੁਕਸਾਨਦੇਹ ਹੈਗਾ ਜੀ। ਏਦਾਂ ਦਾ ਸਰ ਹਾਲਾਤ ਹੈ ਜੀ ਸਾਡੇ ਅਪਰ ਏਰੀਏ ਦੇ ਜੀ ਸਰ। ਅਪਰੇ ਨੂੰ ਇੱਕ ਇਹ ਕਹਿ ਲਈਓ ਕਿ ਸੋਨੇ ਦੀ ਨਗਰੀ ਵੱਲੋਂ ਵੀ ਜਾਣਿਆ ਜਿਹੜਾ ਆ ਜਾਂਦਾ ਆ। ਇੱਥੇ ਦੇ ਸੋਨੇ ਦੇ ਜਿਹੜੇ ਕਾਰੋਬਾਰੀ ਨੇ ਬਹੁਤ ਮਸ਼ਹੂਰ ਨੇ। ਇੰਡੀਆ ਦੂਜੇ ਪੰਜਾਬ ਹੀ ਨਹੀਂ ਪੂਰੇ ਇੰਡੀਆ 'ਚੋਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਨੇ ਉਹ ਲੋਕ ਇੱਥੇ ਸੋਨੇ ਦੀ ਖਰੀਦਦਾਰੀ ਕਰਨ ਦੇ ਲਈ ਆਉਂਦੇ ਆ। ਤੇ ਅਗਰ ਇਸ ਕਿੱਤੇ ਨੂੰ ਲੈ ਕੇ ਦੇਖੀਏ ਕਿ ਲਾਕਡਾਊਨ ਦੇ ਪੀਰੀਅਡ ਦੌਰਾਨ ਇਹਨਾਂ ਦੀ ਕੀ ਪੋਜੀਸ਼ਨ ਆ? ਹੈਲੋ, ਹਾਂਜੀ ਮੇਰੀ ਸੁਣਦੇ ਹੋ ਸਰ? ਜਿਹੜਾ ਜੇ ਆਪਾਂ ਸੁਨਿਆਰਾ ਬਾਜ਼ਾਰ ਦਾ ਦੇਖੀਏ ਤਾਂ ਮਤਲਬ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਨੁਕਸਾਨ ਜਿਹੜਾ ਆ ਉਹ ਸਾਡੀ ਜਿਹੜੀ 골ਡ ਮਾਰਕੀਟ ਆ ਉਹਦਾ ਹੋ ਰਿਹਾ ਆ। ਸਾਡੇ ਇੱਥੇ ਜਿਹੜਾ ਮੇਨ ਜਿਹੜਾ ਬਾਜ਼ਾਰ ਹੈ ਜੀ ਉਹ ਬਾਬੂ ਰਾਮ ਸਰਾਫ ਐਂਡ ਸੰਸ ਤੇ ਨਿਰਭਰ ਕਰਦਾ ਹੈ, ਉਹਨਾਂ ਦੇ ਸ਼ੋਰੂਮ ਤੇ ਨਿਰਭਰ ਕਰਦਾ ਹੈ। ਕਿਉਂਕਿ ਦੁਨੀਆ ਦੇ ਵੱਖ-ਵੱਖ ਕੰਟਰੀਆਂ ਤੋਂ ਔਰ ਇੰਡੀਆ ਦੇ ਵੱਖ-ਵੱਖ ਪ੍ਰਾਂਤਾਂ ਤੋਂ ਜਿਹੜਾ ਸੋਨਾ ਲੈਣ ਉਹਨਾਂ ਦੀ ਕੁਆਲਿਟੀ ਨੂੰ ਦੇਖ ਕੇ ਉਹਨਾਂ ਦੇ ਕੋਲ ਲੋਕ ਸੋਨਾ ਲੈਣ ਆਉਂਦੇ ਆ ਤੇ ਉਹਦੇ ਬੰਦ ਰਹਿਣ ਨਾਲ ਵੀ ਜਿਹੜਾ ਸਾਡਾ ਜਿਹੜਾ ਬਾਜ਼ਾਰ ਦਾ ਹਾਲ ਹੈ ਜਿਹੜਾ ਉਹ ਕਾਫੀ ਮਾੜਾ ਹੋ ਗਿਆ। ਤੇ ਉਹ ਜਿਹੜਾ ਸੋਨੇ ਦੇ ਸ਼ੋਰੂਮ ਦੇ ਖੁੱਲਣ ਦਾ ਜਿਹੜਾ ਸਮਾਂ ਆ ਉਹ ਪਹਿਲਾਂ 9 ਤੋਂ 3 ਵਜੇ ਤੱਕ ਸੀ, ਹੁਣ 9 ਤੋਂ 5 ਵਜੇ ਤੱਕ ਬੇਸ਼ੱਕ ਕਰ ਦਿੱਤਾ ਗਿਆ, ਪਰ ਜਦੋਂ ਆਵਾਜਾਈ ਨਹੀਂ ਹੈ ਤਾਂ ਫਿਰ ਉਸ ਸ਼ੋਰੂਮਾਂ ਦੇ ਵਿੱਚ ਕਿਹਨਾਂ ਆਉਣਾ ਹੈ, ਉਹ ਲੇਬਰ ਦੇ ਖਰਚੇ ਜਿਹੜੇ ਆ ਉਹ ਜਿਹੜੇ ਸਟਾਫ ਦੇ ਖਰਚੇ ਜਿਹੜੇ ਉਹ ਬਕਾਇਦਾ ਉਹਨਾਂ ਨੂੰ ਉਹ ਦੇਣੇ ਪੈਂਦੇ ਆ। ਪਰ ਕਿਤੇ ਨਾ ਕਿਤੇ ਜਿਹੜੀ 골ਡ ਦੀ ਮਾਰਕੀਟ ਆ ਉਹ ਵੀ ਇਸ ਲਾਕਡਾਊਨ ਦੇ ਵਿੱਚ ਜਿਹੜੀ ਆ ਉਹ ਕਾਫੀ ਜਿਹੜੀ ਉਹ ਘਟੇ ਜਾ ਰਹੀ ਆ। ਔਰ ਇਸੇ ਕਰਕੇ ਜਿਹੜਾ ਅਪਰਾ ਆ ਤੇ ਉਹ ਵੀ ਜਿਹੜਾ ਦੁਕਾਨਦਾਰ ਅਪਰਾ ਜਿਹੜੇ ਬਾਕੀ ਦੁਕਾਨਦਾਰ ਆ ਉਹ ਵੀ ਜਿਹੜੇ ਕਾਫੀ ਨੁਕਸਾਨ ਦੇ ਵਿੱਚ ਜਾ ਰਹੇ ਆ। ਸਰਕਾਰ ਨੂੰ ਕਿਤੇ ਨਾ ਕਿਤੇ ਸਰ ਇਸ ਬਾਰੇ ਸੋਚਣ ਦੀ ਲੋੜ ਆ ਕਿ ਲਾਕਡਾਊਨ ਕਰਨਾ ਆ ਜਾਂ ਫਿਰ ਲਾਕਡਾਊਨ ਖੋਲਣਾ ਆ। ਜੇ ਕਰਨਾ ਆ ਤਾਂ ਚੰਗੀ ਤਰ੍ਹਾਂ ਕਰ ਦੇਣ, ਜੇ ਖੋਲਣਾ ਆ ਤਾਂ ਫਿਰ ਚੰਗੀ ਤਰ੍ਹਾਂ ਖੋਲ ਦੇਣ ਤਾਂ ਕਿ ਜਿਹੜਾ ਪਿਛੜਿਆ ਜਿਹੜਾ ਮੱਧ ਜਿਹੜਾ ਵਰਗ ਹੈ ਜਿਹੜਾ ਉਹਨੂੰ ਕਿਸ ਤਰ੍ਹਾਂ ਰਿਲੀਫ ਮਿਲ ਸਕੇ ਸਰ। ਜੀ ਸਰ, ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ ਸਰ, ਥੈਂਕ ਯੂ। ਤੇ ਇਹ ਸਨ ਲਾਲ ਕਮਲ ਜੀ ਅਪਰੇ ਤੋਂ। ਤੇ ਤੁਸੀਂ ਦੇਖਿਆ ਕਿ ਸੋਨ ਨਗਰੀ ਦੇ ਵੱਲ ਜਿਹਨੂੰ ਜਾਣਿਆ ਜਾਂਦਾ ਆ ਕਿ ਲੋਕ ਦੂਰੋਂ ਦੂਰੋਂ ਉੱਥੋਂ ਆਪਣੇ ਸ਼ਾਪਿੰਗ ਕਰਨ ਦੇ ਲਈ ਸੋਨੇ ਦੀ ਖਾਸ ਕਰ ਆਉਂਦੇ ਆ। ਤੇ ਉਹਦੇ ਜਿਹੜੀ ਇਸ ਟਾਈਮ ਪੋਜੀਸ਼ਨ ਆ ਹਨਾ ਜਿੱਥੇ ਬਾਕੀ ਕੰਮਾਂ ਪ੍ਰਭਾਵਿਤ ਹੋਏ ਨੇ ਸਾਰੇ ਵਰਗ ਡਾਊਨ ਜਿੱਦਾਂ ਉਹਨਾਂ ਦੇ ਬਾਬੂ ਰਾਮ ਸਰਾਫ ਨਹੀਂ ਆ ਤੇ ਨਾਮ ਆ ਪੂਰਾ ਦੁਨੀਆ ਦੇ ਵਿੱਚ ਜਿਹੜਾ ਆ ਉਹਨਾਂ ਦੇ ਸ਼ੋਰੂਮ ਦਾ। ਤੇ ਕਿਉਂਕਿ ਬੜੇ ਵਾਜਿਬ ਰੇਟ ਦੇ ਉੱਤੇ ਤੇ ਬੜੇ ਪਿਓਰ ਜਿਹੜਾ ਆ ਸਮਾਨ ਆ ਉਹ ਲੋਕਾਂ ਨੂੰ ਉਹ ਦਿੰਦੇ ਨੇ। ਤੇ ਸਰ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਦਿੱਲੀ ਦੀ, ਅਸੀਂ ਵੀਡੀਓ ਵੀ ਸਾਡੇ ਤੱਕ ਬਹੁਤ ਪਹੁੰਚੀਆਂ, ਕਈ ਡਾਕਟਰਾਂ ਦੀਆਂ ਵੀਡੀਓ ਪਹੁੰਚੀਆਂ ਜਿਹੜੇ ਕਹਿ ਰਹੇ ਕਿ ਸਾਨੂੰ ਪੋਜ਼ਿਟਿਵ ਅਸੀਂ ਹੋ ਚੁੱਕੇ ਹਾਂ ਕਰੋਨਾ ਦੇ ਨਾਲ, ਪਰ ਸਾਡਾ ਜਿਹੜਾ ਸਹੀ ਇਲਾਜ ਹੈ ਉਹ ਨਹੀਂ ਕੀਤਾ ਜਾ ਰਿਹਾ, ਸਮੇਂ ਸਿਰ ਇਲਾਜ ਨਹੀਂ ਕੀਤਾ ਜਾ ਰਿਹਾ, ਹਨਾ। ਤੇ ਨਾਲ ਦੀ ਨਾਲ ਜਿਹੜੇ ਲਾਸ਼ਾਂ ਦੇ ਢੇਰ ਲੱਗ ਰਹੇ ਨੇ ਕਿ ਇੰਨਾ ਬੁਰਾ ਹਾਲ ਆ ਕਿ ਕਰੋਨਾ ਦੇ ਨਾਲ ਮੌਤਾਂ ਜਿਹੜੀਆਂ ਦਿਨੋਂ ਦਿਨ ਬਹੁਤ ਹੋ ਰਹੀਆਂ ਨੇ। ਉਹ ਚਲੋ ਇੱਕ ਵੱਖਰੀ ਸਾਈਡ ਆ, ਹੁਣ ਇਹ ਦੁੱਖ ਹਰੇਕ ਨੂੰ ਜਿਹੜਾ ਪਿਆ ਆ, ਹਰੇਕ ਕੰਟਰੀ ਨੂੰ ਪਿਆ ਆ, ਹਰੇਕ ਕਹਿ ਲਓ ਕਿ ਸ਼ਹਿਰ ਦੇ ਵਿੱਚ ਇਹ ਦੁੱਖ ਪਹੁੰਚਿਆ ਹੋਇਆ ਆ, ਸਾਰੇ ਕਹਿ ਲਓ ਕਿ ਬਰਾਬਰ ਦੇ ਇਹਦੇ ਵਿੱਚ ਜਿਹੜਾ ਪਹੁੰਚ ਰਹੇ ਆ, ਹਨਾ। ਪਰ ਉੱਥੇ ਜਿਹੜੀ ਦਿੱਲੀ ਦੇ ਵਿੱਚ ਸਿਆਸਤ ਆ ਕਰੋਨਾ ਨੂੰ ਲੈ ਕੇ ਉਹ ਬੜੀ ਭਾਰੀ ਹੋਈ ਪਈ ਬੜੀ। ਉੱਥੇ ਦੇਖੋ ਕਿ ਪਹਿਲਾਂ ਤਾਂ ਕਿੰਨੀ ਮੇਨ ਚੀਜ਼ਾਂ ਦੇ ਉੱਤੇ ਉਹ ਸੈਂਟਰ ਦਾ ਕੰਟਰੋਲ ਆ ਜੀ। ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਸੈਂਟਰ ਗਵਰਨਮੈਂਟ ਕੁਝ ਨਹੀਂ ਕਰਨ ਦਿੰਦੀ, ਸੈਂਟਰ ਗਵਰਨਮੈਂਟ ਕਹਿ ਰਹੀ ਆ ਕਿ ਕੇਜਰੀਵਾਲ ਸਾਹਿਬ ਕੁਝ ਨਹੀਂ ਕਰਦੇ। ਇੱਕ ਪੁਆਇੰਟ ਜਿਹੜਾ ਆ ਮਨਪ੍ਰੀਤ ਉਹ ਨੋਟ ਕਰਨ ਵਾਲਾ ਇਹ ਆ ਜੀ ਕਿ 2 ਪੁਆਇੰਟ ਜਿਹੜੇ ਆ ਉਹ ਜ਼ਿਆਦਾ ਚੱਕੇ ਜਾ ਰਹੇ ਨੇ ਸਰਕਾਰ ਵੱਲੋਂ ਤੇ ਪੋਲੀਟੀਕਲ ਪਾਰਟੀਜ਼ ਵੱਲੋਂ। ਉਹ ਹੈਗਾ ਆ ਇੱਕ ਦਿੱਲੀ ਤੇ ਇੱਕ ਬੰਬੇ ਜੀ। ਦੋਨੇ ਜਗ੍ਹਾ ਦੇ ਉੱਤੇ ਭਾਜਪਾ ਦੀ ਸਰਕਾਰ ਨਹੀਂ ਹੈਗੀ। ਤੇ ਜੇ ਗੁਜਰਾਤ 'ਚ ਭਾਜਪਾ ਦੀ ਸਰਕਾਰ ਆ ਜਾਂ ਰਾਜਸਥਾਨ 'ਚ ਭਾਜਪਾ ਦੀ ਸਰਕਾਰ ਆ, ਜੇ ਉੱਥੇ ਇਹ ਚੀਜ਼ਾਂ ਹੁੰਦੀਆਂ ਆ ਉਹਨਾਂ ਨੂੰ ਹਾਈਲਾਈਟ ਘੱਟ ਕੀਤਾ ਜਾ ਰਿਹਾ। ਬਿਲਕੁਲ ਇੱਕ ਕਿਤੇ ਨਾ ਕਿਤੇ ਸਿਆਸਤ ਜਿਹੜੀ ਆ ਉਹ ਇਸ ਚੀਜ਼ ਦੇ ਉੱਤੇ ਵੀ ਭਾਰੀ ਆ ਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈਗੀ ਉਹਨਾਂ ਨੂੰ ਹਾਈਲਾਈਟ ਕਰਕੇ ਉੱਥੇ ਦੀਆਂ ਸਰਕਾਰਾਂ ਨੂੰ ਬਦਨਾਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਵੀ ਹੈਗੀ ਆ। ਮੈਂ ਇਹ ਨਹੀਂ ਕਹਿੰਦਾ ਕਿ ਬਈ ਦਿੱਲੀ ਦੇ ਵਿੱਚ ਹਾਲਾਤ ਬਹੁਤ ਵਧੀਆ ਨੇ, ਮੈਂ ਆਪ ਮੰਨਦਾ ਆ ਕਿ ਜੋ ਅਸੀਂ ਦੇਖਦੇ ਪਏ ਆ ਉਹਦੇ ਅਨੁਸਾਰ ਕਿ ਅਸੀਂ ਦੇਖਿਆ ਕਿ ਸ਼ਮਸ਼ਾਨ ਘਾਟ ਭਰੇ ਹੋਏ ਨੇ, ਵੇਟਿੰਗ ਜਿਹੜੀ ਆ ਉੱਥੇ ਚੱਲ ਰਹੀ ਆ, ਕਰੋਨਾ ਲਈ ਅਲੱਗ ਸ਼ਮਸ਼ਾਨ ਘਾਟ ਬਣਾ ਦਿੱਤੇ ਗਏ ਨੇ, ਹਸਪੀਟਲ ਭਰੇ ਪਏ ਨੇ, ਸਟ੍ਰੈਚਰ ਦੇ ਉੱਤੇ ਜਿਹੜੀਆਂ ਨੇ ਲਾਸ਼ਾਂ ਪਈਆਂ ਨੇ, ਲੋਕ ਜਿਹੜੇ ਆ ਫਰਸ਼ਾਂ ਦੇ ਉੱਤੇ ਪਏ ਨੇ। ਜਿਹੜੀਆਂ ਇਹ ਤਸਵੀਰਾਂ ਹੁੰਦੀਆਂ ਨੇ ਇਹ ਆਪਣੇ ਮਨ ਨੂੰ ਬੜੀਆਂ ਜਿਹੜੀਆਂ ਵਿਚਲਿਤ ਕਰਨ ਵਾਲੀਆਂ ਹੁੰਦੀਆਂ ਨੇ। ਮਨ ਜਿਹੜਾ ਆ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਦਾਸ ਹੁੰਦਾ ਆ। ਤੇ ਇਹ ਤੁਸੀਂ ਦੇਖੋ ਕਿ ਉੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਮਹਾਮਾਰੀ ਆ ਉਹ ਕਿੱਡੇ ਵੱਡੇ ਲੈਵਲ ਦੇ ਉੱਤੇ ਜਿਹੜੀ ਸਾਡੀ ਇਨਸਾਨੀਅਤ ਆ ਉਹਦਾ ਨੁਕਸਾਨ ਆ ਉਹ ਕਰਦੀ। ਕਹ ਲਓ ਕਿ ਇਨਸਾਨੀਅਤ ਮੁੱਕਦੀ ਜਾ ਰਹੀ ਹੈ
ਕਰੋਨਾ ਦੇ ਕਾਰਨ। ਤੁਸੀਂ ਇੱਕ ਚੀਜ਼ ਮਨਪ੍ਰੀਤ ਹੋਰ ਚੈੱਕ ਕਰੋ ਕਿ ਰੋਜ਼ ਕੋਈ ਨਾ ਕੋਈ ਕੰਟਰੀ ਜਿਹੜੀ ਆ ਆਪਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਜਾਂ ਨਿਊਜ਼ ਚੈਨਲਾਂ ਉੱਤੇ ਦੇਖਦੇ ਆ ਕਿ ਵੈਕਸੀਨ ਜਿਹੜੀ ਆ ਇਹਦੇ ਵੱਲੋਂ ਬਣਾ ਦਿੱਤੀ ਗਈ ਆ, ਇਹ 50% ਕੰਪਲੀਟ ਹੋ ਗਈ ਆ, ਭਾਵੇਂ ਕਦੀ ਜੌਨਸਨ ਐਂਡ ਜੌਨਸਨ ਕਹਿ ਦਿੰਦਾ ਆ, ਭਾਵੇਂ ਕੋਈ ਕੰਪਨੀ ਹੋਰ ਕਹਿ ਦਿੰਦੀ ਆ ਕਿ ਸਾਡਾ ਟ੍ਰਾਇਲ ਚੱਲਦਾ ਆ, ਸਾਡਾ ਆ ਹੋ ਗਿਆ, ਹਜੇ ਤੱਕ ਪਰ ਵੈਕਸੀਨ ਆਈ ਕਿਸੇ ਨਹੀਂ ਆਈ। ਬਿਲਕੁਲ, ਭਾਵੇਂ ਕੋਰੀਆ ਦੀ ਗੱਲ ਕਰ ਲਈਏ, ਭਾਵੇਂ ਚਾਈਨਾ ਦੀ ਗੱਲ ਕਰ ਲਈਏ, ਭਾਵੇਂ UK ਦੀ ਗੱਲ ਕਰ ਲਈਏ, ਅਮਰੀਕਾ, ਜਿੱਥੇ ਦੀ ਮਰਜ਼ੀ ਗੱਲ ਕਰ ਲਈਏ, ਸਾਰੇ ਜਿਹੜੇ ਨੇ ਵੈਕਸੀਨ ਬਣਾਉਣ ਦੇ ਲਈ ਆਪਣੇ ਆਪਣੇ ਤੌਰ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਲੱਗੇ ਹੋਏ ਨੇ, ਲੇਕਿਨ ਹਜੇ ਤੱਕ ਰਿਜ਼ਲਟ ਜਿਹੜਾ ਆ ਉਹ ਸਾਡੇ ਸਾਹਮਣੇ ਨਹੀਂ ਆਇਆ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਡਰ ਦੀ ਉਹ ਗੱਲ ਆ ਜੀ। ਤੇ ਸਰ ਜਦੋਂ ਨਵਾਂ ਕਰੋਨਾ ਦਾ ਜਿਹੜਾ ਕਹਿ ਲਓ ਕਿ ਦੌਰ ਚੱਲਿਆ ਸੀ, ਕੰਮ ਬੰਦ ਹੋ ਗਿਆ ਸੀ ਤੇ ਰਾਸ਼ਨ ਇੱਕ ਵੰਡਿਆ ਜਾ ਰਿਹਾ ਸੀ ਹੈ ਨਾ, ਮਤਲਬ ਲੋੜਵੰਦਾਂ ਨੂੰ, ਜਿਨ੍ਹਾਂ ਨੂੰ ਲੋੜ ਸੀਗੀ, ਜਿਹੜੀਆਂ ਸੰਸਥਾਵਾਂ ਵੱਲੋਂ ਵੀ ਰਾਸ਼ਨ ਵੰਡੇ ਜਾ ਰਹੇ ਸੀ, ਸਰਕਾਰ ਵੱਲੋਂ ਵੀ ਰਾਸ਼ਨ ਵੰਡੇ ਜਾ ਰਹੇ ਸੀ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਕਹਿ ਲਓ ਕਿ ਹੁਣ ਸ਼ਾਂਤ ਹੀ ਹੋ ਗਿਆ? ਨਹੀਂ, ਉਹ ਇਦਾਂ ਸੀ ਕਿ ਉਹ ਰਾਸ਼ਨ ਜਿਹੜਾ ਸੰਸਥਾਵਾਂ ਵੱਲੋਂ ਵੰਡਿਆ ਜਾਂਦਾ ਸੀ, ਉਹ ਰਾਸ਼ਨ ਵੰਡਣ ਦਾ ਕਾਰਨ ਇੱਕ ਆ ਜਾਂਦਾ ਸੀਗਾ ਕਿ ਬਈ ਲੋਕਾਂ ਦੇ ਕੋਲ ਕੰਮ ਨਹੀਂ ਹੈਗਾ, ਲੋਕੀ ਜੇ ਕੋਈ ਭਾਵੇਂ ਦਿਹਾੜੀਦਾਰ ਆ ਜਾਂ ਉੱਦਾਂ ਆ, ਉਹਨਾਂ ਕੋਲ ਕੰਮ ਨਹੀਂ ਹੈਗਾ, ਤੇ ਜੇ ਉਹ ਕੰਮ ਨਹੀਂ ਹੈਗਾ ਤੇ ਉਹ ਖਾ ਪੀ ਕਿੱਥੋਂ ਸਕਦੇ ਆ ਨਾ। ਇਸ ਕਰਕੇ ਸੰਸਥਾਵਾਂ ਵੱਲੋਂ ਬੜੀ ਮੁਸ਼ਕਿਲ ਦੌਰ ਦੇ ਵਿੱਚ ਹੈ ਨਾ, ਕਿ ਇਹ ਨਹੀਂ ਕਿ ਸੰਸਥਾਵਾਂ ਕੋਲ ਬਹੁਤ ਪੈਸਾ ਹੁੰਦਾ ਆ, ਲੇਕਿਨ ਆਪਣੇ ਤੌਰ ਦੇ ਉੱਤੇ ਸਾਰਿਆਂ ਵੱਲੋਂ ਇਕੱਠਾ ਕਰਕੇ ਪਹਿਲ ਕਦਮੀ ਤਾਂ ਕਰਦੇ ਆ, ਪਹਿਲ ਕਦਮੀ ਕਰਦੇ ਆ, ਜਿਹਦੇ ਕਰਕੇ ਬਹੁਤ ਜ਼ਿਆਦਾ ਬਚਾਅ, ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਨਾ, ਬਹੁਤ ਜ਼ਿਆਦਾ ਬਚਾਅ ਜਿਹੜਾ ਆ ਉਹ ਲੋਕਾਂ ਦਾ ਹੋਇਆ, ਕਿਉਂਕਿ ਸੁੱਕਾ ਰਾਸ਼ਨ, ਲੰਗਰ, ਹਰੇਕ ਚੀਜ਼ ਜਿਹੜੀ ਆ ਉਹ ਪਹੁੰਚਾਈ ਗਈ ਆ ਜੀ। ਤੇ ਸਾਡੇ ਕੋਲ ਕਾਲਰ ਜਿਹੜੇ ਆ ਉਹ ਜੁੜੇ ਨੇ। ਹੈਲੋ ਜੀ, ਨਮਸਤੇ ਮੈਡਮ। ਨਮਸਤੇ ਜੀ। ਹਾਂਜੀ ਮੈਮ, ਜਿਹੜੀ ਆਹ ਹੁਣ ਲੋਕਡਾਊਨ ਸੈਟਰਡੇ ਦਾ ਇਹਨਾਂ ਦੱਸ ਦਿੱਤਾ ਹੈਗਾ 5 ਵਜੇ ਤੱਕ ਦੁਕਾਨਾਂ ਖੁੱਲਣਗੀਆਂ। ਹਾਂਜੀ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਮੈਂ ਸਰਕਾਰ ਦੇ ਨੁਮਾਇੰਦਿਆਂ ਤੋਂ, ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਇਹ 5 ਵਜੇ ਤੋਂ ਬਾਅਦ ਕਰੋਨਾ ਜੀ ਛੱਡ ਦਿੰਦੇ ਆ ਜਾਂ ਕਰੋਨਾ ਜੀ 5 ਵਜੇ ਤੋਂ ਪਹਿਲਾਂ ਛੁੱਟੀ ਦੇ ਦਿੰਦੇ ਆ? ਇਹੀ ਜਿਹੜੀ ਆ ਬੜੀ ਵੱਡੀ ਜਿਹੜੀ ਆ ਕਨਫਿਊਜ਼ ਕਰਨ ਵਾਲੀ ਗੱਲ ਆ। ਜੇ 6 ਦਿਨ ਦੁਕਾਨਾਂ ਖੁੱਲਣੀਆਂ ਨੇ ਜਾਂ ਪ੍ਰੋਪਰ ਖੁੱਲਣੀਆਂ ਨੇ, ਠੀਕ ਆ, ਕਿ ਇਹਦੇ ਵਿੱਚ ਤਾਂ ਇਹ ਵੀ ਆ ਜਾਂਦਾ ਕਿ ਰਾਤ ਦਾ ਕਰਫਿਊ 9 ਤੋਂ ਸਵੇਰੇ 5 ਵਜੇ ਤੱਕ ਕੀ ਵੈਲਿਊ ਆ ਉਹਦੀ, ਉਹੀ ਤਾਂ ਗੱਲ, ਉਸ ਟਾਈਮ ਤਾਂ ਲੋਕੀ ਆਪੇ ਨਿਕਲਦੇ। ਹਾਂ, ਉਹਦਾ ਇੱਕ ਤਰਕ ਜਿਹੜਾ ਦਿੱਤਾ ਜਾਂਦਾ ਉਹ ਬੜਾ ਸਹੀ ਆ ਕਿ ਉਸ ਟਾਈਮ ਲੋਕੀ ਜਿਹੜੇ ਨਹੀਂ ਤਾਂ ਰਾਤ ਨੂੰ ਨਿਕਲ ਜਾਂਦੇ, ਪਾਰਟੀਆਂ ਕਰਦੇ ਆ, ਵਿਆਹਾਂ ਦੇ ਉੱਤੇ ਲੇਟ ਹੁੰਦੇ ਆ, ਜਿਹਦੇ ਕਰਕੇ ਉਹ ਕੀਤਾ ਗਿਆ। ਉਹ ਇੱਕ ਇਹ ਪੁਆਇੰਟ ਜਿਹੜਾ ਆ ਉਹ ਆਪਣੇ ਆਪੇ ਠੀਕ ਆ, ਲੇਕਿਨ ਉੱਦਾਂ ਜੇ ਆਮ ਨੋਰਮਲ ਬੰਦੇ ਲਈ ਦੇਖਿਆ ਜਾਵੇ ਤਾਂ 9 ਤੋਂ 5 ਵਜੇ ਤੱਕ ਉਹਦੀ ਕੋਈ ਵੈਲਿਊ ਨਹੀਂ ਹੈਗੀ। ਇਦਾਂ ਹੀ ਜਿਹੜਾ ਇਹਦੀ ਲੋਕਡਾਊਨ ਦੀ ਗੱਲ ਕਰਦੇ ਹੋ, ਹੁਣ ਐਤਵਾਰ ਜੇ ਨਹੀਂ ਵੀ ਨਿਕਲਾਂਗੇ, ਜੇ ਕਿਸੇ ਨੇ ਸ਼ੁੱਕਰਵਾਰ ਮਿਲ ਲਿਆ ਫਿਰ ਕੀ ਹੋਊਗਾ? ਹਾਂਜੀ, ਜਾਂ ਤਾਂ ਸਰ ਇਹਨੂੰ ਪ੍ਰੋਪਰ ਲਾਕਡਾਊਨ ਕੀਤਾ ਜਾਵੇ, ਜਿਸ ਤਰ੍ਹਾਂ ਪਹਿਲਾਂ ਕੀਤਾ ਗਿਆ ਸੀ, ਕੁਝ ਹਦਾਇਤਾਂ ਦੇ ਕੇ ਕੰਮ ਕਰਵਾਏ ਜਾਣ। ਹੁਣ ਤੁਸੀਂ ਕੰਮ ਵੀ ਕਰਵਾਉਂਦੇ ਪਏ ਆ, ਉਹਦੇ ਵਿੱਚ ਤੁਸੀਂ ਤੰਗੀਆਂ ਵੀ ਕ੍ਰੀਏਟ ਕਰਦੇ ਪਏ ਆ। ਫਿਰ ਇਹ ਦਰਅਸਲ ਮੈਨੂੰ ਜਿੱਥੇ ਤੱਕ ਮੇਰਾ ਖਿਆਲ ਹੈ, ਪ੍ਰਸ਼ਾਸਨ ਦੀ ਕਰਪਸ਼ਨ ਦੀ ਇੱਕ ਤਿਆਰੀ ਹੋ ਰਹੀ ਹੈ ਕਿ ਅਸੀਂ ਕਰਪਟ ਜਿਹੜੇ ਪੈਸਾ ਏਠਣ ਦੀ ਤਿਆਰੀ ਹੋ ਰਹੀ ਹੈ ਕਿ 2 ਘੰਟੇ ਪਹਿਲਾਂ ਪ੍ਰੈਸ਼ਰ ਪਾ ਦਈਏ। ਹੁਣ ਕੱਲ ਦੀ ਗੱਲ ਮੈਂ ਤੁਹਾਨੂੰ ਦੱਸਦਾ, ਵਿੱਚ ਕੁਝ ਪੁਲਿਸ ਨੁਮਾਇੰਦੇ ਅਨਾਉਂਸਮੈਂਟ ਕਰਦੇ ਸੀ 7 ਵਜੇ ਦੁਕਾਨਾਂ ਬੰਦ ਕਰ ਦਿਓ, ਜਦ ਕਿ 8 ਵਜੇ DC ਦੇ ਹੁਕਮ ਆ, ਸਟੇਟ ਦੇ ਐਡਮਿਨਿਸਟ੍ਰੇਸ਼ਨ ਦੇ ਹੁਕਮ ਆ ਕਿ 8 ਵਜੇ ਤੱਕ ਤੁਹਾਡੀ ਦੁਕਾਨਾਂ ਖੋਲ੍ਹਣ। ਉਹ 7 ਵਜੇ ਧੱਕੇ ਨਾਲ ਬੰਦ ਕਰਾਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਮੈਂ ਕੋਲ ਜਦ ਮੈਂ ਪੁੱਛਿਆ, ਮੈਂ ਕਿਹਾ ਸਰ ਆ ਜਵਾਬ ਦਿਓ, ਹੁਣ ਕੱਲ ਸੈਟਰਡੇ ਦਾ ਤੁਹਾਡੀ ਦੁਕਾਨ ਸਾਰੇ ਬਾਜ਼ਾਰ ਬੰਦ ਹੋਣੇ ਆ। ਤੇ ਮੈਂ ਕਿਹਾ ਮੈਨੂੰ ਇੱਕ ਮੈਸੇਜ ਆਇਆ ਹੈਗਾ ਪਿੱਛੋਂ ਪ੍ਰਸ਼ਾਸਨ ਵੱਲੋਂ, ਨੋਟਿਸ ਆਇਆ ਜਿਸ 'ਚ ਲਿਖਿਆ ਵੀ 5 ਵਜੇ ਤੱਕ ਸੈਟਰਡੇ ਖੁੱਲਣਗੀਆਂ। ਨਹੀਂ ਜੀ, ਨਹੀਂ ਹੈ, ਪ੍ਰਸ਼ਾਸਨ ਦਾ ਕੋਈ ਹੁਕਮ ਨਹੀਂ ਹੈਗਾ, ਸਾਨੂੰ ਵੀ ਹੁਕਮ ਨਹੀਂ ਕੋਈ ਹੈ, ਫਿਲਹਾਲ ਤੁਸੀਂ 7 ਵਜੇ ਬੰਦ ਕਰ ਦਿਓ ਦੁਕਾਨਾਂ। ਮੈਂ ਕਿਹਾ ਸਰ 8 ਵੱਜ ਚੁੱਕੇ, ਅਸੀਂ 8 ਵਜੇ 10 ਮਿੰਟ ਪਏ, ਤੁਸੀਂ 7 ਵਜੇ ਬੰਦ ਕਰਾਉਂਦੇ ਪਏ, ਘੰਟਾ ਪਹਿਲਾਂ ਆਉਣਾ ਸੀ ਤੁਸੀਂ ਅਨਾਉਂਸਮੈਂਟ। ਦਰਅਸਲ ਪ੍ਰਸ਼ਾਸਨ ਨੂੰ ਖੁਦ ਨੂੰ ਨਹੀਂ ਪਤਾ ਉਹ ਕਰਨਾ ਕੀ ਉਹਨਾਂ ਨੇ, ਬਿਲਕੁਲ ਸਰਕਾਰ ਦਾ ਕੀ ਕਰਵਾਊਗੀ ਕੰਮ। ਪ੍ਰਸ਼ਾਸਨ ਜਿਹੜਾ ਆ, ਸਾਡੀ ਬਹੁਤ ਸਾਰੇ ਅਧਿਕਾਰੀਆਂ ਦੇ ਨਾਲ ਗੱਲ ਹੁੰਦੀ ਆ, ਉਹ ਸੱਚ ਵਿੱਚ ਇਹ ਕਹਿੰਦੇ ਕਿ ਸਾਨੂੰ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਆਰਡਰ ਕਦੋਂ ਆ ਜਾਣਾ ਤੇ ਉਹਨੂੰ ਇੰਨੀ ਜਲਦੀ ਇੰਪਲੀਮੈਂਟ ਕਿੱਦਾਂ ਕਰਨਾ। ਖੁਦ ਕਨਫਿਊਜ਼ ਨੇ ਇਸ ਚੀਜ਼ ਨੂੰ ਲੈ ਕੇ। ਇਹ ਚੀਜ਼ਾਂ ਦਾ ਅਸਰ ਆਮ ਨਾਗਰਿਕ ਤੇ ਆਮ ਨੌਕਰੀ ਪੇਸ਼ਾ ਦੇ ਬਹੁਤ ਪੈ ਰਿਹਾ ਆ। ਕੱਲ ਮੈਨੂੰ ਇੱਕ ਕਿਸੇ ਸਰਵਿਸਮੈਨ ਦਾ ਫੋਨ ਆਇਆ, ਸਰ ਮਦਾਨ ਜੀ, ਸੌਰੀ ਸਰ, ਦੱਸੋ ਤੁਸੀਂ ਮੈਨੂੰ ਗੱਲ ਕਿ ਮੈਂ ਹੁਣ ਆਪਣੇ ਘਰ ਜਾਣਾ ਆ, ਅੱਜ ਸੈਟਰਡੇ ਲੋਕਡਾਊਨ ਲੱਗ ਗਿਆ, ਮੇਰੀ ਕੱਲ ਫੈਕਟਰੀ ਬੰਦ ਹੋਣੀ ਆ, ਮੇਰਾ ਆਫਿਸ ਬੰਦ ਹੋਣਾ, ਮੈਂ ਹੁਣ ਚੱਲ ਜਾਵਾਂ ਹਿਮਾਚਲ ਪ੍ਰਦੇਸ਼? ਪੁੱਛ ਕੇ ਦੱਸੋ ਸਾਨੂੰ ਜੀ। ਉਹ ਵਿਚਾਰਾ ਜਾਣ ਨੂੰ ਤਿਆਰ ਬੈਠਾ ਆ, ਅੱਧੇ ਘੰਟੇ ਬਾਅਦ ਉਹਨੂੰ ਮੈਸੇਜ ਮਿਲਦਾ ਤੂੰ ਕੈਂਸਲ ਕਰ, ਨਹੀਂ ਜਾਣਾ, ਲੋਕਡਾਊਨ ਕੱਲ ਦਾ ਕੈਂਸਲ ਹੋ ਗਿਆ। ਆਮ ਨਾਗਰਿਕ, ਆਮ ਸਰਵਿਸਮੈਨ, ਆਮ ਜਿਹੜਾ ਵਿਚਾਰਾ ਨੌਕਰ ਪੇਸ਼ਾ ਜਿਹੜਾ ਦੂਰੋਂ ਪਿੰਡਾਂ 'ਚ ਆਉਂਦਾ ਹੈ, ਉਹ ਪਰੇਸ਼ਾਨ ਹੋ ਗਏ ਕਿ ਇਹਨਾਂ ਦਾ ਕੋਈ ਜਿਹੜਾ ਫੈਸਲਾ ਹੈ ਉਹ ਸਹੀ ਢੰਗ ਨਾਲ ਲਾਗੂ ਹੀ ਨਹੀਂ ਕਰਦੇ। 10 ਮਿੰਟ ਬਾਅਦ ਫੈਸਲਾ ਬਦਲ ਦਿੰਦੇ ਆਪਣਾ। ਬਿਲਕੁਲ ਜੀ, ਉਹ ਪਹਿਲਾਂ ਫੈਸਲਾ ਲਿਆ ਜਾਂਦਾ, ਉਸ ਤੋਂ ਬਾਅਦ ਸੋਚਿਆ ਜਾਂਦਾ ਕਿ ਇਹ ਫੈਸਲਾ ਹੁਣ ਲਾਗੂ ਕਿੱਦਾਂ ਕਰੀਏ। ਮੇਰੀ ਤਾਂ ਇੱਕ ਰਾਏ ਆ ਸਰਕਾਰ ਨੂੰ, ਜਾਂ ਤਾਂ ਪ੍ਰੋਪਰ ਲਾਕਡਾਊਨ ਕਰ ਦੇਣ, ਪ੍ਰੋਪਰ ਲਾਕਡਾਊਨ ਕਰ ਦੇਣ। ਵਿੱਚੋਂ ਜਿੱਦਾਂ ਐਸੈਂਸ਼ੀਅਲ ਸਰਵਿਸਿਜ਼ ਪਹਿਲਾਂ ਖੁੱਲੀਆਂ ਸੀ, ਹੁਣ ਕੱਲ 84 ਮਾਮਲੇ ਨਵੇਂ ਆਏ ਆ। 84 ਆਏ ਜੀ, 84 ਮਾਮਲੇ ਅੱਜ ਵੀ ਹੋਰ ਵਧਨੇ ਆ। ਇਹ ਦਿਨ ਪਰ ਦਿਨ ਸਾਡਾ ਦੇਸ਼ ਤਰੱਕੀਆਂ ਤੇ ਜਾ ਰਿਹਾ, ਚੌਥੇ ਨੰਬਰ ਤੇ ਆ ਗਿਆ, ਮੈਨੂੰ ਲੱਗਦਾ ਪਹਿਲੇ ਨੰਬਰ ਤੇ ਇਹਨੇ ਆ ਜਾਣਾ ਜਲਦੀ।
ਬਿਲਕੁਲ ਪੇਸ਼ੈਂਟਾਂ ਦੇ ਵਿੱਚ ਤੇ ਪਹਿਲੇ ਨੰਬਰ ਤੇ ਆ ਸਕਦਾ ਜੀ, ਡੈਥ ਰੇਟ ਜਿਹੜੀ ਆ ਇੰਡੀਆ ਦੇ ਵਿੱਚ ਘੱਟ ਆ। ਫਿਰ ਸਰਕਾਰ ਦੇ ਕੋਲ ਕੋਈ ਪ੍ਰੋਵੀਜ਼ਨਸ ਵੀ ਹੈ ਨਹੀਂ ਪ੍ਰੋਪਰਲੀ ਕਿ ਤੁਸੀਂ ਇਹਨੂੰ ਕੰਟਰੋਲ ਕਰ ਸਕੋ ਜਾਂ ਇਹਦਾ ਇਲਾਜ ਕਰ ਸਕੋ। ਦਿੱਲੀ ਦੇ ਵਿੱਚ ਸਾਨੂੰ ਰੋਜ਼ ਦਿਹਾੜੀ ਨਿਊਜ਼ ਆ ਰਹੀਆਂ ਹੈਗੀਆਂ, ਇੰਨਾ ਬੰਦਾ ਮਰ ਗਿਆ, ਇੰਨਾ ਬੰਦਾ ਜਲਾਇਆ ਜਾ ਰਿਹਾ, ਇੰਨਾ ਬੰਦਾ ਵਿਚਾਰਾ ਪਰੇਸ਼ਾਨ ਹੋ ਰਿਹਾ। ਕੱਲ੍ਹ ਤਾਂ ਸ਼ਰਮ ਨਿਊਜ਼ ਵਿੱਚ ਆ ਗਿਆ ਸੀਗਾ ਜੀ ਉੱਪਰ, ਬਿਲਕੁਲ ਆ ਗਿਆ ਕਿ ਵੀ ਇੰਨੇ ਬੰਦਿਆਂ ਦੀ ਪ੍ਰੋਵੀਜ਼ਨ ਹੈ ਨਹੀਂ ਇਹਨਾਂ ਕੋਲ ਇਲਾਜ ਕਰਨ ਦੇ। ਲਾਸ਼ਾਂ ਦੇ ਵਿੱਚ ਬੰਦਿਆਂ ਦੀ ਪ੍ਰੋਟੈਕਸ਼ਨ ਹੋ ਰਹੀ ਆ, ਕੰਮ ਹੋ ਰਿਹਾ। ਹਸਪੀਟਲ ਦੇ ਸ਼ਾਟ ਵੀ ਜਿਹੜੇ ਅਲੱਗ-ਅਲੱਗ ਚੈਨਲਸ ਨੇ ਦਿਖਾਏ ਸੀ। ਹਾਂਜੀ ਮੈਨੂੰ ਨਹੀਂ ਨਜ਼ਰ ਆ ਰਿਹਾ ਸਰਕਾਰ ਕੋਈ ਇਹ ਕੰਮ ਕਰਦੀ ਪਈ ਹੈ। ਜਾਂ ਤਾਂ ਸਰਕਾਰ ਪੈਸੇ ਕਮਾਉਣ ਦਾ ਜ਼ਰੀਆ ਲੱਭਦੀ ਪਈ ਆ, ਜਾਂ ਸਰਕਾਰ ਸ਼ੋਅ ਕਰ ਰਹੀ ਹੈ ਕਿ ਅਸੀਂ ਤੁਹਾਡੇ ਲਈ ਬਹੁਤ ਕੇਅਰ ਕਰਦੇ ਹਾਂ, ਜਾਂ ਸਰਕਾਰ ਕਿਸੇ ਢੰਗ ਨਾਲ ਆਪਣੀ ਆਮਦਨ ਕਰਦੇ ਆ। ਤੁਹਾਨੂੰ ਸਹੀ ਦੱਸਾਂ ਮੈਂ, ਮੈਨੂੰ ਕਈ ਬੰਦੇ ਆ ਕੇ ਮੇਰੇ ਨਾਲ ਗੱਲ ਕਰਦੇ ਆ, ਮੇਰੇ ਆਫਿਸ ਵਿੱਚ ਬਹਿ ਕੇ ਗੱਲ ਕਰਦੇ ਆ ਕਿ ਚਲਾਨ ਕੱਟਿਆ, ਕਹਿੰਦੇ ਜੀ ਭਲਾਈ ਦੇ ਵਿੱਚ ਚਲਾਨ ਦੇਣਾ 500 ਚਲਾਨ ਕੱਟੋ, ਗੱਲ ਖਤਮ ਹੈ ਜੀ। ਤੁਸੀਂ ਮਾਸਕ ਲਾਇਆ, ਤੁਸੀਂ ਬੈਲਟ ਦਾ ਕਟਾ ਲਓ, ਤੁਸੀਂ ਬੈਲਟ ਨਹੀਂ ਲਾਈ ਤਾਂ ਚਲਾਨ ਆਧਾ ਕਟਾ ਲਓ। ਆ ਵਿਚਾਰਾ ਸਿਰ ਇੱਕ ਵਿਚਾਰਾ ਮਜ਼ਦੂਰ ਮੇਰੇ ਇਨਵਰਟਰ ਸਹੀ ਕਰਕੇ ਆ ਰਿਹਾ, ਉਹਦਾ ਚਲਾਨ ਕੱਟ ਦਿੱਤਾ ਇਹ ਕਹਿ ਕੇ ਕਿ ਲੋਕ ਭਲਾਈ 'ਚ 500 ਰੁਪਏ ਕੱਟਣਾ, ਤੁਸੀਂ ਕਟਾਓ ਜੀ ਆਪਣਾ ਚਲਾਨ 500 ਰੁਪਏ ਦਾ। ਤੁਸੀਂ 2 ਬੰਦੇ ਬੈਠੇ ਆ, ਮੈਂ ਉਹਨੂੰ ਸਮਝਾਇਆ ਕਾਕਾ 2 ਬੰਦੇ ਦਾ ਗਵਰਨਮੈਂਟ ਆਰਡਰ ਹੋ ਗਿਆ ਕਿ 2 ਬੰਦੇ ਬਹਿ ਸਕਦੇ ਮੋਟਰਸਾਈਕਲ ਸਕੂਟਰ ਤੇ, ਸਾਡਾ ਕੀ ਕੱਟਿਆ, ਕਹਿੰਦੇ ਬਸ ਧੱਕੇ ਨਾਲ ਕੱਟ ਦਿੱਤਾ ਜੀ ਸਾਡਾ ਉਹਨਾਂ ਨੇ। ਨਹੀਂ 500 ਰੁਪਏ ਲੈਣਾ ਬਹੁਤ ਗਲਤ ਕੰਮ ਹੋ ਰਿਹਾ ਜੀ ਹੁਣ ਇਸ ਦੀ ਯਾਰ। ਤੇ ਇਸ ਲੋਕਡਾਊਨ ਦੇ ਵਿੱਚ ਲੋਕਾਂ ਨੂੰ 500 ਦੇਣ ਨੂੰ ਵੀ ਨਹੀਂ ਹੋਣਾ। ਧੰਨਵਾਦ ਜੀ ਕਾਲ ਕਰਨ ਲਈ। ਹਾਂਜੀ, ਮਤਲਬ ਕਹਿ ਲਓ ਕਿ ਸਰਕਾਰ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨਾ, ਪਹਿਲਾਂ ਸਿਆਣੇ ਕਹਿੰਦੇ ਹੁੰਦੇ ਸੀ ਕਿ ਕਾਲੀ ਦੇ ਕੰਮ ਜਿਹੜੇ ਆ ਉਹ ਸਿਰੇ ਨਹੀਂ ਚੜਦੇ ਹੁੰਦੇ। ਮਤਲਬ ਇੱਕਦਮ ਜੇ ਤੁਸੀਂ ਕਾਲੀ ਕਰਦੇ ਆ, ਕਹਾਵਤ ਸੀ ਨਾ, ਬੇੜੇ ਆਈ ਜਾਣ ਤਾਂ ਬਿੰਨੋ ਕੁੜੀ ਦੇ ਕੰਨ, ਉਹ ਹਾਲ ਸਾਡਾ ਹੋਇਆ। ਕਹਿ ਲਓ ਕਿ ਇੱਕ ਦਿਨ ਪਹਿਲਾਂ ਸਾਨੂੰ ਗਾਈਡਲਾਈਨਸ ਜਾਰੀ ਹੁੰਦੀਆਂ, ਅਸੀਂ ਦੂਸਰੇ ਦਿਨ ਉਹਨਾਂ ਨੂੰ ਫੋਲੋ ਵੀ ਕਰਨਾ, ਪਰ ਕਰਨਾ ਵੀ ਪੂਰੇ ਰੂਲਸ ਨਾਲ ਆ, ਪਰ ਸਾਡੇ ਕੋਲ ਸਮਾਂ ਜਿਹੜਾ ਸਾਨੂੰ ਦਿੱਤਾ ਨਹੀਂ ਜਾਂਦਾ। ਤੇ ਗੱਲ ਚੱਲਦੀ ਪਈ ਸੀ ਰਾਸ਼ਨ ਦੀ, ਹਨਾ। ਰਾਸ਼ਨ ਦੇ ਲਈ ਜਿੰਨੀ ਵੀ ਆਪਣੀ ਇਹ ਕਹ ਲਓ ਸਮਾਜ ਸੇਵੀ ਸੰਸਥਾਵਾਂ ਸੀ, ਉਹਨਾਂ ਵੱਲੋਂ ਕੰਮ ਤਾਂ ਬਹੁਤ ਕੀਤਾ ਗਿਆ, ਸਭ ਕੁਝ ਕੀਤਾ ਗਿਆ, ਲੇਕਿਨ ਉਹ ਉਨੀ ਦੇਰ ਤੱਕ ਸੀ ਜਦ ਤਾਈਂ ਲੋਕਡਾਊਨ ਹੈਗਾ ਆ। ਹੁਣ ਲੋਕ ਆਪਣਾ ਕੰਮ ਤੇ ਜਾਂਦੇ ਨੇ, ਥੋੜਾ ਕਮਾਉਂਦੇ ਨੇ, ਬਹੁਤਾ ਕਮਾਉਂਦੇ ਨੇ, ਆਪਣੇ ਘਰ ਦੇ ਗੁਜ਼ਾਰੇ ਜੋਗਾ ਉਹ ਕਮਾ ਸਕਦੇ ਨੇ। ਪਰ ਸਰ ਮੈਂ ਪਤਾ ਕਿਹੜੀ ਗੱਲ ਕਰ ਰਹੀ ਹਾਂ, ਮੈਂ ਗੱਲ ਉਹ ਕਰ ਰਹੀ ਹਾਂ ਜਿਹੜਾ ਸਰਕਾਰ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਅਨਾਉਂਸ ਕੀਤਾ ਗਿਆ ਸੀ ਨਾ ਕਿ ਇੰਨੇ ਲੱਖ ਦੇ ਲਈ ਅਸੀਂ ਰਾਸ਼ਨ ਜਾਰੀ ਕਰ ਰਹੇ ਹਾਂ, ਇੰਨੇ ਫੰਡ ਅਸੀਂ ਜਾਰੀ ਕਰ ਦਿੱਤਾ। ਮੈਂ ਉਹਦੇ ਤੇ ਹੀ ਜਿਹੜਾ ਆ ਉਹ ਆ ਰਿਹਾ ਮਨਪ੍ਰੀਤ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਅਗਰ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤਾਂ ਤਕਰੀਬਨ 50% ਤੋਂ ਵੱਧ ਲੋਕਾਂ ਲਈ 3 ਮਹੀਨੇ ਲਈ ਹਨਾ ਫ੍ਰੀ ਰਾਸ਼ਨ ਜਿਹੜਾ ਆ ਉਹ ਦਿੱਤਾ ਜਾਣਾ ਸੀ। 5 ਕਿਲੋ ਆਟਾ ਤੇ 1 ਕਿਲੋ ਸ਼ਾਇਦ ਦਾਲ ਸੀਗੀ, ਤੇ ਜੇ ਕਿਸੇ ਘਰ ਦੇ ਵਿੱਚ 4 ਮੈਂਬਰ ਹੈਗੇ ਆ ਤਾਂ ਉਹਨੂੰ 20 ਕਿਲੋ ਆਟਾ ਤੇ ਘੱਟੋ ਘੱਟ 4 ਕਿਲੋ ਦਾਲ ਜਿਹੜੀ ਆ ਉਹ ਮਿਲਣੀ ਸੀ। ਉਹ ਹੁਣ ਮੈਨੂੰ ਲੱਗਦਾ ਇੱਕ ਵਾਰੀ ਆਇਆ ਰਾਸ਼ਨ, ਉਸ ਤੋਂ ਬਾਅਦ ਕਿੱਥੇ ਆ? ਮਤਲਬ ਕਹਿ ਲਓ ਕਿ ਉਹਨਾਂ ਦੇ ਰਿਕਾਰਡ ਦੇ ਵਿੱਚ ਚੜ ਗਿਆ, ਪੈਸੇ ਹੋ ਗਏ ਇੱਧਰ ਉੱਧਰ, ਤੇ ਉਹ ਸਾਡੇ ਤੱਕ ਪਹੁੰਚਿਆ। ਪਿੱਛੋਂ ਵੀ ਰਾਸ਼ਨ ਹੀ ਭੇਜਿਆ ਗਿਆ, ਪਿੱਛੋਂ ਵੀ ਰਾਸ਼ਨ ਹੀ ਭੇਜਿਆ ਗਿਆ, ਜਿਹੜਾ ਸੈਂਟਰਲ ਗਵਰਨਮੈਂਟ ਵੱਲੋਂ ਭੇਜਿਆ ਗਿਆ, ਪੈਸੇ ਨਹੀਂ ਭੇਜੇ ਗਏ, ਸੈਂਟਰਲ ਗਵਰਨਮੈਂਟ ਵੱਲੋਂ ਵੀ ਰਾਸ਼ਨ ਭੇਜਿਆ ਗਿਆ। ਪਰ ਰਾਸ਼ਨ ਸਰਕਾਰ ਨੇ ਤਾਂ ਖਾਤੇ 'ਚ ਪੈਸੇ ਪਾਏ ਨਾ। ਹਾਂ, ਜੇ ਨਹੀਂ ਖਾਤੇ 'ਚ ਜਿਹੜੇ ਰਾਸ਼ਨ ਸੀ, ਅਗਰ ਉਹ ਪ੍ਰੋਪਰ ਤਰੀਕੇ ਨਾਲ ਜਿਸ ਹਿਸਾਬ ਨਾਲ ਜੇ ਸੈਂਟਰ ਨੇ ਭੇਜਿਆ ਤਾਂ ਪਹਿਲਾ ਨੰਬਰ, ਕਿਉਂਕਿ ਪਾਸਵਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਅੰਕੜੇ ਦਿੱਤੇ ਸੀ ਕਿ ਰਾਸ਼ਨ ਜਿਹੜਾ ਆ ਸਾਡੇ ਵੱਲੋਂ ਸਟੇਟਸ ਨੂੰ ਭੇਜ ਦਿੱਤਾ ਗਿਆ। ਉਹਨਾਂ ਨੇ ਪੰਜਾਬ ਦੀ ਵੀ ਗੱਲ ਕੀਤੀ ਸੀ, ਨਾਲ ਫੋਟੋ ਵੀ ਜਾਰੀ ਕੀਤੀਆਂ ਸੀ ਕਿ ਵੀ ਸਾਡੇ ਵੱਲੋਂ ਰਾਸ਼ਨ ਭੇਜ ਦਿੱਤਾ ਗਿਆ, ਲੇਕਿਨ ਸਟੇਟ ਗਵਰਨਮੈਂਟ ਜਿਹੜੀ ਆ ਉਹ ਰਾਸ਼ਨ ਨਹੀਂ ਵੰਡ ਰਹੀ। ਇੱਕ ਵਾਰੀ ਰਾਸ਼ਨ ਵੰਡਿਆ ਗਿਆ, ਉਹ ਵੀ ਬਹੁਤ ਥੋੜੀ ਤਾਦਾਦ ਦੇ ਵਿੱਚ। ਫਗਵਾੜੇ ਦੀ ਅਗਰ ਆਪਾਂ ਇਕੱਲੇ ਦੀ ਗੱਲ ਕਰ ਲਈਏ, ਜੇ 1.5 ਲੱਖ ਦੀ ਆਬਾਦੀ ਹੋਊ ਤਾਂ 15,000 ਕਿੱਟਾਂ ਅਨਾਉਂਸ ਕੀਤੀਆਂ ਗਈਆਂ ਸਰਕਾਰੀ ਤੌਰ ਤੇ 15,000 ਕਿੱਟਾਂ ਆਈਆਂ, ਜਿਹੜੀਆਂ 10% ਵੀ ਨਹੀਂ ਬਣਦੀਆਂ ਹਨਾ। ਜੇ 10% ਉਹ ਨਹੀਂ ਬਣਦੀਆਂ, ਜਦੋਂ ਕਿ ਕਿਹਾ ਇਹ ਗਿਆ ਕਿ 50% ਤੋਂ ਵੱਧ ਬੰਦਿਆਂ ਦੇ ਲਈ, ਪਰਿਵਾਰਾਂ ਲਈ ਨਹੀਂ, ਬੰਦਿਆਂ ਦੇ ਲਈ 50% ਤੋਂ ਵੱਧ ਦੇ ਲਈ ਜਿਹੜਾ ਆ ਉਹ ਰਾਸ਼ਨ ਉਹ ਸਰਕਾਰ ਵੱਲੋਂ ਉਹ ਭੇਜਿਆ ਜਾਵੇਗਾ, ਉਹ ਵੀ ਹਰੇਕ ਮਹੀਨੇ ਭੇਜਿਆ ਜਾਵੇਗਾ। ਉਸ ਤੋਂ ਬਾਅਦ ਆਇਆ ਹੀ ਨਹੀਂ। ਮਤਲਬ ਕਈ ਜਿਹੜੀਆਂ ਚੀਜ਼ਾਂ ਨੇ ਜਿੱਥੇ ਆਇਆ ਨਾ, ਜਿਹੜੀ ਦਾਲ ਆਈ ਆ ਕਿਤੇ ਕਿਤੇ ਆਇਆ ਵੀ ਆ, ਜਿਹੜੀ ਦਾਲ ਆਈ ਆ ਉਹ ਕਹਿੰਦੇ ਖਾਣ ਦੇ ਲਾਇਕ ਹੀ ਨਹੀਂ ਹੈਗੀ। ਉਹ ਜਿਨ੍ਹਾਂ ਨੂੰ ਮਿਲ ਰਹੀ ਆ ਉਹ ਗਾਂ ਵੇਚ ਰਿਹਾ, ਫਿਰ ਤੁਸੀਂ ਲੈਣੀ ਤੁਸੀਂ ਲੈ ਲਿਓ, ਨਹੀਂ ਤਾਂ ਸ਼ਾਪ ਵਾਲੇ ਨੂੰ ਵੇਚ ਰਿਹਾ। ਕਹਿ ਲਓ ਕਿ ਉਹਦਾ ਫਾਇਦਾ ਕੀ ਹੋਇਆ? ਲੇਕਿਨ ਗੱਲ ਤਾਂ ਇਹ ਆਵੇ ਤਾਂ ਸਹੀ, ਪ੍ਰੋਪਰ ਤਰੀਕੇ ਨਾਲ ਕਰੋ। ਹੈ ਤਾਂ ਜਿਹੜਾ ਪ੍ਰੋਪਰ ਤਰੀਕੇ ਦੇ ਉਹ ਵੰਡਿਆ ਹੀ ਨਹੀਂ ਗਿਆ। ਤੇ ਆਪਣੇ ਕੋਲ ਟਾਈਮ ਵੀ ਮਨਪ੍ਰੀਤ ਜਿਹੜਾ ਬਹੁਤ ਘੱਟ ਆ, ਜੇ ਚੱਲਦੇ ਕੁਛ ਹੈ ਤਾਂ ਦੱਸ ਦਿਓ। ਸਰ ਬਸ ਇਹੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਕੋਵਿਡ-19 ਦਾ ਜਿਹੜਾ ਕਹ ਲਓ ਕਿ ਪੀੜਤਾਂ ਦੀ ਗਿਣਤੀ ਹੈ ਉਹ ਤੇਜ਼ੀ ਨਾਲ ਵੱਧ ਰਹੀ ਆ। ਉਹ ਹੋ ਸਕਦਾ ਕਿ ਉਹਦਾ ਕਾਰਨ ਅਸੀਂ ਹੋਈਏ ਕਿ ਅਸੀਂ ਡਿਸਟੈਂਸ ਦਾ ਖਿਆਲ ਨਹੀਂ ਰੱਖਦੇ, ਅਸੀਂ ਜਿਹੜੇ ਪ੍ਰੋਪਰ ਨਿਯਮ ਆ ਉਹਨਾਂ ਨੂੰ ਲਾਗੂ ਜਿਹੜੇ ਉਹ ਨਹੀਂ ਕਰ ਰਹੇ, ਤੇ ਕਿਤੇ ਨਾ ਕਿਤੇ ਜਿਹੜੇ ਕਹ ਲਓ ਕਿ ਅਸੀਂ ਇੱਕ ਦੂਜੇ ਦੇ ਸੰਪਰਕ ਵਿੱਚ ਆ ਕੇ ਤੇਜ਼ੀ ਨਾਲ ਜਿਹੜੀ ਗਿਣਤੀ ਉਹ ਵੱਧ ਰਹੀ ਆ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 85 ਜਿਹੜੇ ਕੇਸ ਉਹ ਸਾਹਮਣੇ ਆਏ ਨੇ ਹਨਾ, ਤੇ 3 ਮੌਤਾਂ ਹੋਈਆਂ ਨੇ। ਪਹਿਲਾਂ ਤੁਸੀਂ ਦੇਖੋ ਜਿਹੜੀ ਮੌਤਾਂ ਦਾ ਅੰਕੜਾ ਸੀ ਨਾ, ਕਦੇ 1 ਹੁੰਦਾ ਸੀ, ਕਦੇ ਹੁੰਦਾ ਹੀ ਨਹੀਂ ਸੀ। ਹਫ਼ਤੇ 10 ਦਿਨ ਬਾਅਦ 1 ਹੁੰਦੀ ਸੀ ਕਿਤੇ। ਹਾਂ, ਹੁਣ ਕਦੇ 4 ਆ ਰਿਹਾ, ਕਦੇ 5 ਆ ਰਿਹਾ ਇੱਕ ਦਿਨ ਦੇ ਵਿੱਚ। ਕਹਿ ਲਓ ਕਿ ਇਹ ਵਧਣਾ ਸ਼ੁਰੂ ਹੋ ਗਿਆ, ਜਿੱਥੇ ਪਹਿਲਾਂ ਘੱਟ ਸੀ ਨਾ ਹੁਣ ਇਹ ਵਧਣਾ ਸ਼ੁਰੂ ਹੋ ਗਿਆ। ਤੇ ਜੇਕਰ ਉਸੇ ਤਰ੍ਹਾਂ ਅਸੀਂ ਗੱਲ ਕਰੀਏ ਭਾਰਤ ਦੀ, ਤਾਂ ਭਾਰਤ ਜਿੱਥੇ ਕਹਿ ਲਓ ਕਿ ਪਹਿਲਾਂ 2 ਲੱਖ ਦੇ ਸੀ, ਹੁਣ 3,08,000 ਤੋਂ ਉੱਪਰ ਜਿਹੜਾ ਅੱਜ ਦਾ ਅੰਕੜਾ ਹੈਗਾ। ਇੰਨੀ ਤੇਜ਼ੀ ਨਾਲ ਜਿਹੜਾ ਕਰੋਨਾ ਹੈ ਉਹ ਵੱਧਦਾ ਜਾ ਰਿਹਾ। ਸੋ ਹਾਲੇ ਵੀ ਸਾਡੇ ਕੋਲ ਸਮਾਂ ਹੈਗਾ ਕਿ ਅਸੀਂ
ਅਸੀਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ ਕਰੋਨਾ ਨੂੰ ਲੈ ਕੇ ਅਸੀਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਕਰੀਏ, ਅਸੀਂ ਪਾਲਣਾ ਕਰੀਏ ਤਾਂ ਕਿ ਅਸੀਂ ਇਸ ਕਰੋਨਾ ਤੋਂ ਪੀੜਤ ਨਾ ਹੋਈਏ, ਹੈ ਨਾ, ਜਿਹੜੇ ਬਚੇ ਹੋਏ ਆ। ਸੋ ਅੱਜ ਦੇ ਲਈ ਇੰਨਾ ਹੀ। ਉਮੀਦ ਹੈ ਕਿ ਤੁਹਾਨੂੰ ਜਿਹੜੀ ਸਹੀ ਜਾਣਕਾਰੀ ਆ ਜਾਂ ਫਿਰ ਤੁਹਾਡੇ ਕੀ ਵਿਚਾਰ ਸੀ, ਅਸੀਂ ਉਹਨਾਂ ਦੇ ਸੁਝਾਅ ਤੁਹਾਨੂੰ ਸਹੀ ਤਰੀਕੇ ਨਾਲ ਜਿਹੜੇ ਦੇ ਦਿੱਤੇ ਨੇ। ਸੋ ਅੱਜ ਦੇ ਲਈ ਇੰਨਾ ਹੀ। ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।